ਵਾਹਿਗੁਰੂ ਜੀ ਕੀ ਫਤਿਹ ਜੀ। ਗੋਰਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਜਾ ਸਾਹਿਬ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪ ਕਰੋ ਕਥਾ, ਮੈਂ ਥੋੜਾ ਲੇਟ ਹੋ ਗਿਆ ਸੀ ਅੱਜ ਫਿਰ। ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਜ ਆਪਾਂ 1147 ਅੰਗ ਤੇ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 1167 ਸੌਰੀ, ਮਾफ़ करना, मैं गलती बोल जाना उन्हें, अक्षर बड़े छोटे हैं। 1167 1167 ਭੈਰੋ ਰਾਗ ਦੇ ਵਿੱਚ ਰਵਿਦਾਸ ਜੀ ਦਾ ਜਿਹੜਾ ਹੈਗਾ ਸ਼ਬਦ ਲੈ ਰਹੇ ਹਾਂ ਆਪਾਂ। ਭਗਤ ਰਵਿਦਾਸ ਜੀ ਦਾ, ਨਾਮਦੇਵ ਜੀ ਦੇ ਆਪਾਂ ਨੇ ਸ਼ਬਦ ਲਏ ਸੀਗੇ। ਇਸ ਰਾਗ ਦੇ ਵਿੱਚ 11 ਸ਼ਬਦ ਨਾਮਦੇਵ ਜੀ ਦੇ ਲਏ ਸੀ ਆਪਾਂ ਨੇ। ਹੁਣ ਇਸ ਤੋਂ ਬਾਅਦ ਰਵਿਦਾਸ ਜੀ ਦਾ ਸ਼ਬਦ ਲੈ ਰਹੇ हैं। अंग 1167 1167 पैरो बाणी रविदास जियो की कर पहला। अंग 1167 पैरो बाणी रविदास जियो की कर दूजा सॉरी। एक ओंकार सतगुर प्रसाद बिन देखे उपजे नहीं आसा, जो दिसै सो होए बिनासा। बिन देखे उपजे नहीं आसा, कहते कोई भी चीज़ जब तक इंसान देखता नहीं है, फिजिकली जिहड़ा हैगा उन्होंने नज़र नहीं आती, तद तक उन्होंने आस नहीं होंदी। हुण परमात्मा इत्थे जिहड़ा हैगा उहदा तां रूप नहीं, रंग नहीं, रेख नहीं, कुछ भी नहीं है मालक परमात्मा दा। ओहदी फिर भगती किवें होएगी भाई? बिन देखे उपजे नहीं आसा, जो दिसे सो होए बिनासा। और ਜਿਹੜਾ ਦਿਸ ਰਿਹਾ ਆ ਆਪਾਂ ਉਹਦੇ ਤੇ ਵਿਸ਼ਵਾਸ ਕਰਦੇ ਆ, ਪਰ ਮਹਾਰਾਜ ਕਹਿੰਦੇ ਜੋ ਦਿਸ ਰਿਹਾ ਆ ਉਹ ਤਾਂ ਝੂਠ ਆ ਭਾਈ, ਉਹਦਾ ਤਾਂ ਵਿਨਾਸ਼ ਹੋ ਜਾਣਾ, ਉਹ ਤਾਂ ਸੱਚ ਹੈ ਹੀ ਨਹੀਂ। ਤ੍ਰਿਗੁਣੀ ਮਾਇਆ ਦਾ ਕਾਨੂੰਨ ਜਿਹੜਾ ਹੈਗਾ ਦੇਖ ਕੇ ਵਿਸ਼ਵਾਸ ਹੁੰਦਾ ਹੈ। ਔਰ ਚੌਥਾ ਗੁਣ ਜਿਹੜਾ ਹੈਗਾ ਪਰਮਾਤਮਾ ਦਾ, ਜਿਹੜਾ ਚੌਥਾ ਗੁਣ ਆ ਅਸਲੀਅਤ ਜਿਹੜੀ ਹੈਗੀ, ਉਹ ਜਿਹੜੀ ਹੈਗੀ ਉਹਦੇ ਉੱਤੇ ਜਿਹੜਾ ਦਿਸਦਾ ਹੈ ਕਹਿੰਦੇ ਉੱਤੇ ਵਿਸ਼ਵਾਸ ਹੀ ਨਾ ਕਰੋ, ਉਹ ਤਾਂ ਝੂਠ ਹੈਗਾ। ਜਿਹੜੀ ਨਈ ਚੀਜ਼ ਦਿਸ ਰਹੀ ਉਹਦੇ ਪਿੱਛੇ ਜਿਹੜੀ ਚੀਜ਼ ਹੈਗੀ ਉਹ ਅਸਲੀ ਹੈਗੀ ਭਾਈ। ਉਹ ਤਿੰਨਾਂ ਗੁਣਾਂ ਤੋਂ ਰਹਿਤ ਉਹ ਮਾਲਕ ਪਰਮਾਤਮਾ, ਉਹ ਸੱਚ ਹੈਗਾ। ਦੇਖੋ ਪਹਿਲਾ ਹੀ ਨੁਕਤਾ ਕਿੰਨਾ ਤਗੜਾ ਦੇ ਰਹੇ ਰਵਿਦਾਸ ਜੀ। ਬਿਨ ਦੇਖੇ ਉਪਜੇ ਨਹੀਂ ਆਸਾ। ਦੇਖੋ ਕੰਮ ਕੀ ਹੈ ਇਹਨਾਂ ਦਾ ਕਿੱਤਾ ਕੀ ਸੀਗਾ? ਜਿਹੜੇ ਹੈਗੇ ਮਰੇ ਹੋਏ ਜਿਹੜੇ ਹੈਗੇ ਜ਼ਮੀਂਦਾਰਾਂ ਦੇ, ਜਿਹੜੇ ਹੈਗੇ ਹੋਰ ਲੋਕਾਂ ਦੇ, ਜਿਹੜੇ ਹੈਗੇ ਜਾਨਵਰ ਮਰ ਜਾਂਦੇ ਸੀ, ਉਹਨਾਂ ਨੂੰ ਰੇੜੇ 'ਤੇ ਚੁੱਕ ਕੇ ਲੈ ਕੇ ਜਾਣਾ, ਹੱਡਾ ਰੂੜੀ 'ਤੇ ਲੈ ਕੇ ਜਾਣਾ, ਉੱਥੇ ਲਿਜਾ ਕੇ ਫਿਰ ਉਹਨਾਂ ਦੀ ਖੱਲ ਲਾਉਣੀ, ਖੱਲ ਲਾ ਕੇ ਫਿਰ ਉਹਨੂੰ ਖੱਲ ਨੂੰ ਪ੍ਰੋਸੈਸ ਕਰਨਾ, ਪਕਾਉਣਾ, ਫਿਰ ਉਹਦੇ ਜਿਹੜੇ ਹੈਗੇ ਸਮਾਨ ਬਣਾਉਣੇ, ਜੁੱਤੀਆਂ ਬਣਾਉਣੀਆਂ। ਉਹਨਾਂ ਦਾ ਗਿਆਨ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਕਹਿੰਦੇ ਬੜਾ ਅਜੀਬ ਜੀ ਗੱਲ ਹੈ ਭਾਈ, ਦੇਖੇ ਬਗੈਰ ਆਸ ਨਹੀਂ ਬਣਦੀ, ਔਰ ਜੋ ਦਿਸਦਾ ਹੈ ਉਹ ਝੂਠ ਆ ਸਾਰਾ ਕੁਛ। ਵਰਨ ਸਹਿਤ ਜੋ ਜਾਪੇ ਨਾਮ, ਸੋ ਜੋਗੀ ਨੇ ਕੇਵਲ ਨੇ ਕਾਮ। ਕਹਿੰਦੇ ਫਿਰ ਕੀ ਕਰੀਏ ਭਾਈ? ਮਹਾਰਾਜ ਹੁਣ ਇੱਕ ਨੁਕਤਾ ਦੇ ਰਹੇ। ਸੁਖਵਿੰਦਰ ਜੀ ਮਤ ਤੁਸੀਂ ਬਾਰ-ਬਾਰ ਤੁਸੀਂ ਔਨ ਕਰਦੇ ਹੋ, ਆਫ ਕਰਦੇ ਹੋ। ਵਰਨ ਸਹਿਤ ਜੋ ਜਾਪੈ ਨਾਮ, ਵਰਨ ਸਹਿਤ ਕਹਿੰਦੇ ਵਰਨ ਕੀ ਆ ਬਈ? ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਗੁਣ, ਤੈਨੂੰ ਗੁਣ ਤਾਂ ਪਤਾ ਹੈ ਨਾ ਮਾਲਕ ਪਰਮਾਤਮਾ ਦੇ। ਤੈਨੂੰ ਆ ਦਿਸ ਰਿਹਾ 84 ਲੱਖ ਜੂਨਾਂ ਬਣ ਗਈਆਂ, ਤੈਨੂੰ ਆ ਦਿਸ ਰਿਹਾ ਪਹਾੜ, ਪਾਣੀ, ਦਰਿਆ, ਸਾਰੀਆਂ ਚ ਸਾਰਾ ਕੁਛ, ਧਰਤੀ, ਆਕਾਸ਼, ਕਿੰਨੇ ਪਲੈਨਟ, ਕਿੰਨੇ ਤਾਰੇ, ਚੰਦਰਮਾ, ਸੂਰਜ ਦਿਸ ਰਹੇ ਤੈਨੂੰ। ਵਰਨ ਸਹਿਤ ਜੋ ਜਾਪੇ ਨਾ, ਉਹਦੇ ਗੁਣ ਯਾਦ ਕਰ ਮਾਲਕ ਪਰਮਾਤਮਾ ਦੇ। ਉਹ ਗੁਣ ਦੁਨੀਆ ਨੂੰ ਬਣਾਉਣ ਵਾਲਾ ਹੈ ਔਰ ਆਪ ਜਿਹੜਾ ਹੈਗਾ ਛੁਪਿਆ ਹੋਇਆ ਹੈ। ਉਹਦੀ ਸ਼ਕਤੀ ਨਜ਼ਰ ਆ ਰਹੀ ਹੈ ਤੈਨੂੰ। ਉਹਦੇ ਗੁਣ ਗਾ ਕੇ ਔਰ ਧਿਆਨ ਜਿਹੜਾ ਹੈਗਾ ਉਹਦੇ ਵਿੱਚ ਲਗਾ।
ਵਿਚਾਰ ਬਾਹਰ ਆਕਾਰ ਦੇ ਬੰਦ ਕਰ। ਇਹਨੂੰ ਕਹਿੰਦੇ ਆ ਵਰਨ ਸਹਿਜ ਜੋ ਜਾਪੇ ਨਾਮ ਸੋ ਜੋਗੀ ਕੇਵਲ ਨਿਹਕਾਮ। ਕਹਿੰਦੇ ਉਹ ਹੈ ਜੋਗੀ ਭਾਈ ਜੁੜ ਜਾਏਗਾ परमात्मा ਦੇ ਵਿੱਚ ਔਰ ਉਹ ਨਿਹਕਾਮ ਹੋ ਜਾਏਗਾ, ਕਾਮਨਾ ਰਹਿਤ ਹੋ ਜਾਏਗਾ। ਉਹ ਆਪਣੇ ਵਿਚਾਰ ਬੰਦ ਕਰ ਲੇਗਾ, ਵਿਚਾਰ ਮੰਡਲ ਕ੍ਰਾਸ ਕਰ ਲੇਗਾ। ਉਹ बिन देखे उपजे नहीं आसा जो दिसे सो होए बिनासा वर्ण सहज जो जापे नाम सो जोगी केवल निहकाम। केवल ਉਹੀ ਜੋਗੀ ਭਾਈ, ਹੋਰ ਨਹੀਂ। ਹੋਰ ਜੋਗੀ ਬਥੇਰੇ ਤੁਰੇ ਫਿਰਦੇ ਆ ਦੁਨੀਆ ਦੇ ਵਿੱਚ। ਘਰ ਘਰ ਇੱਟ ਚੱਕੋ ਤੇ ਮਹਾਂਪੁਰਖ ਮਿਲ ਜਾਂਦੇ ਆ। ਪਰਚੇ ਰਾਮ ਰਵੈ ਜੋ ਕੋਈ। ਕਹਿੰਦੇ ਕੋਈ ਰਵੇ ਤਾਂ ਸਹੀ ਨਾ। ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਉਸ ਦੇ ਨਾਲ ਪਰਚੇ ਤਾਂ ਸਹੀ ਨਾ। ਕੋਈ ਤੁਰੇ ਤਾਂ ਸਹੀ ਨਾ ਕਿ ਖਾਲੀ ਗੱਲਾਂ ਹੀ ਕਰੀ ਜਾ ਰਹੇ ਸਾਰੇ ਦੇ ਸਾਰੇ। ਪਰਚੇ ਰਾਮ ਰਵੈ ਜੋ ਕੋਈ ਰਵੇ ਤਾਂ ਸਹੀ ਨਾ। ਪਰਚਿਆ ਤੇ ਜਾਏ ਨਾ, ਆਪਣਾ ਲੱਗੇ ਤਾਂ ਸਹੀ ਇਸ ਪਾਸੇ। ਉਸ ਪਾਰਸ ਨੂੰ ਪਰਸੇ ਤਾਂ ਸਹੀ ਨਾ। ਪਾਰਸ ਪਰਸੈ ਦੁਬਦਾ ਨਾ ਹੋਈ। ਪਿਆਰਿਆ ਫਿਰ ਪਾਰਸ ਹੋ ਕੇ सोना हो जाएगा, खरा हो जाएगा। फिर दुविधा थोड़ी ना रहेगी, माया थोड़ी ना रहेगी। फिर परचे राम रवे जो कोई पारस परसै दुविधा ना होई रहाओ। सो मन की दुविधा खाए। आया मन की दुविधा जो दिख रहा है आकार स्वाद पदार्थ चोगा। कहते इनू मन दे विच ही सांभ लै भाई। ये विचारां नू मन दे विच ही सांभ लै। सो मुनि ओ मुनिया ਉਹ ਗਿਆਨੀ ਹੈਗਾ ਭਾਈ। ਉਹ ਮੌਨੀ ਹੈਗਾ। ਉਹਨੇ ਉਪਰਾਮ ਦੁਨੀਆ ਤੋਂ ਜਿਹੜਾ ਹੈਗਾ ਉਹ ਹੈਗਾ ਭਾਈ ਦੁਨੀਆ ਤੋਂ ਉਪਰਾਮ ਉਦਾਸੀ ਸਾਧੂ। ਸੋ ਮਨ ਕੀ ਦੁਬਿਧਾ ਖਾਏ। ਬਿਨ ਦੁਆਰੇ ਤ੍ਰੈਲੋਕ ਸਮਾਏ। ਬਿਨ ਦੁਆਰੇ ਉਹ ਆਪਾਂ 9 ਦੁਆਰੇ ਹੈ। ਇਹ ਸਰੀਰ ਹੈਗਾ ਆਪਣੇ ਕੋਲ 10 ਦੁਆਰੇ 10ਵਾਂ ਗੁਪਤ ਆ। ਉਹ ਮਾਲਕ ਪਰਮਾਤਮਾ ਜਿਹਦਾ ਇਹ ਦੁਆਰਿਆਂ ਵਾਲਾ ਸਰੀਰ ਨਹੀਂ ਹੈਗਾ। ਬਿਨ ਦੁਆਰੇ ਤ੍ਰੈਲੋਕ ਸਮਾਏ। ਉਹ ਤਿੰਨਾਂ ਲੋਕਾਂ ਦੇ ਵਿੱਚ ਧਰਤ ਪਤਾਲ ਆਕਾਸ਼ ਦੇ ਵਿੱਚ ਸਮਾਇਆ ਹੋਇਆ ਹੈ ਤੇ ਉਹਦੇ ਵਿੱਚ ਉਹ ਵੀ ਸਮਾ ਜਾਏਗਾ ਭਾਈ ਮੁਨੀ, ਜਿਹੜਾ ਕਿ ਆਪਣੇ ਮਨ ਦੀ ਵਿਚਾਰਾਂ ਨੂੰ ਖਾ ਜਾਏਗਾ। ਸੋ ਮਨ ਕੀ ਦੁਬਿਧਾ ਖਾਏ ਬਿਨ ਦੁਆਰੇ ਤ੍ਰੈਲੋਕ ਸਮਾਏ। ਮਨ ਕਾ ਸੁਭਾਅ ਸਭ ਕੋਈ ਕਰੇ। ਦੁਨੀਆ ਜਿਹੜੀ ਹੈਗੀ ਮਨ ਜੋ ਕਹਿੰਦਾ ਹੈ ਉਹ ਕਰੀ ਜਾਂਦੀ ਹੈ। ਦੁਨੀਆ ਸਾਰੀ ਦੀ ਸਾਰੀ ਮਨ ਦੇ ਪਿੱਛੇ ਲੱਗੀ ਹੋਈ ਹੈ। ਮਨ ਪਤੰਦਰ ਜਿਹੜਾ ਹੈਗਾ, ਮਨ ਜਿਹੜਾ ਹੈਗਾ ਬੇਵਕੂਫ ਜਿਹੜਾ ਹੈਗਾ, ਉਹਨੂੰ ਡਰਾਈਵਰ ਬਣਾਇਆ ਹੋਇਆ ਸਾਰਿਆਂ ਨੇ। ਸਾਰੇ ਜੋ ਮਨ ਚ ਆਉਂਦਾ ਹੈ, ਮਨ ਨੇ ਇੱਧਰ ਜਾਣਾ ਹੈ, ਆਹ ਖਾਣਾ ਹੈ, ਉਹ ਪਹਿਨਣਾ ਹੈ, ਆਹ ਦੇਖਣਾ ਹੈ, ਆਹ ਕਰਨਾ ਹੈ। ਦੁਨੀਆ ਮਨ ਦੇ ਪਿੱਛੇ ਲੱਗੀ ਹੋਈ ਹੈ। ਮਨ ਕਾ ਸੁਭਾਅ ਸਭ ਕੋਈ ਕਰੇ। ਕਰਤਾ ਹੋਏ ਸੋ ਅਨ ਪੈ ਰਹੈ। ਕਰਤਾ ਹੋਏ ਜਿਹੜਾ ਕਰਤੇ ਵੱਲ ਹੋ ਜਾਂਦਾ ਹੈ, ਜਿਹੜਾ ਕਰਤੇ ਵੱਲ ਹੋ ਜਾਂਦਾ ਹੈ ਉਹ ਕਰਤਾ ਹੀ ਹੋ ਜਾਂਦਾ ਹੈ। ਕਰਤਾ ਹੋਏ ਸੋ ਅਨ ਪੈ ਰਹੈ। ਉਹਨੂੰ ਕੋਈ ਮਾਇਆ ਦਾ ਭੈ ਨਹੀਂ ਹੈ ਭਾਈ। ਉਹ ਅਨਪੈ ਹੋ ਜਾਂਦਾ ਹੈ। ਮਾਇਆ ਤੋਂ ਅਟੰਕ, ਮਾਇਆ ਦੇ ਉੱਪਰ ਤੈਰਦਾ ਹੈ। ਉਹ ਮਾਇਆ ਦੇ ਵਿੱਚ ਗੋਤੇ ਨਹੀਂ ਖਾਂਦਾ। फल कारण फूली बन राए। आ सारी गेम मालक परमात्मा ने ऐस वास्ते पाई हुई है भाई। और अपना जिहड़ा हैगा मनुखी जून मिली हुई आ। वधिया रुख हैगा भाई, वधिया रुख हैगा। ये फलदायक है, अमृत वाला रुख हैगा। इसे नूं अमृत लगने हैं। फल कारण फूली बन राए। फल लागा तब फूल बिलाए। बस ਇਸੇ ਵਾਸਤੇ ਹੈਗਾ ਸਾਰਾ ਸਰੀਰ। ਇਸੇ ਵਾਸਤੇ ਸਾਰੀ ਦੁਨੀਆ ਦੇ ਵਿੱਚ ਆਪਾਂ ਹੈਗੇ ਆ। ਜਦ ਫਲ ਲੱਗ ਗਿਆ, ਜਦ ਆਪਣਾ ਗਿਆਨ ਹੋ ਗਿਆ, ਜਦ ਅੰਮ੍ਰਿਤ ਫਲ ਆ ਗਿਆ ਤੇ ਫਿਰ ਫੁੱਲਾਂ ਦੀ ਕੀ ਲੋੜ ਆ। ਗਿਆਨੇ ਕਾਰਨ ਕਰਮ ਅਭਿਆਸ। ਗਿਆਨ ਦੇ ਕਾਰਨ ਹੀ ਜਿਹੜਾ ਹੈਗਾ ਕਰਮ ਕਰਨਾ ਪੈਂਦਾ ਹੈ ਭਾਈ। ਆ ਧਿਆਨ ਸਿਮਰਨ ਇਹ ਅਭਿਆਸ ਗਿਆਨ ਦੇ ਕਾਰਨ ਕਰਨਾ ਪੈਂਦਾ ਹੈ। ਜਦ ਪ੍ਰੈਕਟੀਕਲ ਕਰ ਲਿਆ, ਜਦ ਮਾਲਕ ਨੂੰ ਲੱਖ ਲਿਆ ਤੇ ਬਸ ਗਿਆਨ ਪਿਆ ਤਾਂ ਕਰਮ ਹੈ ਨਾਸ਼। ਫਿਰ ਕਰਮਾਂ ਦੀ ਕੀ ਲੋੜ ਹੈ ਭਾਈ। ਸਾਰਾ ਲੇਖਾ ਜੋਖਾ ਕਰਮ ਸਾਰੇ ਖਤਮ। ਕਿਆ ਬਾਤ ਹੈ ਰਵਿਦਾਸ ਜੀ। ਸਲੂਟ ਹੈ ਸਲੂਟ। ਕ੍ਰਿਤ ਕਾਰਨ ਦਦ ਮਥੈ ਸਿਆਣ। ਸਿਆਣੇ ਜਿਹੜੇ ਹੈਗੇ
ਉਹ ਘਿਓ ਦੇ ਕਾਰਨ ਦੁੱਧ ਨੂੰ ਰਿੜਕਦੇ ਪਾਏ। ਆਪਾਂ ਜਿਹੜੇ ਹੈਗੇ ਮਾਇਆ ਨੂੰ ਰਿੜਕੀ ਜਾ ਰਹੇ ਹਾਂ, ਸਵਾਦਾਂ ਦੇ ਇਹ ਪਾਣੀ ਨੂੰ ਜਿਹੜੇ ਹੈਗੇ ਖੜੇ ਪਾਣੀ ਨੂੰ ਜਿਹੜਾ ਹੈ ਟੋਭੇ ਦੇ ਪਾਣੀ ਨੂੰ ਬਦਬੂ ਮਾਰਦਾ ਉਹਨੂੰ ਰਿੜਕ ਰਹੇ ਹਾਂ ਆਪਾਂ, ਵਿਸ਼ੇ ਵਿਕਾਰਾਂ ਨੂੰ ਰਿੜਕ ਰਹੇ ਹਾਂ ਆਪਾਂ। ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਣ। ਜਿਉਂਦੇ ਜੀ ਭਾਈ ਮੁਕਤ ਹੋਣਾ ਹੈ, ਜਿਉਂਦੇ ਦੀ ਇਹ ਸਵਾਦਾਂ ਤੋਂ ਅਟੰਕ ਹੋਣਾ ਹੈ, ਉਹ ਹੈ ਸਦਾ ਨਿਰਵਾਣ। ਉਹ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਬਾਣ ਜਿਹੜਾ ਪਾਇਆ ਮਾਲਕ ਨੇ ਇਸ ਤੋਂ ਨਿਰਵਾਣ ਹੋ ਗਿਆ। ਕਹਿ ਰਵਿਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾ ਜਪਸ ਅਭਾਗ। ਕਹਿ ਰਵਿਦਾਸ ਪਰਮ ਬੈਰਾਗ, ਕਹਿੰਦੇ ਮੈਂ ਬੈਰਾਗ ਤੇਰਾ ਪਰਮ ਬੈਰਾਗ ਦੱਸ ਰਿਹਾ ਪਿਆਲ ਕੇ ਪਿਆਰਿਆ, ਪਰਮ ਬੈਰਾਗ ਤੈਨੂੰ ਅਸਲੀ ਬੈਰਾਗ ਸਮਝਾ ਦੇਣਾ ਹੈ। ਉਹ ਮਾਲਕ ਪਰਮਾਤਮਾ ਦਾ ਪਿਆਰ, ਉਸ ਮਾਲਕ ਪਰਮਾਤਮਾ ਦੀ ਖਿੱਚ। ਕਹਿ ਰਵਿਦਾਸ ਪਰਮ ਬੈਰਾਗ ਹਿਰਦੇ ਰਾਮ ਕੀ ਨਾ ਜਪਸ ਅਪਾਗ। ਓਏ ਅਭਾਗਿਆ, ਉਹ ਮਾਲਕ ਪਰਮਾਤਮਾ ਤੇਰੇ ਅੰਦਰ ਹੈਗਾ, ਅੰਦਰ ਕਿਉਂ ਨਹੀਂ ਵੜਦਾ ਪਿਆਰਿਆ? ਉਹਦੇ ਨਾਲ ਉਹਨੂੰ ਕਿਉਂ ਨਹੀਂ ਯਾਦ ਕਰਦਾ? ਸਮਾਂ ਜਾ ਰਿਹਾ ਹੈ, ਮਨੁੱਖੀ ਜੀਵਨ ਪਾਈ ਹੋਈ ਆ, ਕਿੰਨਾ ਸੋਹਣਾ ਸਮਾਂ, ਕਿੰਨਾ ਸੋਹਣਾ ਤੇਰੇ 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 ਭਾਗ ਜਾਗੇ ਪਏ ਆ ਮਿੱਤਰਾ। ਹਿਰਦੇ ਰਾਮ ਕੀ ਨਾ ਜਪਸ ਅਪਾਗ, ਕਿਉਂ ਅਭਾਗਾ ਬਣ ਰਿਹਾ ਆ ਪਿਆਰਿਆ? ਇੰਨਾ ਨੇੜੇ ਮਾਲਕ ਤੇ ਇੰਨਾ ਨੇੜੇ ਹੁੰਦੇ ਹੋਏ ਔਰ ਤੂੰ ਜਿਹੜਾ ਉਹਨੂੰ ਯਾਦ ਨਹੀਂ ਕਰ ਰਿਹਾ। ਵਾਹਿਗੁਰੂ। ਹਾਂਜੀ, ਰਵਿਦਾਸ ਜੀ ਦਾ ਸ਼ਬਦ ਸੀਗਾ। ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਦੁਨੀਆ ਐਸੀ ਹੈ, ਦੁਨੀਆ ਦੇ ਵਿੱਚ ਆਏ ਹਾਂ ਆਪਾਂ। ਇਨਸਾਨ ਜਿਹੜਾ ਹੈਗਾ ਦੇਖੇ ਬਗੈਰ ਜਿਹੜਾ ਹੈਗਾ ਮੰਨਦਾ ਹੀ ਨਹੀਂ ਹੈ, ਕੋਈ ਚੀਜ਼ ਨਹੀਂ ਸੱਚਾਈ, ਉਹਨੂੰ ਮੰਨਦਾ ਹੀ ਨਹੀਂ ਹੈ ਵੀ ਹੈ ਵੀ ਆ ਵੀ ਹੈ। ਪਰਮਾਤਮਾ ਨੂੰ ਕਹਿੰਦੇ ਆ, ਪਰਮਾਤਮਾ ਦੇ ਬਾਰੇ ਤਾਂ ਵਿਸ਼ਵਾਸ ਹੀ ਨਹੀਂ ਆਉਂਦਾ ਇਹਦਾ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਔਰ ਜਿਸ ਤੇ ਵਿਸ਼ਵਾਸ ਕਰ ਰਿਹਾ, ਜਿਹਨੂੰ ਸੱਚ ਮੰਨ ਰਿਹਾ ਹੈ, ਮਹਾਰਾਜ ਕਹਿੰਦੇ ਉਹ ਤਾਂ ਝੂਠਿਆ ਪਿਆ ਰਿਹਾ, ਉਹਨੇ ਤਾਂ ਵਿਨਾਸ਼ ਹੋ ਜਾਣਾ। ਉਹ ਤਾਂ ਤੇਰਾ ਜਿਹੜਾ ਹੈਗਾ ਤੂੰ ਫੰਡਾਮੈਂਟਲੀ ਰੋਂਗ ਚਲਾ ਗਿਆ। ਬੇਸਿਕਲੀ ਜਿਹੜਾ ਹੈਗਾ ਮੁੱਢ ਤੋਂ ਹੀ ਜਿਹੜਾ ਹੈਗਾ ਤੂੰ ਗਲਤ ਚੀਜ਼ ਨੂੰ ਜਿਹੜਾ ਹੈਗਾ ਤੂੰ ਧੋਖਾ ਖਾ ਗਿਆ, ਪਹਿਲਾਂ ਹੀ ਧੋਖਾ ਖਾ ਗਿਆ। ਇੱਕ ਸੱਚ ਹੈ, ਇੱਕ ਕੱਚ ਹੈਗਾ, ਤੂੰ ਕੱਚ ਨੂੰ ਜਾ ਕੇ ਜੱਫੀ ਪਾ ਲਈ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਵਰਨ ਸਹਿਜ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨੇ ਕਾਮ। ਵਰਨ ਸਹਿਤ ਉਹ ਮਾਲਕ ਪਰਮਾਤਮਾ ਸਾਰੀ ਦੁਨੀਆ ਦੇ ਵਿੱਚ ਹੈਗਾ ਪਾਏ, ਦਿਸਦਾ ਨਹੀਂ ਹੈਗਾ। ਉਹਦੇ ਵਾਸਤੇ ਕੀ ਕਰਨਾ ਹੈ? ਮਨ ਨੂੰ ਕਿਵੇਂ ਪਰਚਾਉਣਾ ਹੈ? ਮਨ ਨੂੰ ਕਿਵੇਂ ਇਸ ਪਾਸੇ ਲਾਉਣਾ ਹੈ? ਮਨ ਨੂੰ ਕਹਿੰਦੇ ਮਾਲਕ ਦੇ ਗੁਣ ਗਾ, ਮਾਲਕ ਦੇ ਗੁਣ ਗਾ। ਦੇਖ ਕਿੰਨੀ ਤੈਨੂੰ ਗੁਰਬਾਣੀ ਦਿੱਤੀ ਹੋਈ ਆ, 36 ਬ੍ਰਹਮ ਗਿਆਨੀਆਂ ਦਾ ਗਿਆਨ ਹੈਗਾ। ਇਹ ਗਿਆਨ ਲੈ, ਇਹ ਗੁਣ ਗਾ, ਇਹ ਮਾਲਕ ਦੇ ਗੁਣ ਹੀ ਹੈ, ਇਹ ਮਾਲਕ ਦੇ ਗੁਣ ਗਾ ਰਹੀ ਹੈ ਬਾਣੀ। ਇਹਦੇ ਨਾਲ ਤੇਰਾ ਮਨ ਪਰਚੇਗਾ, ਫਿਰ ਨਾਮ ਦੇ ਨਾਲ ਲੱਗੇਗਾ। ਇਹ ਗਿਆਨ ਨੂੰ ਨਾਲ ਰੱਖ। ਵਰਨ ਸਹਿਜ ਜੋ ਜਾਪੈ ਨਾਮ, ਗਿਆਨ ਦੇ ਨਾਲ ਧਿਆਨ ਕਰ। ਸੋ ਜੋਗੀ ਕੇਵਲ ਨੇ ਕਾਮ, ਉਹੀ ਜੋਗੀ ਆ ਪਾਏ, ਉਹੀ ਜਿਹੜਾ ਹੈਗਾ ਕਾਮਨਾ ਰਹਿਤ ਹੋ ਜਾਏਗਾ, ਨੇਕ ਕਾਮ ਹੋ ਜਾਏਗਾ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ। ਸਾਧ ਸੰਗਤ ਜੀ, ਚੌਥੇ ਪਦ ਦੀ ਬਾਣੀ ਹੈ, ਕਾਫੀ ਪਾਵਰਫੁਲ ਬਾਣੀ ਹੈ। ਕਾਫੀ ਅਗਿਆਨ ਭਰਮ ਉਹਨੂੰ ਤੋੜੇਗੀ, ਆਪ ਫਾਇਦਾ ਚੁੱਕਣਾ। ਦੇਖੋ ਕਹਿੰਦੇ ਏਕ ਓਂਕਾਰ ਸਤਿਗੁਰ ਪ੍ਰਸਾਦ। ਠੀਕ ਹੈ, ਪਰਮਾਤਮਾ ਦੇ ਬਾਰੇ ਗੱਲ ਚੱਲੀ। ਨਿੱਜਰ ਸਾਹਿਬ ਆਪ ਮੈਨੂੰ ਅੱਖਰ ਦੇ ਬਾਰੇ ਥੋੜਾ ਡਾਊਟ ਹੈਗਾ, ਸਮਝਾ ਦਿਓ। ਵਰਨ ਸਹਿਤ, ਇਹ ਵਰਨ ਕੋਈ ਪਰਿਵਾਰ ਦੀ ਗੱਲ ਚੱਲਦੀ ਆ, ਕਿਹਦੀ ਗੱਲ ਹੈ? ਥੋੜਾ ਗਹਿਰਾ ਜਾਓ, ਕਿਉਂਕਿ ਇਹ ਨਾ ਵਰਣਨ ਦਾ ਮਤਲਬ ਹੈ ਵਰਣਨ ਕਰਨਾ, ਉਹਦੇ ਬਾਰੇ ਜਿਹੜਾ ਹੈਗਾ ਗਿਆਨ ਲੈਣਾ ਮਾਲਕ ਦੇ ਬਾਰੇ। ਮਾਲਕ ਨੂੰ, ਕਿਉਂਕਿ ਗੁਰਬਾਣੀ ਸਾਰੀ ਦੀ ਸਾਰੀ ਕੀ ਕਰਦੀ ਆ? ਗੁਰਬਾਣੀ ਆਪਾਂ ਨੂੰ ਪਰਮਾਤਮਾ ਜਿਹੜਾ ਰੂਪ ਰੰਗ ਰੇਖ ਨਹੀਂ ਹੈ, ਉਹਦੇ ਬਾਰੇ ਉਹਦਾ ਵਰਣਨ ਦੱਸ ਰਹੀ ਹੈ ਭਾਈ। ਉਹਦੇ ਬਾਰੇ ਗਿਆਨ ਦਿੰਦੀ ਹੈ ਬਾਣੀ, ਉਹਦੇ ਤੇ ਵਿਸ਼ਵਾਸ ਦਿਵਾਉਂਦੀ ਹੈ ਆਪਾਂ ਨੂੰ। ਆਇਆ ਵਰਨ। ਠੀਕ ਹੈ ਬਿਲਕੁਲ ਠੀਕ ਹੈ। ਹਾਂਜੀ, ਦੇਖੋ ਪਹਿਲੀ ਤੁਕ ਚ ਕਹਿੰਦੇ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਹਾਂ, ਜਿਹੜੇ ਦਿਖਾ ਰਹੀ ਹੈ ਬਾਣੀ ਆਪਾਂ ਨੂੰ, ਉਹਦੇ ਵਰਣਨ ਕਰਕੇ ਦਿਖਾ ਰਹੀ ਹੈ ਮਾਲਕ ਨੂੰ, ਅੰਦਰ ਦਿਖਾ ਰਹੀ ਹੈ ਮਾਲਕ ਨੂੰ। ਹਾਂਜੀ ਵੀਰ ਜੀ, ਬਿਲਕੁਲ ਠੀਕ।
ਹੁਣ ਸਾਧ ਸੰਗਤ ਜੀ ਇੱਥੇ ਬੜੀ ਕਲੀਅਰ ਗੱਲ ਕਰ ਰਹੇ ਹੋ। ਉਹ ਕਹਿੰਦੇ ਜਿਹੜੀ ਚੀਜ਼ ਦਿਖਦੀ ਨਹੀਂ ਆ, ਹਾਂ ਜਿਹੜੀ ਦਿਖਦੀ ਆ, ਦੋ ਚੀਜ਼ਾਂ ਹੈਗੀਆਂ। ਹਾਂਜੀ, ਉਹ ਕਹਿੰਦੇ ਨੇ ਇੱਕ ਚੀਜ਼ ਦਿਖਦੀ ਆ, ਇੱਕ ਚੀਜ਼ ਨਹੀਂ ਦਿਖਦੀ। ਹੁਣ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ, ਆਪਣੇ ਕੋਲ ਜਿਹੜੇ ਰਿਸੋਰਸ ਨੇ ਉਹ ਇੰਦਰੇ ਆ, ਗਿਆਨ ਇੰਦਰੇ, ਕਰਮ ਇੰਦਰੇ, ਹਨਾ। ਅੱਖਾਂ ਦਾ ਕੰਮ ਵੇਖਣਾ, ਠੀਕ ਹੈ, ਕੰਨਾਂ ਦਾ ਕੰਮ ਸੁਣਨਾ, ਹੱਥਾਂ ਦਾ ਕੰਮ ਸਪਰਸ਼ ਕਰਨਾ, ਮੂੰਹ ਦਾ ਕੰਮ ਖਾ ਕੇ ਦੱਸਣਾ, ਨਾਸਾਂ ਦਾ ਰੰਗ ਕਰਮ ਹੈਗਾ ਵਾ ਇਹ ਛੂਹ ਕੇ। ਮਤਲਬ ਆਪਣੀਆਂ ਇੰਦਰੀਆਂ ਜਿਹੜੀਆਂ ਨਾ ਉਹ ਜੜ ਦੇ ਲਈ ਡਿਵੈਲਪ ਕੀਤੀਆਂ ਗਈਆਂ, ਕੁਦਰਤ ਨੇ ਜੋ ਬਣਾਈਆਂ। ਇਹ ਜਿਹੜੀਆਂ ਜੜ ਆ ਸਾਰੀਆਂ, ਇਸ ਕਰਕੇ ਜੜ ਦਾ ਗਿਆਨ ਇਹ ਲੈ ਸਕਦੀਆਂ ਨੇ। ਹੁਣ ਅੱਖਾਂ ਜਿਹੜੀਆਂ ਉਹ ਸੂੰਘ ਨਹੀਂ ਸਕਦੀਆਂ, ਨੱਕ ਜਿਹੜੇ ਉਹ ਦੇਖ ਨਹੀਂ ਸਕਦੇ, ਕੰਨ ਜਿਹੜੇ ਵੇਖ ਨਹੀਂ ਸਕਦੇ, ਕੰਨ ਖਾ ਨਹੀਂ ਸਕਦੇ। ਸੋ ਹਰ ਇੱਕ ਇੰਦਰੀ ਦਾ ਇੱਕ ਆਪਣਾ ਵਿਸ਼ਾ ਹੈਗਾ। ਉਸ ਵਿਸ਼ੇ ਦੇ ਬਾਰੇ ਆਪਾਂ ਨੂੰ ਗਿਆਨ ਕਰਾ ਸਕਦੀ ਹੈ। ਪਰਮਾਤਮਾ ਰੂਪ ਨਹੀਂ ਹੈਗਾ, ਉਹਦਾ ਰੰਗ ਨਹੀਂ ਹੈਗਾ, ਉਹਦੀ ਰੇਖ ਨਹੀਂ ਹੈਗੀ, ਕਿਉਂਕਿ ਉਹ ਨਿਰਾਕਾਰ ਹੈ। ਉਹ ਆਕਾਰ ਨੂੰ ਗ੍ਰਹਿਣ ਨਹੀਂ ਕਰਦਾ ਹੈ, ਬੇਸ਼ੱਕ ਉਹ ਚੋਂ ਹੀ ਆਇਆ ਹੈ। ਦੇਖੋ, ਇੱਕ ਚੀਜ਼ ਮੇਰੇ ਚੋਂ ਆਈ, ਇੱਕ ਚੀਜ਼ ਮੈਂ ਖੁਦ, ਫਰਕ ਹੋ ਗਿਆ ਨਾ। ਇਹੋ ਚੀਜ਼ ਹੈ। ਪਰਮਾਤਮਾ ਚੋਂ ਆਈ ਹੈ ਪ੍ਰਕਿਰਤੀ, ਪਰ ਪ੍ਰਕਿਰਤੀ ਜਿਹੜੀ ਹੈ ਇਹ ਸੈਕੰਡ ਆ। ਫਸਟ ਜਿਹੜਾ ਪੁਰਸ਼ ਹੈ, ਦੋ ਚੀਜ਼ਾਂ ਤੋਂ ਤਾਂ ਸਾਰਾ ਸ੍ਰਿਸ਼ਟੀ ਚੱਲ ਰਹੀ ਆ, ਇੱਕ ਮਾਇਆ ਹੈ, ਇੱਕ ਪੁਰਸ਼ ਹੈ। ਜਿਹੜੀ ਮਾਇਆ ਦਾ ਮਤਲਬ ਪਤਾ ਕੀ ਹੈ? ਹੈ ਜਿਹੜਾ ਕੁਝ ਵੀ ਤੁਹਾਨੂੰ ਦਿਖਦਾ ਹੈ, ਭਾਵੇਂ ਮੈਂ ਵਾਂ, ਭਾਵੇਂ ਨਿੱਜਰ ਸਾਹਿਬ ਹੈ, ਇਹ ਸਭ ਮਾਇਆ ਹੈ। ਇਹ ਸਭ ਮਾਇਆ, ਜੋ ਵੀ ਤੁਹਾਨੂੰ ਦਿਖਦਾ ਪਿਆ, ਇਹ ਸਭ ਮਾਇਆ ਹੈਗੀ। ਸਾਡੇ ਅੰਦਰ ਜਿਹੜੀ ਚੇਤਨਾ ਹੈ, ਜਿਹੜੀ ਸਾਡਾ ਆਤਮਾ ਤੱਤ ਹੈ, ਜਿਹੜਾ ਮੈਂ ਬੋਲਦਾ ਪਿਆ ਨਾ, ਇਹ ਆਤਮਾ ਦੇ ਰਾਹੀਂ ਬੋਲਦਾ ਹਾਂ। ਜਿੱਦਾਂ ਬੱਤੀ ਦੇ ਨਾਲ ਪੱਖਾ ਚੱਲਦਾ ਹੈ, ਫਰਿੱਜ ਚੱਲਦੀ ਹੈ, ਟੀਵੀ ਚੱਲਦਾ ਹੈ, ਪਰ ਮੂਲ ਸਰੋਤ ਬੱਤੀ ਆ। ਜੋ ਵੀ ਇਲੈਕਟ੍ਰਿਕ ਚੀਜ਼ ਚੱਲਦੀ ਆ, ਉਹਦਾ ਸਰੋਤ ਬੱਤੀ ਹੈ। ਇਸੇ ਤਰ੍ਹਾਂ ਆਪਾਂ ਜੋ ਵੀ ਸੁਣਦੇ, ਬੋਲਦੇ, ਕਰਦੇ ਆ, ਇਹਦਾ ਸਰੋਤ ਜਿਹੜਾ ਹੈਗਾ ਹੈ ਉਹ ਕੀ ਹੈ? ਉਹ ਆਤਮਾ ਹੈ। ਇਸ ਕਰਕੇ ਆਤਮਾ ਤੋਂ ਆਪਣਾ ਕੁਝ ਵੀ ਕਰਮ ਜਿਹੜਾ ਛੁਪਿਆ ਨਹੀਂ। ਹੁਣ ਸਾਡੀ ਇੱਕ ਬੜੀ ਵੱਡੀ ਪ੍ਰੋਬਲਮ ਆ, ਇੰਨੇ ਬ੍ਰਹਮ ਗਿਆਨੀ ਆ ਗਏ ਆ, ਇੰਨਾ ਵੱਡਾ ਗਿਆਨ ਹੈ, ਆਪਾਂ ਮੱਥਾ ਟੇਕੇ ਘਰ ਨੂੰ ਆ ਜਾਂਦੇ ਆ। ਬਿਲਕੁਲ, ਬਹੁਤ ਈਜ਼ੀ ਹੈ। ਹੁਣ ਦੇਖੋ, ਆਪਾਂ ਜਾਂਦੇ ਹਾਂ, ਮੱਥਾ ਟੇਕਿਆ, ਘਰ ਨੂੰ ਆ ਗਏ, ਮੁੱਖ ਵਾਗ ਲੈਣ ਦਾ, ਮੁੱਖ ਵਾਗ ਕੀ ਕਹਿ ਕੇ ਗਿਆ, ਕੋਈ ਧਿਆਨ ਕਿਹੜਾ ਦਿੰਦਾ? ਉਹ ਬਸ ਬੋਲਣ ਤੇ। ਹੁਣ ਬਾਬੇ ਸ਼ਹੀਦੀ ਜਾਓ, ਤੁਸੀਂ ਦਰਬਾਰ ਸਾਹਿਬ ਜਾਓ, ਇੱਕ ਤਾਂ ਬਾਬਾ ਬੋਲਣ ਦੇ ਆ, ਉਧਰ ਕੀਰਤਨੀਏ ਬੋਲਣ ਦੇ ਨੇ, ਉਧਰ ਮੇਰੇ ਵਰਗੇ 40-50 ਹੋਰ ਬੈਠੇ, ਸਾਰਿਆਂ ਨੇ ਗੁਟਕਾ ਸਾਹਿਬ ਫੜੇ ਨੇ। ਸਾਰੀ ਅਸਲ ਚ ਤੇ ਬਾਣੀ ਜਿਹੜੀ ਸਮਝਣ ਦਾ ਵਿਸ਼ਾ। ਪਰਮਾਤਮਾ ਨਹੀਂ ਚਾਹੁੰਦਾ ਕਿ ਤੁਹਾਡੇ ਪਾਠ ਤੁਸੀਂ ਪੜ੍ਹ ਕੇ ਸੁਣਾ ਦਿਓ। ਇਹ ਜਸਟ ਇਹ ਕਈ ਲੋਕਾਂ ਨੇ ਬਣਾ ਦਿੱਤੀਆਂ ਮਨ ਦੇ ਅੰਦਰ ਧਾਰਨਾਵਾਂ ਕਿ ਤੁਸੀਂ ਅੱਜ ਇੰਨੇ ਪਾਠ ਕਰ ਲਓ। ਇਹ ਬਾਣੀ ਵੇਖੋ, ਆਪ ਬਾਣੀ ਨੂੰ ਵਿਚਾਰੋ ਪਲੀਜ਼। ਬਾਣੀ ਰਿਪੀਟ ਵਾਸਤੇ ਨਹੀਂ ਕਹਿੰਦੀ, ਉਹ ਕਹਿੰਦੇ ਵਿਚਾਰ ਕਰੋ, ਉਹਨੂੰ ਫੜੋ। ਬਾਣੀ ਕਹਿਣਾ ਕੀ ਚਾਹੁੰਦੀ ਹੈ? ਹੁਣ ਇੱਥੇ ਇਹ ਚੀਜ਼ ਨੂੰ ਆਪ ਸਮਝੋ, ਇਹ ਨਾ ਕਿਉਂ ਕਿ ਮੈਂ ਬਰਖਲਾਫ ਹੈ। ਪੜ੍ਹੋ ਬਾਣੀ, ਕੋਈ ਪ੍ਰੋਬਲਮ ਨਹੀਂ, ਆਪ ਪੜ੍ਹੋ, ਜਿੰਨੀ ਮਰਜ਼ੀ ਪੜ੍ਹ ਸਕਦੇ ਜੋ। ਪੜ੍ਹਨ ਦੇ ਨਾਲ ਉਸ ਨੂੰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇੱਕ ਜਹਾਜ਼ ਤੇ ਇੱਕ ਘੋੜਾ ਬੈਠਾ, ਨਾਲ ਆਪਣਾ ਕੋਈ ਪੰਜਾਬੀ ਹੋਊਗਾ, ਉਹ ਸੀਟ ਤੇ ਬੈਠਾ। ਉਹਨੇ ਵਿਚਾਰੇ ਨੇ ਛੋਟਾ ਜਿਹਾ ਗੁੜਕਾ ਹੋਣਾ, ਹੁਣ ਪਤਾ ਨਹੀਂ ਕਿਹੜਾ ਗੁੜਕਾ ਸਾਹਿਬ ਹੈ, ਖੋਲੇ ਤੇ 5 ਮਿੰਟ ਚ ਪੜ੍ਹ ਲਏ ਨਿੱਜਰ ਸਾਹਿਬ। ਉਹ ਫੇਰ ਖੋਲੇ ਤੇ ਫੇਰ ਪੜ੍ਹ ਲਈ। ਬਹੁਤ ਲੰਮਾ ਸਫ਼ਰ ਸੀ। ਉਹ ਕਹਿੰਦਾ, ਮਿਸਟਰ ਸਿੰਘ, ਕਿ ਤੂੰ ਇੱਕ ਵਾਰੀ ਤੈਨੂੰ ਪੜ੍ਹਿਆ ਸਮਝ ਨਹੀਂ ਆਇਆ ਵਿੱਚ ਕੀ ਲਿਖਿਆ? ਤੂੰ ਇਹਨੂੰ ਮੈਂ ਵੇਖਣ ਵਾਹਵਾ ਟਾਈਮ ਤੋਂ ਬਾਰ-ਬਾਰ ਉਹਨੂੰ ਪੜ੍ਹੀ ਜਾ ਰਿਹਾ। ਮਤਲਬ ਕਹਿਣ ਤੋਂ ਭਾਵ ਹੈ ਕਿ ਗੋੜਾ ਇਹ ਕਹਿੰਦਾ ਕਿ ਮਤਲਬ ਜੇ ਤੂੰ ਇਹਨੂੰ ਤਸੱਲੀ ਨਾਲ ਸਮਝ ਲੈ, ਤੈਨੂੰ ਬਾਰ-ਬਾਰ ਪੜ੍ਹਨ ਦੀ ਲੋੜ ਨਹੀਂ ਆ। ਅਸਲ ਚ ਬਾਣੀ ਕਹਿ ਕੇ ਕੀ ਗਈ ਹੈ ਤੈਨੂੰ? ਅੰਡਰਸਟੈਂਡਿੰਗ ਬੜੀ ਇੰਪੋਰਟੈਂਟ ਹੈ। ਬਾਣੀ ਵੇਖੋ, ਇਹ ਬਾਣੀ ਰਿਪੀਟ ਕਰਨ ਵਾਸਤੇ ਨਹੀਂ ਹੈ, ਇਹ ਸਮਝਣ ਵਾਸਤੇ ਹੈ। ਆਪ ਜਸਟ ਦੇਖੋ, ਆਪਾਂ ਕਿੰਨਾ ਟਾਈਮ ਲੱਗ ਜਾਂਦਾ ਵਾ, ਇੱਕ ਦੋ ਵਾਕ ਬੜੀ ਮੁਸ਼ਕਲ ਨਾਲ ਹੀ ਕਰ ਪਾਉਂਦੇ ਆ ਕੰਪਲੀਟ। ਉਹ ਵੀ ਸਾਡੀ ਲਿਮਟ ਆ, ਸਾਡੇ ਕੋਲ ਨੇ ਅੱਖਰ ਹੀ ਨਹੀਂ ਹੈਗੇ, ਅਸੀਂ ਕਹਿ ਹੀ ਨਹੀਂ ਪਾ ਰਹੇ।
ਜਿੰਨਾ ਹੀ ਫੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਵੱਡਾ ਹੀ ਜਾਂਦਾ। ਹੁਣ ਉਹ ਆਪਾਂ ਫਿਰ ਕਥਾ ਤੇ ਵਾਪਸ ਆਉਨੇ ਆ, ਠੀਕ ਹੈ। ਹੁਣ ਇਹ ਕਹਿੰਦੇ ਬਿਨ ਦੇਖੇ ਉਪਜੇ ਨਹੀਂ ਆਸਾ, ਕਹਿੰਦੇ ਜਿੰਨਾ ਚਿਰ ਤੈਨੂੰ ਕੋਈ ਦਿਖਾਈ ਨਹੀਂ ਦਿੰਦਾ ਉਹਨਾਂ ਚਿਰ ਤੇਰੇ ਮਨ ਚ ਆਸਾ ਨਹੀਂ ਜਾਗਦੀ, ਵਿਸ਼ਵਾਸ ਨਹੀਂ ਜਾਗਦੀ। ਹਾਂ, ਵਿਸ਼ਵਾਸ ਹੀ ਨਹੀਂ ਹੁੰਦਾ। ਕਿਉਂਕਿ ਬੰਦੇ ਦੀ ਆਦਤ ਹੈਗੀ ਹੈ ਮੰਦਿਰ ਗੁਰਦੁਆਰੇ ਕੋਈ ਰੂਪ ਨੂੰ ਸਵੀਕਾਰ ਕਰਨਾ ਇਹਦੇ ਲਈ ਬਹੁਤ ਈਜੀ ਆ। ਮੂਰਤੀ ਕਹਿ ਲੋ, ਤਸਵੀਰ ਕਹਿ ਲੋ, ਜਾਂ ਕਿਸੇ ਬਾਬੇ ਕੋ ਚੱਲ ਜਾਓ, ਬਹੁਤ ਈਜ਼ੀ ਹੈ ਕਿਉਂਕਿ ਦਿਖਦਾ ਪਿਆ ਨਾ। ਤੇ ਜਦੋਂ ਨਿਰਾਕਾਰ ਦੀ ਗੱਲ ਆਉਂਦੀ ਹੈ ਉਧਰ ਕੋਈ ਮੂੰਹ ਹੀ ਨਹੀਂ ਕਰਦਾ, ਤਾਂਹੀਓ ਭੱਜ ਜਾਂਦੇ ਸਾਰੇ। ਉਹ ਕਹਿੰਦੇ ਜਿੰਨਾ ਚਿਰ ਤੂੰ ਵੇਂਦਾ ਨਹੀਂ ਆ ਉਹਨਾਂ ਚਿਰ ਤੇ ਤੇਰੇ ਅੰਦਰ ਆਸਾ ਨਹੀਂ ਜਾਗਣੀ। ਕਿਉਂ ਨਹੀਂ ਜਾਗਣੀ? ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈਗਾ। ਦਿਖੂਗਾ ਤੈਨੂੰ ਪਰਮਾਤਮਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰਮਾਤਮਾ ਕਿਉਂ ਨਹੀਂ ਦਿਖਦਾ? ਪਰ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ। ਇੱਕੋ ਦਮ ਕਿੱਥੋਂ ਦਿਖ ਜੇ? ਉਹਦੀ ਰਿਕੁਆਇਰਮੈਂਟ ਆ। ਤੁਸੀਂ ਉਹਨਾਂ ਪੰਜਾਂ ਦਰਵਾਜ਼ਿਆਂ ਚੋਂ ਨਿਕਲ ਕੇ ਅਗਲੇ ਬੰਨੇ ਚੱਲ ਜਾਓ ਤੇ ਬ੍ਰਹਮ ਦਿਖ ਪੈਂਦਾ। ਕਿਉਂ ਨਹੀਂ ਦਿਖਦਾ? ਉਹ ਤੇ ਅਵੇਲੇਬਲ ਹੈ, ਉਹ ਤੇ ਹਮੇਸ਼ਾ ਹੀ ਅਵੇਲੇਬਲ ਹੈ। ਉਹਨੇ ਕਦੋਂ ਮਨਾ ਕੀਤਾ? ਜੇ ਬ੍ਰਹਮ ਮਨਾ ਕਰ ਦੂਗਾ ਤੇ ਫਿਰ ਉੱਥੇ ਕੋਈ ਮਾਈ ਦਾ ਲਾਲ ਜਾ ਵੀ ਨਹੀਂ ਸਕਦਾ। ਇਹ ਮਨ ਦਾ ਵਹਿਮ ਹੈ। ਲੋਕੀ ਕਹਿੰਦੇ ਜੀ ਪ੍ਰਮਾਤਮਾ ਇਹ ਨਹੀਂ ਚਾਹੁੰਦਾ ਸਾਡੇ ਕੋਲ ਆਵੇ ਕੋਈ ਭੋਲਿਓ, ਪ੍ਰਮਾਤਮਾ ਨਾ ਚਾਹਵੇ ਤੇ ਤੁਸੀਂ ਚੱਲ ਜਾਓਗੇ। ਨਾ ਰਸਤਾ ਹੀ ਨਾ ਰੱਖਿਆ, ਧਿਆਨ ਸਿਮਰਨ ਵਾਲਾ ਰਸਤਾ ਨਾ ਰੱਖਦਾ ਤੇ ਫਿਰ ਪਹੁੰਚ ਕੇ ਦਿਖਾ ਦਿੰਦੇ। ਇਹ ਪ੍ਰੈਕਟੀਕਲੀ ਇੰਪੋਸੀਬਲ ਹੈ ਕਿ ਪ੍ਰਮਾਤਮਾ ਨੂੰ ਕੀ ਲੋੜ ਪਈ ਇਹ ਰਸਤਾ ਬਲੌਕ ਕਰ ਦੇ। ਉਹ ਤੇ ਖੁਦ ਕਹਿੰਦਾ ਵਾ ਕਿ ਮੇਰੇ ਰਸਤੇ ਦੀ ਲੋੜ ਹੀ ਨਹੀਂ ਆ, ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਤੇ ਬਾਹਰ ਆ ਜਾ। ਮੈਂ ਕਦੋਂ ਮਨਾ ਕਰਨੀ ਆ? ਤੂੰ ਇਹਨਾਂ ਚੋਂ ਬਾਹਰ ਆ ਜਾ, ਰਿਸ਼ੀਆਂ ਵਿਸ਼ਿਆਂ ਭੁੱਖਾਂ ਚੋਂ ਬਾਹਰ ਆ ਜਾ। ਹੁਣ ਕਹਿੰਦੇ ਆ ਬਿਨ ਦੇਖੇ ਉਪਜੇ ਨਹੀਂ ਆਸਾ, ਕਿਉਂਕਿ ਜਿੰਨਾ ਚਿਰ ਅਸੀਂ ਨਹੀਂ ਦੇਖਦੇ ਸਾਡੇ ਮਨ ਚ ਆਸਾ ਹੀ ਨਹੀਂ ਜਾਗਦੀ, ਜਗਿਆਸਾ ਨਹੀਂ ਪੈਦਾ ਹੁੰਦੀ। ਇਸ ਕਰਕੇ ਬ੍ਰਹਮ ਦੇ ਵੱਲ ਬਹੁਤ ਲੋਕ ਘੱਟ ਜਾਂਦੇ ਨੇ। ਇਹ ਵੈਸੇ ਵੀ ਇਹ ਆਰਡੀਨਰੀ ਬੰਦੇ ਵਾਸਤੇ ਕਥਾ ਨਹੀਂ ਹੈਗੀ। ਜਿਵੇਂ ਫਿਰ ਮੈਂ ਕਹਿਦਾ ਕਿਉਂਕਿ ਉਹਨੇ ਸੁਣਨਾ ਤੇ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਣੀ ਹੈ। ਉਹਨੇ ਕਹਿਣਾ ਇਹ ਕਿਹੜੀ ਇਹ ਨਾਸਤਿਕਾਂ ਵਾਲੀ ਗੱਲ ਕਰਦੇ ਮੈਂ ਹੀ, ਏਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਤੁਸੀਂ ਕਹੋਗੇ ਨਾ ਲੋਕਾਂ ਨੂੰ ਕਿਸੇ ਚੰਗੇ ਭਲੇ ਨੂੰ ਫੜ ਕੇ ਵੇਖ ਲਿਓ, ਉਹਨੂੰ ਕਹੋ ਕਿ ਏਦਾਂ ਦੀ ਕਥਾ ਕਰਦੇ ਆ, ਆਪਾਂ ਵਿਚਾਰ ਕਰਦੇ ਆ। ਉਹਨੇ ਕਹਿਣਾ ਬਈ ਇੱਥੇ ਯੋਗ ਮਤ ਹੈਗਾ, ਇਹਦੇ ਚ ਕੋਈ ਏਦਾਂ ਦੀ ਕੋਈ ਗੱਲ ਨਹੀਂ ਲਿਖੀ, ਸਾਡਾ ਕੋਈ ਹੋਰ ਵਿਧਾਨ ਹੈਗਾ, ਅਸੀਂ ਉਹਨੂੰ ਫੋਲੋ ਕਰਦੇ ਹਾਂ ਪ੍ਰੋਟੋਕੋਲ। ਫਿਰ ਤੁਸੀਂ ਕਹੋਗੇ ਕਿ ਬਈ ਤੇਰੇ ਜੀਵਨ ਚ ਪ੍ਰਾਪਤੀ ਕੀ ਹੈ? ਕਹਿੰਦੇ ਪ੍ਰਾਪਤੀ ਤੇ ਕੁਛ ਨਹੀਂ ਲਿਖਿਆ ਵਾ ਕਿ ਜਿਹੜਾ ਏਦਾਂ ਕਰੂਗਾ ਉਹ ਮੁਕਤ ਹੈ। ਉਹ ਪ੍ਰੈਕਟੀਕਲ ਦੀ ਗੱਲ ਕੋਈ ਸਾਡੇ ਨਾਲ ਕਰੋ ਨਾ। ਸਾਡੇ ਜੀਵਨ ਚ ਉਚਾਈ ਆਈ ਨਹੀਂ ਆਈ ਉਹ ਛੱਡ ਦੋ, ਪਰ ਸਾਨੂੰ ਏਦਾਂ ਕਿਹਾ ਗਿਆ ਵਾ ਕਿ ਜਿਹੜਾ ਬੰਦਾ ਆ ਕੁਝ ਕਰਦਾ ਹੈ ਉਹ ਬੰਦਾ ਸਿੱਧਾ ਮੁਕਤ ਹੈ। ਅੱਛਾ, ਇੱਥੇ ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਕਹਿੰਦੇ ਪਰ ਜਿਹੜਾ ਦਿਸਦਾ ਹੈ ਉਹ ਸਾਰਾ ਦਾ ਸਾਰਾ ਨਾਸ਼ਵਾਨ ਹੈਗਾ, ਉਹ ਸੱਚ ਹੈ ਹੀ ਨਹੀਂ। ਉਹਦੇ ਪਿੱਛੇ ਵੀ ਉਹੀ ਮਾਲਕ ਪਰਮਾਤਮਾ ਹੈਗਾ ਜਿਹਦੇ ਵੱਲ ਨੂੰ ਗਤੀ ਕਰਨੀ ਆ ਆਪਾਂ ਨੇ। ਇਸ ਤੋਂ ਅੱਗੇ ਫਿਰ ਬਰਨ ਸਹਿਜ ਜੋ ਜਾਪੇ ਨਾਮ, ਸੋ ਜੋਗੀ ਕੇਵਲ ਨੇਕ ਕਾਮ। ਆਇਆ ਭਾਈ, ਇਹਨੂੰ ਦਰਸ਼ਨ ਹੋਣੇ ਆ, ਇਹਨੇ ਦੇਖ ਲੈਣਾ ਹੈ ਭਾਈ, ਜਿਹੜਾ ਕਿ ਪਰਮਾਤਮਾ ਨੂੰ ਉਹਦੇ ਗੁਣਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਵਰਨ ਗੁਣਾਂ ਦੇ ਨਾਲ ਜਿਹੜਾ ਹੈਗਾ ਪਰਮਾਤਮਾ ਦੇ ਗੁਣ ਲੈਂਦਾ ਹੈ, ਔਰ ਪਰਮਾਤਮਾ ਨੂੰ ਜਿਹੜਾ ਨਹੀਂ ਦਿਸਦਾ ਹੈ ਉਹਦਾ ਧਿਆਨ ਕਰਦਾ ਹੈ ਭਾਈ। ਉਸ ਮਾਲਕ ਦਾ ਵਿਚਾਰ ਬੰਦ ਕਰਦਾ ਹੈ, ਮਾਇਆ ਵੱਲੋਂ ਧਿਆਨ ਹਟਾਉਂਦਾ ਹੈ। ਉਹ ਜੋਗੀ ਨਿਹਕਾਮ ਹੋ ਜਾਂਦਾ ਹੈ, ਉਹ ਜਿਹੜਾ ਹੈਗਾ ਆਪਣੇ ਵਿਚਾਰਾਂ ਤੇ ਕਾਬੂ ਪਾ ਲੈਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਵਾਪਸ ਜਾਣਾ ਪੈਣਾ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਕਹਿੰਦੇ ਕਿ ਜਿਹੜਾ ਜਿੰਨਾ ਚਿਰ ਤੂੰ ਦਿਖਦਾ ਨਹੀਂ ਉਹਨਾਂ ਚਿਰ ਵਿਸ਼ਵਾਸ ਨਹੀਂ ਆਉਂਦਾ। ਜਿਹੜਾ ਦਿਖਦਾ ਪਿਆ ਵਾ ਉਹ ਵਿਨਾਸ਼ ਹੋ ਜਾਣਾ। ਉਹਦੇ ਬਾਰੇ ਕੁਛ ਕਰਨ ਦੇ ਨਾਲ ਫਾਇਦਾ ਨਹੀਂ ਹੈਗਾ, ਕਿਉਂਕਿ ਇਹ ਤੇ ਪਰਿਵਰਤਨਸ਼ੀਲ ਚੀਜ਼ ਹੈਗੀ ਹੈ। ਇਹਨੇ ਅੱਜ ਨਹੀਂ ਤੇ ਕੱਲ ਨੂੰ ਨੇ ਆਪਣੇ ਰੂਪ ਦਾ ਪਰਿਵਰਤਨ ਕਰ ਲੈਣਾ, ਉਹਨੇ ਵਿੰਸ ਜਾਣਾ। ਕਿਉਂਕਿ ਜਿਹੜਾ ਕਹਿੰਦੇ ਪ੍ਰਪੰਚ ਕੀ ਹੈਗਾ, ਕਹਿੰਦਾ ਜੋ ਵੀ ਕੋਈ ਦੇਖਦਾ ਸਭ ਮਾਇਆ ਹੈ, ਕੋਈ ਸੱਚ ਨਹੀਂ। ਪ੍ਰਪੰਚ ਤੁਸੀਂ ਕੈਟਾਗਰੀਜ਼ ਕਰੋਗੇ ਨਾ, ਕਹਿੰਦੇ ਜੋ ਵੀ ਕੁਝ ਦਿਖਦਾ ਪਿਆ ਇਹ ਸਭ ਪ੍ਰਪੰਚ ਹੈ, ਮਾਇਆ। ਹੁਣ ਕਹਿੰਦੇ ਜਦ ਤੱਕ ਤੂੰ ਵੇਂਦਾ ਨਹੀਂ ਉਹਨਾਂ ਚਿਰ ਤੇਰੇ ਅੰਦਰ ਆਸਾ ਨਹੀਂ ਵੱਜਦੀ। ਪਰ ਜਿਹਨੂੰ ਦੇਖ ਕੇ ਤੂੰ ਪ੍ਰਭਾਵਿਤ ਹੋ ਰਿਹਾ ਇਹ ਬਿਨਸ ਜਾਏਗਾ। ਦੋਨੇ ਗੱਲਾਂ ਕਲੀਅਰ ਹੋ ਰਹੀਆਂ ਨੇ। ਕਹਿੰਦੇ ਫਿਰ ਅਗਲੇ ਬੰਨੇ ਫਿਰ ਸਮਝਾ ਰਹੇ ਨੇ, ਵਰਨ ਸਹਿਤ ਜੋ ਜਾਪੇ ਨਾਮ,
ਵਰਨ ਦਾ ਮਤਲਬ ਗਿਆਨ। ਗਿਆਨ ਤੋਂ ਬਿਨਾਂ ਜਿਹੜਾ ਬੰਦਾ ਨਾਮ ਜਪਦਾ ਜੀ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਉਹਨੂੰ ਉਹ ਤੇ ਬਸ ਕਿਸੇ ਨੇ ਤੁਹਾਨੂੰ ਕੁਝ ਫੜਾਤਾ, ਤੁਸੀਂ ਫੜ ਲਿਆ ਬਸ। ਔਰ ਇਹ ਹਾਲੇ ਇਹ ਗਿਆਨ ਵੀ ਜਿਹੜਾ ਹੈਗਾ ਇਹ ਗੁਰੂਆਂ ਦਾ ਗਿਆਨ ਹੈ, ਬ੍ਰਹਮ ਗਿਆਨੀਆਂ ਦਾ ਗਿਆਨ ਹੈ। ਆਪਣਾ ਗਿਆਨ ਹਾਲੇ ਪੈਦਾ ਹੋਣਾ ਹੈ, ਪਰ ਆ ਵੀ ਗਿਆਨ ਲੈਣਾ ਜ਼ਰੂਰੀ ਹੈ। ਹਾਂਜੀ ਵੀਰ ਜੀ। ਹਾਂ, ਇਹਦੇ ਵਿੱਚ ਦੋ ਵਿਦਿਆ ਨੇ, ਇੱਕ ਪਰਾ ਵਿਦਿਆ ਤੇ ਇੱਕ ਅਪਰਾ ਵਿਦਿਆ। ਇਹ ਜਿੰਨੀ ਬਾਣੀ ਉਚਾਰਨ ਕੀਤੀ ਗਈ, ਜਿੰਨੇ ਬ੍ਰਹਮ ਗਿਆਨੀਆਂ ਨੇ ਸਮਝਾਇਆ ਹੈ, ਇਹ ਸਭ ਅਪਰਾ ਵਿਦਿਆ ਹੈ। ਪਰਾ ਵਿਦਿਆ ਤੁਹਾਨੂੰ ਉਦੋਂ ਮਿਲਣੀ ਹੈ ਜਦੋਂ ਤੁਹਾਡਾ ਆਤਮਾ ਤੱਤ ਚ ਪ੍ਰਵੇਸ਼ ਹੋ ਗਿਆ। ਜਿਵੇਂ ਜਿਵੇਂ ਤੁਸੀਂ ਗਹਿਰਾ ਚ ਉਤਰ ਗਏ ਨਾ, ਇਹਨੂੰ ਆਤਮਾ ਦਾ ਗਿਆਨ ਕਹਿੰਦੇ ਆਪਾਂ, ਸੈਲਫ ਰਿਅਲਾਈਜੇਸ਼ਨ ਅੰਗਰੇਜ਼ੀ ਚ ਕਹਿ ਦਿੰਦੇ ਆ। ਜਿਹਨੂੰ ਆਪਣੇ ਆਪ ਦਾ ਗਿਆਨ ਹੋ ਗਿਆ, ਜਿਸ ਨੇ ਆਪਣੇ ਆਪ ਦਾ ਸਰੂਪ ਦੇਖ ਲਿਆ। ਵਿਚਾਰ ਮੰਡਲ ਚ ਜਾ ਕੇ, ਇਹ ਨਹੀਂ ਕਿ ਤੁਸੀਂ ਵਿਚਾਰ ਮੰਡਲ ਚ ਚੱਲ ਗਏ ਜੇ ਤੇ ਨਿਰਵਿਚਾਰ ਹੋ ਗਏ, ਜੇ ਤੁਸੀਂ ਮੁਕਤ ਹੋ ਗਏ। ਜੋ ਨਿਰਵਿਚਾਰ ਨੂੰ ਤੁਸੀਂ ਅਜੇ ਅਨੁਭਵ ਕੀਤਾ ਹੈ, ਉੱਥੇ ਤੁਹਾਡਾ ਅਜੇ ਪੋਜੀਸ਼ਨ ਨਹੀਂ ਬਣੀ। ਉਹਨੂੰ ਸਹਿ ਸਮਾਧੀ ਕਹਿੰਦੇ ਆਪਾਂ। ਸਹਿ ਸਮਾਧੀ ਦੇ ਵਿੱਚ ਜਦੋਂ ਬੰਦਾ ਚਲਾ ਜਾਂਦਾ ਹੈ, ਫਿਰ ਅਗਲਾ ਤੇ ਪਿਛਲਾ ਦੋਨੋਂ ਨਸ਼ਟ ਹੋ ਜਾਂਦੇ। ਉਹ ਆਖਰੀ ਅਵਸਥਾ ਹੈ। ਕਹਿੰਦੇ ਬਿਨ ਵਰਨ ਸਹਿਤ ਜੋ ਜਾਪੇ ਨਾਮ, ਸੋ ਜੋਗੀ ਕੇਵਲ ਨੇਕਾਮ। ਮਤਲਬ ਉਹ ਜੋਗੀ ਹੈ ਭਾਈ, ਉਹ ਪਰਮਾਤਮਾ ਦੇ ਨਾਲ ਉਹੀ ਜੁੜਿਆ ਹੋਇਆ ਆ ਔਰ ਨੇਕਾਮ ਹੋ ਗਿਆ। ਉਹੀ ਨੇਕਾਮ ਹੈ, ਵਿਚਾਰ ਸ਼ੂਨਯ। ਉਹਨੇ ਵਿਚਾਰ ਮੰਡਲ ਕ੍ਰਾਸ ਕੀਤਾ ਹੈ, ਜਿਹੜਾ ਪ੍ਰੈਕਟੀਕਲ ਕਰਦਾ ਹੈ। ਵਰਨ ਸਹਿਤ ਜੋ ਜਾਪੇ ਨਾਮ, ਜਿਹੜਾ ਮਾਲਕ ਨਹੀਂ ਦਿਸ ਰਿਹਾ ਉਹਨੂੰ, ਉਹਦਾ ਧਿਆਨ ਕਰਦਾ ਹੈ, ਬਸ ਉਹ ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ ਭਾਈ। ਹਾਂਜੀ ਵੀਰ, ਬਿਲਕੁਲ ਠੀਕ ਹੈ ਜੀ। ਸਾਰਾ ਕੁਝ ਹੈਗਾ ਇਹ ਸੰਸਾਰ, ਇਹ ਵਿਚਾਰ ਮੰਡਲ ਚ ਹੈਗਾ। ਇਹ ਜਿਹੜਾ ਵਿਚਾਰ ਮੰਡਲ ਤੋਂ ਅੱਗੇ ਲੰਘ ਜਾਂਦਾ ਹੈ, ਉਹੀ ਅਸਲੀ ਜੋਗੀ ਹੈ। ਉਹੀ ਉਹ ਭਗਤ ਕਹਿ ਲਓ, ਉਹੀ ਕਹਿ ਲਓ, ਕੋਈ ਵੀ ਧਾਰਮਿਕ ਮਨੁੱਖ ਹੈ ਜਿਹਦੇ ਪੱਲੇ ਆ ਕੁਛ। ਬਾਕੀ ਸਾਰੇ ਜਿਹੜੇ ਨੇ ਉਹ ਸਾਰੇ ਉਹ ਅਪਰਾ ਵਿਦਿਆ ਚ ਬੈਠੇ ਨੇ, ਉਹਦੇ ਬਾਰੇ ਵਿਚਾਰ ਕਰੀ ਜਾਂਦੇ ਨੇ, ਉਹਦੇ ਬਾਰੇ ਸਲਾਹਾਂ ਕਰੀ ਜਾਂਦੇ ਨੇ, ਉਹਦੇ ਬਾਰੇ ਹੀ ਦੂਜਿਆਂ ਨੂੰ ਪ੍ਰਚਾਰ ਕਰੀ ਜਾਂਦੇ ਨੇ, ਪਰ ਪਰਾ ਵਿਦਿਆ ਦਾ ਅਨੁਭਵ ਨਹੀਂ ਹੈ। ਕੇਵਲ ਆ ਦੇਖੋ, ਸੋ ਜੋਗੀ ਕੇਵਲ ਨਿਹਕਾਮ, ਕੇਵਲ ਉਹ ਜੋਗੀ ਆ। ਕੇਵਲ ਉਹਨਾਂ ਨੇ ਵੇਖੋ, ਇੱਕ ਇਹ ਨਹੀਂ ਆ ਕਿ ਕੋਈ ਵੀ, ਕੇਵਲ ਉਹ ਬੰਦਾ। ਬਿਲਕੁਲ ਹਾਂ, ਉਹ ਬੰਦੇ ਦੇ ਪੱਲੇ ਕੁਛ ਹੈਗਾ ਜੀ, ਜਿਹੜਾ ਬੰਦਾ ਇੱਥੇ ਪਹੁੰਚਿਆ। ਠੀਕ ਹੈ ਜੀ, ਬਿਲਕੁਲ। ਪਰਚੇ ਰਾਮ ਰਵੇ ਜੋ ਆਤੁਕ ਬੋਲਣ ਜੋ, ਪਰਚੇ ਰਾਮ ਰਵੇ ਜੋ ਕੋਈ। ਕਹਿੰਦੇ ਮਨ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਤੂੰ ਪ੍ਰੈਕਟੀਕਲ ਕਰਦਾ ਹੈ। ਪਰਚੇ ਰਾਮ ਤੇ ਤੇਰਾ ਮਨ ਲੱਗੇਗਾ, ਪਰਚ ਜਾਏਗਾ। ਰਵੇ ਜੋ ਕੋਈ ਪ੍ਰੈਕਟੀਕਲ ਕਰਦਾ ਨਹੀਂ। ਗੱਲਾਂ ਬਾਤਾਂ ਦੇ ਨਾਲ ਸਾਰੇ ਜਿਹੜੇ ਹੈਗੇ ਪ੍ਰਧਾਨ ਬਣ ਜਾਂਦੇ ਆ, ਬਸ ਉੱਥੇ ਹੀ ਜਿਹੜਾ ਹੈਗਾ ਗੱਲਾਂ ਬਾਤਾਂ ਦੇ ਨਾਲ ਉਹਨਾਂ ਨੇ ਸ਼ੁਰੂ ਕਰ ਦੇਣਾ, ਉਹਦੀ ਨੁਕਤਾਚੀਨੀ ਕਰਨੀ। ਕੋਈ ਵੀ ਰੱਬ ਦਾ ਤਾਂ ਹੈ ਹੀ ਨਹੀਂ, ਕੋਈ ਵੀ ਪ੍ਰੈਕਟੀਕਲ ਤਾਂ ਕੋਈ ਕਰਦਾ ਨਹੀਂ ਹੈ। ਪਰਚਾ ਰਾਮ, ਕਹਿੰਦੇ ਪਰਚ ਜਾਏਗਾ ਰਾਮ ਦੇ ਨਾਲ। ਤੂੰ ਰੱਬ ਤਾਂ ਸਹੀ ਨਾ, ਕਰ ਤਾਂ ਸਹੀ ਨਾ। ਪਰਚਾ ਰਾਮ ਰਵੇ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਤੂੰ ਪਰਸਦਾ ਹੀ ਨਹੀਂ ਹੈ, ਪਾਰਸ ਨੂੰ ਪਰਸਿਆ ਹੈ ਔਰ ਤੇਰੀ ਦੁਬਿਧਾ ਰਹਿ ਜਾਊਗੀ। ਕਮਾਲ ਦੀ ਗੱਲ ਆ, ਕਮਾਲ ਦੀ ਗੱਲ ਆ। ਓਏ ਸੋਨਾ ਬਣ ਜਾਏਗਾ, ਖਰਾ ਸੋਨਾ ਪਿਆਰਿਆ ਰਹਾਓ। ਹਾਂਜੀ ਵੀਰ ਜੀ। ਕਹਿੰਦੇ ਕਿ ਪਰਚੇ ਰਾਮ ਰਵੇ ਜੋ ਕੋਈ ਪ੍ਰੈਕਟੀਕਲ ਤਾਂ ਕਰੇ ਨਾ। ਖਾਲੀ ਗੱਲਾਂ ਦੇ ਨਾਲ ਗੱਲਾਂ ਹੀ ਕਰੀ ਜਾਂਦੇ ਆ ਬਸ। ਪਰਚੇ ਰਾਮ ਪ੍ਰੈਕਟੀਕਲ ਕੋਈ ਕਰਦਾ ਨਹੀਂ ਹੈ। ਪਰਚੇਗਾ ਕਿਵੇਂ? ਮਨ ਕਿਵੇਂ ਮੰਨੇਗਾ ਭਾਈ? ਮਨ ਕਿਵੇਂ ਪਰਚ ਜਾਏਗਾ? ਕਿਸ ਤਰ੍ਹਾਂ ਜਿਹੜੇ ਵਿਚਾਰ ਬੰਦ ਹੋ ਜਾਣਗੇ? ਕਹਿੰਦੇ ਪਾਰਸ ਨੂੰ ਪਰਸ ਨਹੀਂ ਰਿਹਾ। ਜਿਹੜਾ ਪਾਰਸ ਨੂੰ ਪਰਸੇਗਾ ਤੇ ਉਹ ਸੋਨਾ ਨਹੀਂ ਹੋਏਗਾ। ਪਾਰਸ ਪਰਸ ਹੈ, ਦੁਬਿਧਾ ਨਾ ਹੋਈ। ਉੱਥੇ ਡੁਆਲਿਟੀ ਥੋੜੀ ਨਾ ਰਹਿ ਜਾਏਗੀ ਭਾਈ, ਉਹ ਤਾਂ ਖਰਾ ਹੋ ਜਾਏਗਾ। ਰਹਾਓ। ਹਾਂਜੀ ਵੀਰ ਜੀ। ਹੁਣ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਪਰਮਾਤਮਾ ਨੂੰ ਪਰਚਦਾ ਹੈ, ਹਾਂ, ਭਗਤੀ ਕਰਦਾ ਹੈ ਜਿਹੜਾ, ਉਹ ਪਰਚ ਜਾਂਦਾ ਹੈ। ਉਹਦਾ ਮਨ ਮੰਨ ਜਾਂਦਾ ਹੈ, ਪ੍ਰੈਕਟੀਕਲ ਕਰ ਲੈਂਦਾ ਹੈ। ਉਹਦੇ ਅੰਦਰ ਆਪਣਾ ਗਿਆਨ ਆ ਜਾਂਦਾ ਹੈ, ਅਨੁਭਵ ਕਰ ਲੈਂਦਾ ਹੈ। ਹਾਂਜੀ ਵੀਰ ਜੀ। ਪਰਚੇ ਰਾਮ ਦਾ ਮਤਲਬ ਆਇਆ। ਹਾਂਜੀ। ਪਰਚੇ ਰਾਮ ਰਵੇ ਜੋ ਕੋਈ, ਹਾਂ, ਪਾਰਸ ਪਰਸੇ ਦੁਬਦਾ ਨਾ ਕੋਈ, ਦੁਬਦਾ ਨਾ ਹੋਈ। ਹਾਂਜੀ। ਉਹ ਕਹਿੰਦੇ ਕਿ ਜਿੱਦਾਂ ਇੱਕ ਪਾਰਸ ਨੂੰ ਕੋਈ ਚੀਜ਼ ਪਰਸ ਜਾਂਦੀ ਆ, ਕਹਿਣ ਤੋਂ ਭਾਵ ਸਪਰਸ਼ ਕਰਦੀ। ਠੀਕ ਹੈ। ਠੀਕ ਹੈ। ਹਾਂ ਗਗਨ ਜੀ, ਤੁਹਾਡਾ ਅੱਜ ਮਾਈਕ ਚਾਲੂ ਹੋ ਗਿਆ। ਇੱਕ ਆਪਣਾ ਕੈਮਰਾ ਬੰਦ ਕਰ ਦਿਓ।
ਹੁਣ ਉਹ ਕਹਿੰਦੇ ਨੇ ਕੈਮਰਾ ਵੀ ਬੰਦ ਕਰ ਦਿਓ ਤੁਸੀਂ। ਹੁਣ ਕਹਿੰਦੇ ਪਾਰਸ ਪਰਸੇ ਦੁਬਦਾ ਨੂੰ ਹੋਈ। ਹੁਣ ਕਹਿੰਦੇ ਜੇ ਤੂੰ ਪਾਰਸ ਨੂੰ ਤੂੰ ਟੱਚ ਕਰ ਦੇਂਗਾ ਤੇ ਜਿਹੜਾ ਤੇਰਾ ਪਿੱਤਲ ਉਹਨੇ ਸੋਨਾ ਬਣ ਜਾਣਾ। ਬਿਲਕੁਲ ਉੱਥੇ ਕਨਫਿਊਜ਼ਨ ਨਹੀਂ ਹੈਗੀ। ਹਾਂ ਮਤਲਬ ਏਦਾਂ ਦੀ ਗੱਲਬਾਤ ਕਹਿ ਰਹੇ ਨੇ ਕਿ ਮਤਲਬ ਬੜੀ ਪ੍ਰੈਕਟੀਕਲ ਜੀ ਗੱਲ ਕਰਦੇ ਆ ਕਿ ਕੋਈ ਚੀਜ਼ ਤੂੰ ਟੱਚ ਕੀਤੀ ਉਹ ਪਰਿਵਰਤਨ ਹੋ ਗਈ ਤੇ ਫਿਰ ਦੁਬਦਾ ਕਾਹਦੀ ਰਹਿ ਗਈ। ਹਾਂ ਤਾਂ ਕੋਈ ਇਨਸਾਨ ਜਿਹੜਾ ਨਾ ਗੋਰਖੀ ਸਾਹਿਬ ਪ੍ਰੈਕਟੀਕਲ ਕਰਦਾ ਹੀ ਨਹੀਂ ਹੈ, ਧਿਆਨ ਸਿਮਰਨ ਕਰਦਾ ਹੀ ਨਹੀਂ ਹੈ, ਜਿਹੜਾ ਆਪਣੇ ਆਪ ਨੂੰ ਦੇਖਦਾ ਹੀ ਨਹੀਂ ਹੈ। ਖਾਲੀ ਆਪਾਂ ਜਿਹੜੇ ਹੈਗੇ ਗਿਆਨ ਲੈ ਲਿਆ, ਬਸ ਗੱਲਾਂ ਬਾਤਾਂ ਕਰ ਲਈਆਂ, ਬਸ ਇੰਨੇ ਤੱਕ ਹੀ ਸੀਮਿਤ ਹੈਗੇ ਆ। ਹਾਂਜੀ ਵੀਰ ਜੀ। ਹਾਂ ਤੇ ਫਿਰ ਉਹ ਜੇ ਆਪਾਂ ਉਹ ਆਈ ਸਿਫਾਰਿਸ਼ ਨਹੀਂ ਕੀਤਾ ਤੇ ਗੱਲੀ ਬੱਤੀ ਬਾਣੀ ਤੇ ਕਹਿੰਦੀ ਹੈ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ। ਗੱਲੀ ਤੇ ਸਾਰੇ ਮੇਰੇ ਵਰਗੇ ਤੇ ਬਿੱਟੇ ਚੌਧਰੀ, ਮੈਂ ਵੀ ਕਥਾਵਾਚਕ ਪੜਿਆ ਫਿਰਦਾ, ਲਾਦੇ ਨੇ ਗੱਲ ਤੇ ਬੜੀ ਬਣਦੀ ਹੈ। ਉੱਥੇ ਪ੍ਰੈਕਟੀਕਲ ਕਰਨ ਦਾ ਵਿਸ਼ਾ। ਉਹ ਕਹਿੰਦੇ ਆ ਕਿ ਗੱਲੀ ਅਸੀਂ ਚੰਗੀਆਂ। ਇਸੇ ਲਈ ਕੱਲ ਵੀ ਕਥਾ ਚੱਲੀ ਸੀ, ਸਵੇਰੇ ਤੁਸੀਂ ਉੱਠ ਪੈਂਦੇ ਜੋ ਸ਼ੁਰੂ ਹੋ ਗਿਆ ਕੰਮ, ਸ਼ਾਮ ਤੱਕ ਡਟੇ ਰਹੋ। ਤੁਸੀਂ ਵੇਖ ਲਓ ਕਿੰਨੀ ਕੁ ਵਾਰੀ ਰੱਬ ਨੂੰ ਤੁਸੀਂ ਹੱਥ ਮਿਲਾਇਆ ਤੇ ਕਿੰਨੀ ਕੁ ਵਾਰੀ ਤੁਸੀਂ ਮਾਇਆ ਨੂੰ ਮਿਲਾਇਆ, ਦੂਜੀ ਗੱਲ ਹੀ ਕੋਈ ਨਹੀਂ। ਬਿਲਕੁਲ ਸਹੀ ਹੈ। ਇਹ ਤੇ ਪ੍ਰੈਕਟੀਕਲ ਗੱਲ ਆ। ਤੁਸੀਂ ਹੱਥ ਕਿਹਦਾ ਫੜਦੇ ਪਏ ਜੋ, ਰੱਬ ਦਾ ਜਾਂ ਮਾਇਆ ਦਾ? ਰੱਬ ਦਾ ਤੇ ਕੌਣ ਫੜਦਾ? ਬੜਾ ਔਖਾ। ਬਾਣੀ ਤੇ ਕਹਿੰਦੀ ਆਖਣਾ ਔਖਾ ਸਾਚਾ ਨਾਮ ਬਹੁਤ ਔਖਾ। ਉਹ ਤੇ ਕਹਿੰਦੇ ਨੀ ਈਜ਼ੀ। ਉਹ ਕਹਿੰਦੇ ਆ ਕਬੀਰ ਜੀ ਖੁਦ ਕਹਿੰਦੇ ਆਖੜ ਘਾਟੀ ਰਾਮ ਕੀਤਾ ਚੜ ਰਿਹਾ ਉਹ ਕਬੀਰ। ਬਿਲਕੁਲ ਬੜਾ ਔਖਾ ਕੰਮ ਹੈ। ਮੈਂ ਇਕੱਲਾ ਚੜਦਾ ਪਿਆ, ਲਾਗੇ ਬੰਦੇ ਬੁੱਧੇ ਵੀ ਨਹੀਂ ਹੈਗੇ, ਸਭ ਭੱਜ ਭੁੱਜ ਗਏ। ਔਖਾ ਕੰਮ ਹੈ। ਤੈ ਚੜ ਰਹੇ ਹੋ ਕਬੀਰ। ਉਹਨਾਂ ਕਿਤੇ ਨੀ ਕਲੇਮ ਕੀਤਾ ਕਿ ਮੇਰੇ ਮਗਰ 1500 ਬੰਦਾ ਲੱਗਿਆ। ਕਹਿੰਦੇ ਨਾ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਬੜੀ ਲੂਣੀ ਚਟਨੀ ਹੈ। ਚਲੋ ਲੂਣੀ ਹੈ, ਮਿੱਠੀ ਮੁੱਠੀ ਵੀ ਨਹੀਂ ਹੈਗੀ, ਕੌੜੀ ਵੀ ਨਹੀਂ ਹੈਗੀ, ਬਕ ਬੱਗੀ ਜੀ ਆ, ਖਾਂਦਾ ਹੀ ਨਹੀਂ ਕੋਈ। ਪਰ ਉਹ ਕਹਿੰਦੇ ਜਦ ਤੱਕ ਤੂੰ ਖਾਏਂਗਾ ਨਹੀਂ ਤੈਨੂੰ ਪਤਾ ਨਹੀਂ ਲੱਗਣਾ, ਕਿਉਂਕਿ ਇਹ ਤੇ ਚਟਨੀ ਕੰਮ ਦੀ ਹੈ। ਪਰਚੇਗਾ ਮਤਲਬ ਇਹੋ ਹੀ ਆ ਕਿ ਜਿੱਦਾਂ ਤੂੰ ਪਰਚੇਗਾ ਨਹੀਂ, ਤੂੰ ਉਹਨੂੰ ਜਾਣੇਗਾ ਨਹੀਂ, ਤੂੰ ਉਹਨੂੰ ਅਨੁਭਵ ਨਹੀਂ ਕਰੇਗਾ ਤੇ ਨਿੱਜਰ ਸਾਹਿਬ ਕਿੱਥੋਂ ਗਿਆਨ ਹੋਣਾ। ਇਹ ਜੇਕਰ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਔਰ ਜਦ ਤੱਕ ਅਸੀਂ ਵਿਚਾਰ ਮੰਡਲ ਤੋਂ ਅੱਗੇ ਨਹੀਂ ਜਾ ਪਾ ਰਹੇ ਤੇ ਸਾਨੂੰ ਕਿੱਥੋਂ ਪਤਾ ਲੱਗਣਾ ਕਿ ਉਹ ਪਰਮਾਤਮਾ ਕੀ ਹੈ ਔਰ ਸੱਚੀ ਉਹ ਪਰਮਾਤਮਾ ਦੇ ਕਰੀਬ ਜਾਣ ਦੇ ਨਾਲ ਮੇਰੀ ਜ਼ਿੰਦਗੀ 'ਚ ਕੀ ਹੁੰਦਾ। ਪਰਮਾਤਮਾ ਸੈਕੰਡ ਆਪਸ਼ਨ। ਹਾਂ, ਪਰਮਾਤਮਾ ਨੂੰ ਪਰਚਣਾ ਹੈ ਹੀ ਗੋਰਖੀ ਸਾਹਿਬ। ਪਰਮਾਤਮਾ ਕਿਹੜਾ ਦਿਸਦਾ ਹੈ, ਰੂਪ ਰੰਗ ਰੇ ਕੁਛ ਵੀ ਤਾਂ ਨਹੀਂ ਹੈਗਾ। ਉਹਨੂੰ ਕਿਵੇਂ ਪਰਚੀਏ? ਉਹਨੂੰ ਕਹਿੰਦੇ ਹੈ ਤੂੰ ਰਵ ਉਹਦੇ ਨਾਲ, ਉਹਨੂੰ ਮਾਲਕ ਦੇ ਨੇੜੇ ਜਾ। ਮਾਲਕ ਜਿਹੜਾ ਹੈਗਾ ਧਿਆਨ ਕਰ ਮਾਲਕ ਦਾ, ਬਸ ਇਹੀ ਪਰਚਣਾ ਹੈਗਾ। ਤੂੰ ਧਿਆਨ ਕਰ ਮਾਲਕ ਦਾ, ਬਸ ਆਪਣੇ ਬਾਕੀ ਮਾਇਆ ਦਾ ਧਿਆਨ ਛੱਡ ਦੇ। ਚੱਲ ਧਿਆਨ ਵੀ ਨਹੀਂ ਹੁੰਦਾ, ਤੂੰ ਮਾਇਆ ਦਾ ਧਿਆਨ ਛੱਡ ਦੇ। ਮੈਂ ਨਾ ਨਿੱਜਰ ਸਾਹਿਬ ਕੋਈ ਛੱਡਣ ਦੀ ਲੋੜ ਨਹੀਂ। ਆਪ ਕੇਵਲ ਭਗਤੀ ਕਰੋ ਬਸ। ਮਜ਼ਾ ਕੀ ਆਇਆ ਫਿਰ ਗੇਮ ਦਾ? ਜਦੋਂ ਪਾਰਸ ਦੇ ਲਾਗੇ ਜਾਂਦਾ ਨਾ ਪਿੱਤਲ ਤੇ ਉਹਨੂੰ ਥੋੜੀ ਆਪਣਾ ਰੂਪ ਤਿਆਗਣ ਦੀ ਲੋੜ ਆ। ਉਹ ਪਾਰਸ ਦੇ ਕੰਟੈਕਟ ਚ ਆਉਣ ਚ ਆਟੋਮੈਟਿਕਲੀ ਪਾਰਸ ਨੇ ਉਹਨੂੰ ਸੋਨਾ ਕਰ ਦੇਣਾ, ਉਹਨੂੰ ਕੰਚਨ ਕਰ ਦੇਣਾ। ਇਸੇ ਲਈ ਬਾਣੀ ਚ ਕਿਤੇ ਵੀ ਵੇਖੋ, ਬਾਣੀ ਚ ਕਿਤੇ ਨਹੀਂ ਕਿਹਾ ਤੂੰ ਸੱਚ ਬੋਲ, ਤੂੰ ਚੰਗਿਆਈ ਕਰ, ਤੂੰ ਵਧੀਆ ਇਨਸਾਨ ਬਣ ਜਾ। ਉਹ ਕਹਿੰਦੇ ਤੂੰ ਨਹੀਂ ਕੁਛ ਕਰਨਾ, ਤੂੰ ਭਗਤੀ ਕਰ। ਕਿਉਂਕਿ ਤੂੰ ਪਰਛਾਵੇਂ ਨਾਲ ਲੜਦਾ ਪਿਆ ਵਾ। ਬਾਹਰ ਜਿਹੜੀ ਚੰਗਿਆਈ ਪੈਦਾ ਕਰ ਰਿਹਾ ਨਾ, ਆਪਣੇ ਕੋ ਜੋ ਭਲਾ ਕਹਾਵੇ ਤੈ ਕਿ ਭਲਾਈ ਨਿਕਟ ਨਾ ਆਵੇ, ਤੇ ਤੁਕ ਵੀ ਹੈਗੀ ਹੈ। ਹਾਂਜੀ ਹਾਂਜੀ, ਆਪਸ ਕੋ ਜੋ ਭਲਾ ਕਹਾਵੇ ਤੇ ਭਲਾਈ ਨਿਕਟ ਨਾ ਆਵੇ, ਇਸ ਤਰ੍ਹਾਂ ਹੈਗਾ। ਹਾਂਜੀ ਵੀ ਹਾਂ, ਤੂੰ ਬਾਹਰੋਂ ਤੇ ਭਲਾ ਬਣਨਾ ਚਾਹੁੰਦੇ, ਹਰ ਕੋਈ ਚਾਹੁੰਦੇ ਮੇਰਾ ਨਾਂ ਹੋਵੇ। ਮੋਸਟਲੀ ਜਿਹੜਾ ਧਰਮ ਦਾ ਕੰਮ ਵੀ ਹੈ ਨਾ, ਇਹ ਕੇਵਲ ਬੰਦੇ ਦੀ ਸੂਖਮ ਹੋਵੇਂ ਆ। ਉਹ ਚਾਹੁੰਦਾ ਮੈਨੂੰ ਥੋੜਾ ਜਿਹਾ ਇੱਜ਼ਤ ਮਾਣ ਮਿਲੇ, ਪਿੰਡ ਵਾਲੇ ਕਹਿਣ ਕਿ ਬਈ ਬੜਾ ਵਧੀਆ ਧਾਰਮਿਕ ਮਨੁੱਖ ਹੈ। ਔਰ ਬੰਦਾ ਇਸ ਚੱਕਰ ਚ ਤੁਰਿਆ ਫਿਰਦਾ। ਇੱਥੇ ਆਪਣੇ ਇੱਕ ਦਰਬਾਰ ਸਾਹਿਬ ਮੈਂ ਵੇਖਿਆ, ਬੰਦਾ ਬੜਾ ਵੱਡੀ, ਉਹਨੇ ਪੱਗ ਬੱਧੀ ਸਿਰ ਤੇ, ਨਿੱਜਰ ਸਾਹਿਬ 25-30 ਕਿਲੋ ਦੀ ਪੱਗ ਹੋਣੀ ਆ। ਹਾਂਜੀ ਹਾਂਜੀ। ਤੇ ਉਹ ਵਿਚਾਰਾ ਵੀ ਤੁਸੀਂ ਚੱਕਰ ਚ ਫਿਰਦਾ, ਲੋਕੀ ਉਹਦੇ ਨਾਲ ਫੋਟੋ ਲਵਾਉਂਦੇ। ਬਸ ਹਉਮੈ। ਪਰਪਸ ਕੀ ਹੈ? ਉਹ ਸਭ ਇਹ ਸਭ ਉਹ ਕਹਿੰਦੇ ਜੋ ਦਿਸੇ ਸੋ ਰੋਗੀ। ਇੱਕ ਗੱਲ ਨਹੀਂ ਕੀਤੀ, ਜੋ ਦਾ ਮਤਲਬ ਕਾਫੀ ਜਾਣੇ। ਰੋਗ ਰਹਿਤ ਮੇਰਾ ਸਤਿਗੁਰ। ਠੀਕ ਹੈ ਜੀ। ਪਰਚਨਾ ਪਤਾ ਲੱਗ ਗਿਆ ਸਾਧ ਸੰਗਤ ਜੀ। ਤੁਸੀਂ ਨਿਰਵਿਚਾਰ ਹੋ ਕੇ ਪਰ ਆਤਮਾ ਨੂੰ, ਜਦੋਂ ਤੁਸੀਂ ਆਤਮਾ ਦਾ ਚਿੰਤਨ ਕਰ ਲਿਆ, ਆਤਮਾ ਨੂੰ ਜਾਣ ਲਿਆ, ਇਹੋ ਹੀ ਹੈ ਪਰਮਾਤਮਾ ਦਾ ਪਰਚਣਾ। ਕਿਉਂਕਿ ਸਾਡੇ ਵਿਚਾਰ ਮੰਡਲ ਤੱਕ ਇਹ ਸਾਰੇ ਸੰਸਾਰ ਦਾ ਪ੍ਰਭਾਵ ਹੈਗਾ। ਜਦੋਂ ਵਿਚਾਰ ਮੰਡਲ ਤੋਂ ਆਪਾਂ ਅੱਗੇ ਲੰਘ ਜਾਂਦੇ ਹਾਂ, ਉਹ ਆਤਮਾ ਹੈਗੀ ਆ। ਉੱਥੇ ਆਤਮਾ ਚ ਜੜ ਤੱਤ ਨਹੀਂ ਹੈਗਾ।
फिर बाणी कहती जब हम होते तब तुम नहीं, जब तुम होते तब हम नहीं। किन्ने करीब है वो, ज्यादा दूर नहीं है। विचार है ते मैं हैगा वां, विचार गए ते ब्रह्म, विचार मरे ते तरे तारे, उल्ट जोर नाल। देखो गुना कपाशा दी बाणी है, विचार मरे, विचार मारे, विचार मारे, हाँ मरे, मारे, हाँ मारे, मारे, विचार मारे मतलब मारने दे काम कहते, चलो मारे कहता, मारे तरे ते तारे। बिलाप तरदा है, फिर दूजे नूं तारना तैरना सिखाउंदा है। हुण जे मैनूं तैरना ही नहीं आउंदा, मैं तुहानूं कहूंगा निज्जर साहब नहर च चलीए, आओ तैरीए, ते निज्जर साहब कहंदे चरणजीत पहला तू मार के ते कहां छाल मेरा ही काम हो जाना कि मैनूं तैरना ही नहीं आउंदा। बाणी भी फिर ਵੇਖੋ ਬਾਣੀ ਉੱਥੇ ਫਿਰ ਲੈ ਆਉਂਦੀ ਆ, ਉਹ ਕਹਿੰਦੀ ਵਿਚਾਰ ਮਾਰੇ ਤਰੇ ਤਾਰੇ। ਉਹ ਬੰਦਾ ਲਿਆਓ ਵਿਚਾਰਾਂ ਨੂੰ ਮਾਰਿਆ, ਫਿਰ ਉਹ ਤੁਹਾਨੂੰ ਗਿਆਨ ਕਰਾਊਗਾ। ਇਹ ਬ੍ਰਹਮ ਗਿਆਨੀ ਉਹ ਤੇ ਹੈਗੇ ਸਾਰੇ, ਇਹਨਾਂ ਨੇ ਆਪਣੇ ਵਿਚਾਰ ਮਾਰ ਲਏ ਨੇ। ਵਿਚਾਰ ਮਾਰ ਕੇ ਫਿਰ ਸਾਨੂੰ ਤਾਰਨ ਵਾਸਤੇ ਉਪਦੇਸ਼ ਦੇ ਕੇ ਗਏ। ਠੀਕ ਹੈ ਜੀ। ਗਿਆਨ ਵੀ ਕਹਿੰਦੇ ਮਾੜਾ ਮੋਟਾ ਗਿਆਨ ਨਾ ਲਓ, ਕਹਿੰਦੇ ਪਾਰਸ ਪਰਸੇ ਦੁਬਦਾ ਨਾ ਹੋਏ। ਕਹਿੰਦੇ ਜਿੱਦਣ ਤੂੰ ਉਸ ਪਰਮਾਤਮਾ ਦੀ ਸਪਰਸ਼ ਵਿੱਚ ਗਿਆ, ਉਹਨੂੰ ਤੋਂ ਛਣ ਭਰ ਵੀ, ਛਣ ਭਰ ਤੁਸੀਂ ਲਾ ਕੇ ਖਹਿ ਕੇ ਲੰਘ ਗਏ ਨਾ ਨਿਰਵਿਚਾਰ, ਸਮਝ ਲਓ ਕਿ ਇਨਕਲਾਬ ਹੋ ਗਿਆ। ਇੱਕੋ ਵਾਰ ਦੀ ਮੈਂ ਗੱਲ ਕਰਦਾ, ਜ਼ਿਆਦਾ ਨਹੀਂ। ਸ਼ੁਰੂਆਤ ਇੱਕ ਵਾਰੀ ਵਿਚਾਰ ਮੰਡਲ ਤੋਂ ਜਿਹੜਾ ਵੀ ਮਾੜਾ ਜਾ ਕੇ ਲੰਘ ਗਿਆ ਨਾ, ਬਸ ਕੰਮ ਹੋ ਗਿਆ। ਉਸ ਤੋਂ ਬਾਅਦ ਤੇ ਫਿਰ ਆਉਣਾ ਜਾਣਾ ਬਣਿਆ ਰਹਿੰਦਾ। ਕਬੀਰ ਜੀ ਫਿਰ ਕਹਿੰਦੇ ਆ ਕਿ ਮੋਖਲਾ ਹੋ ਜਾਂਦਾ ਦਰਵਾਜ਼ਾ ਤੇ ਸਹਿਜੇ ਆਇਓ ਜਾਏ। ਤੁਸੀਂ ਇੱਕ ਵਾਰੀ ਜਿਹੜਾ ਬੰਦਾ ਨਿਰਵਿਚਾਰ ਹੋ ਗਿਆ, ਜਾਗਰਤ ਅਵਸਥਾ ਦੀ ਮੈਂ ਗੱਲ ਕਰਦਾ, ਤੁਰੀਆ ਤੱਤ ਦੀ ਗੱਲ ਕਰਦਾ, ਜਿਹੜਾ ਬੰਦਾ ਤੁਰੀਆ ਤੱਤ ਚ ਲੰਘ ਗਿਆ ਉਹਦਾ ਕੰਮ ਹੋ ਗਿਆ। ਉਸ ਤੋਂ ਬਾਅਦ ਉਹਦੀ ਬੇਵਕੂਫੀ ਆ, ਉਹ ਜਾਵੇ ਨਾ ਜਾਵੇ, ਰਹਿ ਜੇ ਇੱਥੇ ਧਰਤੀ ਤੇ, ਉਹ ਘੁੰਮਦਾ ਰਵੇ, ਉਹਦੀ ਮਰਜ਼ੀ ਆ। ਪਰ ਜਿਹੜਾ ਇੱਕ ਵਾਰੀ ਨਿਰਵਿਚਾਰ ਹੋ ਕੇ ਉਸ ਅਗਲੇ ਤੱਤ ਚ, ਮੈਂ ਪਰਾ ਵਿਦਿਆ ਦੀ ਗੱਲ ਕਰਦਾ, ਅਪਰਾ ਦੀ ਨਹੀਂ, ਪਰਾ ਆਤਮਾ ਨੂੰ ਵੇਖ ਲੈਂਦਾ ਹੈ, ਚਾਹੇ 5 ਸੈਕਿੰਡ 10 ਸੈਕਿੰਡ, ਸਮਝ ਲਓ ਕਾਫੀ ਵੱਡਾ ਕੰਮ ਹੋ ਗਿਆ। ਔਰ ਉਹ ਚੀਜ਼ ਨੂੰ ਆਪ ਕਾਫੀ ਸੰਗਤਾਂ ਹੈਗੀਆਂ ਨੇ ਜਿਹੜੀਆਂ ਉਹਨੂੰ ਅਨੁਭਵ ਕਰ ਰਹੀਆਂ। ਠੀਕ ਹੈ। ਕੋਈ ਰਹਿ ਜੇ, ਮੈਂ ਫਿਰ ਤੁਹਾਨੂੰ ਕਹਿੰਦਾ ਜੇ ਕੋਈ ਰਹਿ ਗਿਆ ਪਲੀਜ਼ ਕਾਲ ਕਰ ਲਿਓ ਮੈਨੂੰ ਦੱਸੋ ਕਿ ਨਹੀਂ ਨਿਰਵਿਚਾਰ ਹੋਇਆ ਜਾ ਰਿਹਾ, ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਾਂ। ਮਸਲਾ ਕੋਈ ਔਖਾ, ਕਿਉਂਕਿ ਇਸ ਟਾਈਮ ਤੁਸੀਂ ਇੰਨੀ ਮਿਹਨਤ ਕਰ ਰਹੇ ਜੋ, ਬਿਲਕੁਲ ਕਰੀਬ ਆਏ ਜੋ, ਇਹ ਜਿਹੜਾ ਗਿਆਨ ਆ ਬੜਾ ਸ਼ੁੱਧ ਗਿਆਨ ਚੱਲ ਰਿਹਾ। ਹੁਣ ਜਿਸ ਕਰਕੇ ਆਪਾਂ ਬੈਠੇ ਆ, ਆਪਾਂ ਤੇ ਨਿਰਵਿਚਾਰ ਹੋਣ ਵਾਸਤੇ ਬੈਠੇ ਆ। ਤੇ ਜੇ ਆਪਾਂ ਨਿਰਵਿਚਾਰ ਤੁਹਾਡੇ ਜੋ ਕੋਈ ਰਹਿ ਜੇ ਤੇ ਫਿਰ ਮਾੜੀ ਚੀਜ਼ ਹੈ ਨਾ ਨਿਜਰ ਸਾਹਿਬ। ਬਿਲਕੁਲ ਹਨਾ, ਇੰਨੀ ਤੁਸੀਂ ਮਿਹਨਤ ਕਰ ਰਹੇ ਜੋ, ਇੰਨੀ ਕਥਾ ਸੁਣਦੇ ਪਏ ਜੋ, ਕੋਈ ਆਤਮਾ ਦਾ ਸਪਰਸ਼ ਜਦ ਤੱਕ ਤੁਸੀਂ ਨਹੀਂ ਕਰਦੇ ਨਾ, ਗੱਲ ਨਹੀਂ ਜੋ ਬਣਨੀ। ਇੱਕ ਵਾਰੀ ਤੁਹਾਨੂੰ ਵਿਚਾਰ ਮੰਡਲ ਤੋਂ ਅੱਗੇ ਜਾਣ ਦੀ ਲੋੜ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਚਲੇ ਜਾਣਾ। ਠੀਕ ਹੈ। ਨਿਜਰ ਸਾਹਿਬ ਅੱਗੇ ਚੱਲੀਏ। ਸੋ ਰਹਾਓ ਸੋ ਮਨ ਕੀ ਦੁਬਦਾ ਖਾਏ। ਦੇਖ ਲਓ ਭਾਈ, ਉਹਨੂੰ ਕਹਿੰਦੇ ਆ ਭਾਈ, ਆਇਆ ਨਾਮ ਅਭਿਆਸੀ, ਆਇਆ ਧਿਆਨੀ, ਆਇਆ ਗਿਆਨੀ, ਜਿਹਨੇ ਆਪਣੇ ਮਨ ਦੀ ਦੁਬਦਾ ਖਾ ਲਈ। ਮਨ ਦੀ ਦੁਬਦਾ ਕੀ ਆ? ਮਨ ਦੀ ਦੁਬਦਾ ਕੀ ਆ? ਆਹੀ ਮੈਂ ਮੇਰੀ ਭਾਈ, ਮਾਇਆ ਮਮਤਾ, ਆਹੀ ਮਨ ਦੀ ਦੁਬਦਾ ਹੈਗੀ। ਆਕਾਰ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਦੂਸਰਾ ਬਣਾ ਲਿਆ, ਤੀਸਰਾ ਬਣਾ ਲਿਆ, ਸਾਰਾ ਆਪਣੇ ਆਪ ਨੂੰ ਕਰਤਾ ਮੰਨ ਲਿਆ, ਆਹ ਦੁਬਦਾ ਆ। ਸੋ ਮੁਨੇ ਉਹ ਹੈ ਗਿਆਨੀ, ਉਹ ਹੈ ਅਭਿਆਸੀ, ਉਹ ਹੈ ਧਿਆਨੀ। ਸੋ ਮੁਨੀ ਹੋਇਆ ਮੁਨੀ ਮੌਨੀ, ਮਨ ਕੀ ਦੁਬਦਾ ਖਾਏ, ਜਿਹੜਾ ਮਨ ਦੀ ਦੁਬਦਾ ਖਾ ਜਾਂਦਾ ਹੈ। ਬਿਨ ਦੁਆਰੇ ਤ੍ਰੈਲੋਕ ਸਮਾਏ, ਉਹ ਜਿਹੜਾ ਹੈਗਾ ਪਰਮਾਤਮਾ, ਜਿਹਦਾ ਕੋਈ ਸਰੀਰ ਨਹੀਂ ਹੈ, ਕੋਈ ਆਕਾਰ ਨਹੀਂ ਹੈਗਾ। 9 ਦੁਆਰੇ 10 ਦੁਆਰੇ ਜਿਹੜੇ ਹੈਗੇ ਉਹ ਮਾਲਕ ਦਾ ਸਰੀਰ ਨਹੀਂ ਹੈ ਇਹੋ ਜਿਹਾ। ਉਹ ਸਾਰੀ ਸ੍ਰਿਸ਼ਟੀ ਦੇ ਵਿੱਚ, ਧਰਤ ਪਤਾਲ ਆਕਾਸ਼ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਹੈਗਾ, ਉਹਦੇ ਨਾਲ ਅਟੈਚ ਹੋ ਜਾਏਗਾ ਭਾਈ, ਉਹਦੇ ਵਿੱਚ ਸਮਾ ਜਾਏਗਾ। ਬਿਨ ਦੁਆਰੇ ਤ੍ਰੈਲੋਕ ਸਮਾਏ, ਉਹ ਇਹ 9 ਦਰਵਾਜ਼ਿਆਂ ਦਾ ਜਿਹੜਾ ਇਹਨਾਂ ਤੋਂ ਉੱਪਰ ਉੱਠ ਜਾਏਗਾ ਭਾਈ, ਇਹ ਸਰੀਰ ਤੋਂ ਉੱਪਰ ਉੱਠ ਕੇ ਵਿਚਾਰ ਮੰਡਲ ਕ੍ਰਾਸ ਕਰ ਜਾਏਗਾ। ਸੋ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈਲੋਕ ਸਮਾਏ। ਮਨ ਕਾ ਸੁਭਾਅ ਸਭ ਕੋਈ ਕਰੈ, ਸਾਰੀ ਦੁਨੀਆ ਮਨ ਦੇ ਅਨੁਸਾਰ ਚੱਲਦੀ ਹੈ। ਜੋ ਮਨ ਕਹਿੰਦਾ ਹੈ ਬਸ ਇਹਨੇ ਆਪਣੀ ਐਨਕ ਲਾਈ ਰੱਖਣੀ ਹੈ, ਆਪਣਾ ਫਿਲਟਰ ਲਾਈ ਰੱਖਣਾ ਹੈ। ਬਸ ਭਗਤੀ ਕਰਨੀ ਆ, ਉਹ ਵੀ ਇਹਨੇ ਦੁਬਦਾ ਦੇ ਵਿੱਚ ਹੀ ਕਰਨੀ ਹੈ। ਜੋ ਮਨ ਕਹਿੰਦਾ ਹੈ ਆਕਾਰ ਦੀ ਭਗਤੀ ਕਰਨੀ ਇਹਨੇ। ਹੋਰ ਜਿਹੜੇ ਹੈਗੇ ਯਾਤਰਾ ਇੱਧਰ ਉੱਧਰ ਸੰਸਾਰ ਦੇ ਵਿੱਚ ਜਿਹੜਾ ਹੈਗਾ ਤੀਰਥਾਂ ਦੇ ਉੱਤੇ, ਬਸ
ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨ ਪੈ ਰਹੈ। ਪਰ ਜਿਹੜਾ ਹੈ ਉਹ ਮਾਲਕ ਪਰਮਾਤਮਾ ਦੇ ਨਾਲ, ਕਹਿੰਦੇ ਕਰਤਾ ਹੋਏ ਹੋਣਾ ਉਸ ਮਾਲਕ ਦੇ ਕੀਤੇ ਦੇ ਨਾਲ ਆ ਭਾਈ। ਜਿਹੜਾ ਉਸ ਕਰਤੇ ਦਾ ਹੋ ਜਾਂਦਾ ਆ ਉਹ ਅਨ ਪੈ ਰਹੈ, ਉਹ ਭੈ ਰਹਿਤ ਹੋ ਜਾਂਦਾ ਹੈ, ਉਹ ਮਾਇਆ ਰਹਿਤ ਹੋ ਜਾਂਦਾ ਹੈ, ਉਹ ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਹੁਣ ਇੱਥੇ ਪਤਾ ਕੀ ਕਹਿੰਦੇ ਆ, ਇਹ ਮੁਨੀ ਦਾ ਮਤਲਬ ਕੀ? ਮੈਂ ਮੁਨੀ ਦਾ ਵਰਡ ਲੱਭਿਆ। ਮੁਨੀ ਦਾ ਮਤਲਬ ਹੁੰਦਾ ਵੀਰ ਜੀ ਮੌਨੀ, ਜਿਹੜਾ ਹੈਗਾ ਜਿਹੜਾ ਦੁਨੀਆ ਤੋਂ ਉਪਰਾਮ ਹੈਗਾ ਉਹਨੂੰ ਕਹਿੰਦੇ ਆ। ਹਾਂਜੀ ਹਾਂਜੀ, ਇੱਥੇ ਅੱਖਰ 74 ਗਹਿਰੇ ਨੇ। ਮੁਨੀ ਦਾ ਮਤਲਬ ਹੈ ਸੰਤ, ਸਾਧ, ਰਿਸ਼ੀ, ਹਾਂ ਕੋਈ ਵੀ ਬਿਲਕੁਲ, ਜਿਹੜਾ ਮੌਨ ਧਾਰਨ ਕਰ ਲਓ ਜਾਂ ਕੁਝ ਵੀ, ਜਿਹੜਾ ਹਾਂ ਜਿਹੜਾ ਅਧਿਆਤਮਿਕ ਬੰਦਾ ਕਹਿ ਰਹੀ। ਹਾਂ ਜਿਹਨੇ ਵਿਚਾਰ ਬੰਦ ਕਰ ਲਏ ਆਪਣੇ, ਉਹਨੂੰ ਮੌਨੀ ਕਹਿੰਦੇ ਆ ਆਪਾਂ। ਜਿਹਨੇ ਮਨ ਨੂੰ ਚੁੱਪ ਕਰਾ ਲਿਆ। ਮੌਨੀ ਦਾ ਮਤਲਬ ਹੈ ਜਿਹਨੇ ਆਪਣੇ ਮਨ ਨੂੰ ਚੁੱਪ ਕਰਾ ਲਿਆ। ਬਿਲਕੁਲ ਠੀਕ ਹੈ। ਹੁਣ ਇੱਥੇ ਫਿਰ ਆਪਾਂ ਫਿਰ ਕਥਾ ਕਰਦੇ ਹਾਂ। ਕਹਿੰਦੇ ਸੋ ਮੁਨੀ ਮਨ ਕੀ ਦੁਬਦਾ ਖਾਏ। ਉਹ ਮੁਨੀ ਆ, ਉਹ ਸੰਤ ਆ, ਉਹ ਮੁਨੀ ਆ, ਰਿਸ਼ੀ ਆ, ਕੁਛ ਵੀ ਲਾ ਲਓ, ਭਗਤ ਲੈ ਲਓ, ਜਿਹਨੇ ਮਨ ਦੀ ਦੁਬਦਾ ਨੂੰ ਖਾ ਲਿਆ। ਹਾਂ ਬਿਲਕੁਲ, ਮਨ ਦੀ ਦੁਬਦਾ ਨੂੰ ਖਾ ਲਿਆ ਮਤਲਬ ਕਿ ਜਿਹਨੇ ਚਿੰਤਨ ਨੂੰ ਬੰਦ ਕਰ ਦਿੱਤਾ। ਇਹੀ ਤਾਂ ਡੈਫੀਨੇਸ਼ਨ ਦੇ ਰਹੀ ਹੈ ਬਾਣੀ, ਤਾਂ ਡੈਫੀਨੇਸ਼ਨ ਦੇ ਰਹੀ ਹੈ। ਮੁਨੀ ਦੀ ਡੈਫੀਨੇਸ਼ਨ ਦੇ ਰਹੀ ਹੈ, ਭਗਤ ਦੀ, ਗਿਆਨੀ ਦੀ, ਧਿਆਨੀ ਦੀ ਡੈਫੀਨੇਸ਼ਨ ਦੇ ਰਹੀ ਹੈ ਭਾਈ। ਜਿਹਨੇ ਦੁਬਦਾ ਖਾ ਲਈ, ਜਿਹਨੇ ਚਿੰਤਾ ਜਿਹਨੇ ਆਪਣੇ ਵਿਚਾਰ ਬੰਦ ਕਰ ਲਏ, ਬਸ ਉਹ ਮੁਨੀ ਹੋ ਗਿਆ ਫਿਰ। ਹਾਂਜੀ ਵੀਰ ਜੀ। ਹਾਂ, ਜਿਹੜਾ ਸੰਕਲਪ ਤੇ ਵਿਕਲਪ ਤੋਂ ਉੱਪਰ ਆ ਗਿਆ। ਹਾਂ ਬਿਲਕੁਲ। ਇਹ ਦੁਬਦਾ ਦਾ ਮਤਲਬ ਪਤਾ ਕੀ ਹੁੰਦਾ? ਸਾਡਾ ਮਨ ਦੋ ਚੀਜ਼ਾਂ 'ਚ ਕੰਮ ਕਰਦਾ ਹੈ, ਇੱਕ ਸੰਕਲਪ, ਇੱਕ ਵਿਕਲਪ। ਤੁਸੀਂ ਵੇਖੋ ਤੁਹਾਡੇ ਅੰਦਰ ਲਗਾਤਾਰ ਚਾਰਟਰਿੰਗ ਚੱਲਦੀ ਹੈ, ਬਿਲਕੁਲ ਅੰਦਰ ਤੁਹਾਡੇ ਚਿੰਤਨ ਕਰਦਾ। ਤੁਸੀਂ ਕਈ ਵਾਰੀ ਵੇਖੋਗੇ ਨਾ, ਤੁਹਾਡੇ ਕੋਲ ਬੰਦਾ ਨਹੀਂ ਹੈਗਾ, ਤੁਸੀਂ ਆਪਣੇ ਕੋਲੋਂ ਬੰਦਾ ਤਿਆਰ ਕਰ ਲੈਂਦੇ ਜੋ। ਉਹ ਕਰਦੇ ਹੀ ਇਸ ਤਰ੍ਹਾਂ ਆਪੇ ਹੰਗਾਰਾ। ਹਾਂ ਇਸੇ ਤਰ੍ਹਾਂ ਕਰਦੇ ਆ। ਇਹਦੀ ਗੱਲ ਕਰ ਲਈ, ਉਹਦੇ ਵੱਲ ਧਿਆਨ ਕਰ ਲਿਆ, ਫਲਾਣੇ ਦਾ ਕੀ ਹੋਇਆ, ਉਹਦੀ ਕੁੜੀ ਦਾ ਕੀ ਹੋਇਆ, ਉਹਦੇ ਮੁੰਡੇ ਦਾ ਕੀ ਹੋਇਆ, ਉਹ ਫਲਾਣਾ ਸੀਗਾ ਇੱਥੇ, ਉਹਨੇ ਆਹ ਕਰਨਾ ਸੀਗਾ, ਉਹਦਾ ਕੀ ਹੋਇਆ, ਕੱਲ ਨੂੰ ਕੀ ਹੋਣਾ, ਕਿਹਨੇ ਆਉਣਾ ਹੈ। ਬਸ ਉਹ ਸ਼ਿਫਟ ਹੋਈ ਜਾ ਰਿਹਾ ਇਨਸਾਨ। ਹਾਂ, ਹੁਣ ਇੱਥੇ ਨਾ ਮੇਰੇ ਭਰਾ ਦੇ ਮੁੰਡੇ ਦਾ ਵਿਆਹ ਹੋਇਆ, ਤੇ ਉਹ ਮੈਂ ਵੀ ਸੁਣਦਾ ਹੀ ਆ ਸੰਸਾਰ ਦੇ ਵਿੱਚ ਰਹਿ ਮੇਰੇ ਘਰ ਪਰਿਵਾਰ ਜੀ ਉਹ ਨਹੀਂ ਸਗਨ ਪਾਇਆ, ਇੱਥੇ ਇੰਝ ਕਰਤਾ, ਉੱਥੇ ਘੱਟ ਕਰਤਾ, ਇੱਥੇ ਵੱਧ ਕਰਤਾ। ਜਿੱਦਾਂ ਜਨਾਨੀਆਂ ਦਾ ਦਿਮਾਗ ਚੱਲਦਾ, ਏਦਾਂ ਦਿਮਾਗ ਚਲਾਈ ਜਾਂਦੀ। ਹੁਣ ਅਗਲੀ ਦੀ ਹੈਸੀਅਤ ਆ, ਜਿੰਨਾ ਉਹਨੇ ਕਰਨਾ ਉਹਨੇ ਕਰ ਲਿਆ, ਪਰ ਉਹ ਲੋਕੀ ਇਹ ਗੱਲ ਨੂੰ ਖਤਮ ਥੋੜੀ ਹੋਣ ਦਿੰਦੇ ਨੇ। ਨਹੀਂ ਜੀ ਉੱਥੇ ਇੰਝ ਨਹੀਂ ਹੋਇਆ ਸੀ, ਉੱਥੇ ਇੰਝ ਹੋ ਗਿਆ। ਮਤਲਬ ਇਹੀ ਨਾ, ਸਾਡੇ ਨਾ ਟੇਬਲ ਤੇ ਰੋਟੀ ਆਈ, ਸਟਾਲ ਤੇ ਨਹੀਂ ਗਏ, ਹੈ ਨਹੀਂ ਸੀ ਖਾਣਾ। ਮੈਂ ਟੇਬਲ ਤੇ ਜਾ ਕੇ ਖਾ ਆਉਂਦੇ, ਉੱਥੇ ਤੇ ਲੱਗਿਆ ਸੀ। ਨਹੀਂ, ਟੇਬਲ ਤੇ ਨਹੀਂ ਸਰਵਿਸ ਆਈ। ਮਤਲਬ ਕਹਿਣ ਤੋਂ ਭਾਵ ਹੈ ਕਿ ਕਿਸੇ ਤਰੀਕੇ ਨਾਲ ਬੰਦਾ ਨਾ ਇਸ ਤਰ੍ਹਾਂ ਦੀਆਂ ਗੇਮ ਘੁਮਾਉਂਦਾ, ਉਹਨੂੰ ਉਹ ਚੀਜ਼ਾਂ 'ਚ ਬੜਾ ਇੰਟਰਸਟ ਆਉਂਦਾ। ਪਰ ਇਹ ਮੈਂ ਕਹਿੰਦਾ ਕਿ ਜਿਹੜੀ ਗੱਲ ਹੋ ਗਈ ਉਹਨੂੰ ਛੱਡ ਦੋ, ਪਰ ਛੱਡਣ ਨੂੰ ਕਿਹੜਾ ਤਿਆਰ ਹੈ? ਉਹ 'ਚ ਰਸ ਆਉਂਦਾ। ਇਹ ਕਹਿੰਦੇ ਆ ਸੋ ਮੁਨੀ ਮਨ ਕੀ ਦੁਬਦਾ ਖਾਏ। ਬੰਦਾ ਤੇ ਉਹ ਧਾਰਮਿਕ ਹੈ ਜਿਹਨੇ ਮਨ ਦੀ ਦੁਬਦਾ ਨੂੰ ਖਾ ਲਿਆ ਹੈ, ਇਹਨੂੰ ਸੰਕਲਪ ਤੇ ਵਿਕਲਪ ਨਹੀਂ ਕਰਨ ਦਿੰਦਾ, ਇਹਨੂੰ ਰੋਕ ਦਿੱਤਾ ਹੈ। ਔਰ ਇਸ ਮਨ ਨੂੰ ਜਿਹੜਾ ਰੋਕ ਦਿੰਦਾ ਹੈ, ਕਹਿੰਦੇ ਮਨ ਸਾਧੇ ਸਿੱਧ ਹੋਏ। ਬਿਲਕੁਲ ਸਹੀ ਗੱਲ ਹੈ। ਔਰ ਮਨ ਨੂੰ ਸਾਧਨਾ ਪਤਾ ਕੀ ਹੈ? ਮਨ ਨੂੰ ਸਾਧਨਾ ਮਤਲਬ ਮਨ ਨੂੰ ਸ਼ਾਂਤ ਕਰਨਾ ਹੀ ਮਨ ਨੂੰ ਸਾਧਨਾ ਹੈ। ਸੰਕਲਪ ਵਿਕਲਪ ਇਹੀ ਰੋਕਣੇ ਤਾਂ ਮਨ ਨੂੰ ਸਾਧਨਾ ਹੈ ਜੀ। ਹਾਂ, ਵਿਚਾਰਾਂ ਤੋਂ ਮੁਕਤ ਹੋ ਜਾਣਾ ਹੀ ਮਨ ਸਾਧਨਾ। ਪਰ ਜਦੋਂ ਵਿਚਾਰ ਮਰ ਗਏ ਤੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਰ ਨਾ ਆਵੇ, ਉਹ ਸਾਰਾ ਘੁੰਮ ਕੇ ਮਨ ਤੇ ਹੀ ਆ ਜਾਣਾ। ਮਨ ਹੀ ਤੇ ਹੈਗਾ। ਇਹ ਮਨ ਆਰਸੀ ਕੋਈ ਵਿਰਲਾ ਵੇਖੇ, ਸ਼ੀਸ਼ਾ ਹੈਗਾ, ਇਹਨੂੰ ਕੌਣ ਵੇਂਦਾ? ਕੋਈ ਨੀ ਵੇਂਦਾ, ਵਿਰਲਾ ਕੋਈ ਅੰਦਰ ਵੜਦਾ। ਇਹਦੇ ਕਿਸੇ ਨੂੰ ਕਹਿ ਦਈਏ ਨਾ 2 ਮਿੰਟ ਭਗਤੀ 'ਚ ਬਹਿ ਜਾ, ਉਹ ਕਹਿੰਦਾ ਭਾਜੀ ਬੜੇ ਵਿਚਾਰ ਆਉਣ ਡੈ ਪਏ ਆ। ਮੈਂ ਕਿਹਾ ਭਾਜੀ ਆਉਣ ਨੀ ਡੈ ਪਏ, ਤੁਸੀਂ ਕਿਤੇ ਧਿਆਨ ਹੀ ਨੀ ਮਾਰਿਆ ਅੰਦਰ ਤੇ ਤੂਫਾਨ ਮੱਚਿਆ ਪਿਆ ਤੁਸੀਂ। ਤੇ ਉਹ ਕਹਿੰਦੇ ਨਹੀਂ ਜੀ ਬੜੇ ਵਿਚਾਰ ਆਉਣ ਡੈ ਪਏ ਸਾਡੇ। ਮੈਂ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਅੱਜ ਨਜ਼ਰ ਮਾਰੀ ਆ,
ਮੈਂ ਤੁਹਾਡੇ ਘਰ ਇੰਨਾ ਗੰਦ ਪਿਆ ਹੋਇਆ ਹੈ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਬਾਣੀ ਕਹਿੰਦੀ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਿ ਕਾਲਾ ਸੁਆਹ ਹੋ ਗਿਆ। ਜਦੋਂ ਤੂੰ ਅੰਦਰ ਵੜੇਗਾ ਤੈਨੂੰ ਸੁਆਹ ਹੀ ਨਜ਼ਰ ਆਉਣੀ ਆ, ਇਕੱਠੀ ਤੇ ਕੀਤੀ। ਇਸ ਕਰਕੇ ਪਹਿਲਾਂ ਤੈਨੂੰ 15-20 ਦਿਨ ਤੇ ਤੈਨੂੰ ਸਮਝ ਨਹੀਂ ਆਉਣਾ ਕਿ ਜਾਣਾ ਕਿਹਨੂੰ ਆ ਤੂੰ, ਇੰਨੀ ਅੰਦਰ ਸੁਆਹ ਇਕੱਠੀ ਹੋਈ। ਠੀਕ ਹੈ ਜੀ। ਸੋ ਮੋਨੇ ਮਨ ਕੀ ਬਿਨ ਦੁਆਰੇ ਤ੍ਰੈ ਲੋਕ ਸਮਾਏ, ਦੇਖ ਲਓ। ਫਿਰ ਉਹ ਸਰੀਰ ਤੋਂ ਉੱਪਰ ਉੱਠ ਜਾਏਗਾ ਭਾਈ, ਫਿਰ ਜਿਹੜਾ ਹੈਗਾ ਉਹ ਵਿਚਾਰ ਮੰਡਲ ਕ੍ਰਾਸ ਕਰ ਲਏਗਾ, ਉਹ 3 ਲੋਕਾਂ ਦੇ ਵਿੱਚ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਿੱਚ ਸਮਾ ਜਾਏਗਾ ਭਾਈ। ਦੇਖ ਲਓ ਆ ਹੈਗਾ ਦੁਬਿਧਾ ਬੰਦ ਕੀਤੀ ਨਹੀਂ ਤੇ ਬਸ ਵਿਚਾਰ ਜਿਹੜੇ ਸੰਕਲਪ ਵਿਕਲਪ ਆਹੀ ਤਾਂ ਗੇਮ ਹੈਗੀ ਆ। ਜਿੱਥੇ ਨਿਰਵਿਚਾਰ ਹੋ ਗਿਆ ਬੰਦਾ ਬਸ ਉਹ ਤਾਂ ਫਿਰ ਉਸ ਤੋਂ ਅੱਗੇ ਤਾਂ ਫਿਰ ਪਰਮਾਤਮਾ ਹੀ ਹੈਗਾ 3 ਲੋਕਾਂ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਦੋਂ ਆਪਾਂ ਉਸ ਚਿੰਤਨ ਨੂੰ ਭਗਤੀ ਦੀ ਮਦਦ ਨਾਲ ਸਟਾਪ ਕਰ ਦਿੰਦੇ ਆ, ਬਿਨ ਦੁਆਰੇ ਤ੍ਰੈ ਲੋਕ ਸਮਾਏ, ਤੇ ਫਿਰ ਤੁਸੀਂ ਇੱਕ ਵਨਨੈਸ ਚ ਚੱਲ ਜਾਂਦੇ ਜੋ। ਬਿਲਕੁਲ ਵਨਨੈਸ ਮਤਲਬ ਆਤਮਾ। ਉੱਥੇ ਫਿਰ 3 ਲੋਕ, ਕੋਈ ਵੱਖਰਾ ਲੋਕ ਥੋੜੀ ਹੈਗਾ, ਉੱਥੇ ਤੇ ਇਕੱਲਾ ਬ੍ਰਹਮ ਹੈ। ਉਸ ਬ੍ਰਹਮ ਦੇ ਕੋਲ ਤੁਸੀਂ ਚੱਲ ਜਾਂਦੇ ਜੋ, ਜਿੱਥੇ ਕੋਈ ਜਾ ਹੀ ਨਹੀਂ ਸਕਦਾ। ਹੈ ਸਾਰਾ ਕੁਝ ਉਹਦੇ ਅੰਦਰ ਹੈ, ਪਰ ਉੱਥੇ ਕੇਵਲ ਇੱਕ ਭਗਤ ਜਾ ਸਕਦਾ ਹੈ, ਉਸ ਪਰਮਾਤਮਾ। ਕਿਉਂਕਿ ਇਸੇ ਲਈ ਮਾਨਸ ਜਨਮ ਜਿਹੜਾ ਬਹੁਤ ਕੀਮਤੀ ਹੈ, ਇਹਦੇ ਵਿੱਚ ਹੀ ਚਾਂਸ ਆ। ਕਿਉਂਕਿ ਇਹ ਇੱਕ ਐਸੀ ਕੜੀ ਹੈਗੀ ਆ, ਇਸ ਦੇ ਵਿੱਚ ਬੰਦੇ ਕੋਲ ਬੁੱਧੀ ਹੈਗੀ, ਵਿਵੇਕ ਹੈਗਾ, ਗਿਆਨ ਹੈਗਾ, ਸਾਰਾ ਕੁਝ ਅਵੇਲੇਬਲ ਆ। ਔਰ ਇਸ ਕੋਲ ਐਸਾ ਸਰੀਰ ਹੈਗਾ, ਉਸ ਦੀ ਮਦਦ ਨਾਲ ਉਸ ਬ੍ਰੇਕ ਉਸ ਜਿਹੜਾ ਜਿੰਦਰਾ ਨੂੰ ਖੋਲ ਸਕਦਾ। ਇਹ 3 ਜਿਹੜੇ ਤੇਰੇ ਲੋਕ ਸਮਾਏ, ਉਹਨੂੰ ਫਿਰ ਜਾਣ ਲੈਂਦਾ ਜਿਹੜਾ 3 ਲੋਕਾਂ ਚ ਸਮਾਇਆ। ਪਰ ਜਾਂਦਾ ਉਹ ਜੀ ਜਿਹੜਾ ਤੁਰਦਾ ਹੈ ਤੇ ਜਿਹੜਾ ਗੱਲਾਂ ਹੀ ਕਰੀ ਜਾਂਦਾ ਵਾ। ਹੁਣ ਮੇਰੇ ਗਏ ਤੇ ਬੈਠਾ ਸਹੁਰਾ ਉਧਰ ਚੰਡੀਗੜ੍ਹ ਦੇ ਬਾਰੇ ਬਕਵਾਸ ਕਰਾਂ ਤੇ ਮੈਂ ਬਵਾਂ ਬੱਸ ਚ ਨਾ ਇੱਕ ਕਦਮ ਨਾ ਚੁੱਕਾਂ ਤੇ ਮੈਂ ਚੰਡੀਗੜ੍ਹ ਪਹੁੰਚ ਜਾਵਾਂਗਾ। ਪਰ ਮੈਂ ਫੀਲਿੰਗ ਤੇ ਲੈ ਰਿਹਾ ਨਾ ਨਿੱਜਰ ਸਾਹਿਬ। ਉੱਥੇ ਝੀਲ ਦੀ ਗੱਲ ਕਰੀ ਜਾਂਦਾ ਵਾ, ਸੜਕਾਂ ਦੀ ਗੱਲਾਂ ਕਰਦਾ, ਉੱਥੇ ਤਾਰਾਂ ਨਹੀਂ ਹੈਗੀਆਂ, ਸਭ ਅੰਡਰਗਰਾਊਂਡ ਤਾਰਾਂ ਹੈਗੀਆਂ ਵਾ, ਕੇਵਲ ਗੱਲਾਂ ਹੀ ਗੱਲਾਂ। ਤੇ ਕੀ ਗੱਲਾਂ ਕਰਨ ਦੇ ਨਾਲ ਮੇਰਾ ਉਹ ਕਹਿੰਦੇ ਉੱਤੇ ਮਨ, ਉੱਤੇ ਕਹਿੰਦੇ ਤੇਰਾ ਮਨ ਕਿੱਥੋਂ ਮੰਨੂਗਾ, ਉਹ ਕਿੱਥੇ ਭਤੀਜੇਗਾ। ਤੂੰ ਉਹਨੂੰ ਦਿਖਾ ਉੱਥੇ ਜਾ ਕੇ ਤੇ ਫਿਰ ਤੇ ਉਹ ਪ੍ਰੈਕਟੀਕਲ ਕਰੂਗਾ ਤੇ ਮੰਨ ਜਾਊਗਾ। ਪਰ ਜੇ ਤੂੰ ਗੱਲਾਂ ਨਾਲ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ, ਨਹੀਂ ਮੰਨੇਗਾ ਉਹਦੇ। ਠੀਕ ਹੈ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। हाँ, मन का ਸੁਭਾਅ ਸਭ ਕੋਈ ਕਰੈ, ਕਰਤਾ ਹੋਏ ਸੋ ਅਨ ਪੈ ਰਹਿ। ਕਹਿੰਦੇ ਮਨ ਦੇ ਪਿੱਛੇ ਜਿਹੜਾ ਹੈਗਾ ਹਰੇਕ ਬੰਦਾ, ਦੁਨੀਆ ਸਾਰੀ ਮਨ ਦੇ ਪਿੱਛੇ ਜਿਹੜੀ ਹੈਗੀ, ਜੋ ਮਨ ਦਾ ਨੇਚਰ ਹੈ, ਜੋ ਮਨ ਕਹਿੰਦਾ ਹੈ ਉਹ ਸਾਰੀ ਕਰੀ ਜਾਂਦੀ ਹੈ ਭਾਈ। ਦੁਨੀਆ ਮਨ ਦੇ ਮਗਰ ਲੱਗੀ ਹੋਈ ਹੈ। ਕਰਤਾ ਹੋਏ ਸੋ ਅਨ ਪੈ ਰਹਿ, ਪਰ ਜਿਹੜਾ ਉਸ ਮਾਲਕ ਪਰਮਾਤਮਾ ਕਰਤੇ ਨੂੰ ਜਿਹੜਾ ਹੈਗਾ ਉਹਦੇ ਨਾਲ ਉਹਦਾ ਹੋ ਜਾਂਦਾ ਹੈ, ਉਹ ਜਿਹੜਾ ਹੈਗਾ ਅਨ ਪੈ ਰਹਿ, ਉਹ ਜਿਹੜਾ ਹੈਗਾ ਪੈ ਰਹਿਤ ਹੋ ਜਾਂਦਾ ਹੈ ਭਾਈ। ਮਾਇਆ ਪਾਸੇ ਹੋ ਜਾਂਦੀ ਹੈ, ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ। ਹਾਂਜੀ ਵੀਰ। ਹੁਣ ਕਹਿੰਦੇ ਮਨ ਕਾ ਸੁਭਾਅ ਸਭ ਕੋਈ ਕਰੇ। ਮਨ ਦਾ ਸੁਭਾਅ ਵੀ ਵੇਖ ਹੀ ਲਓ ਕਿੱਦਾਂ ਤੁਹਾਨੂੰ ਚੁੱਕੀ ਫਿਰਦਾ ਹੈ ਜੀ। ਮੈਂ ਤੇਰਾ ਪੈਸੇ ਕਿੱਥੋਂ ਆਉਣਗੇ, ਤੇਰੇ ਬੱਚਿਆਂ ਦਾ ਉਹ ਪੈਸੇ ਆਉਣਗੇ, ਫਿਰ ਉਹਨਾਂ ਦੇ ਬੱਚਿਆਂ ਦੇ ਪੈਸੇ ਕਿੱਥੋਂ ਆਉਣਗੇ, ਘਰ ਬਾਰ ਕਿੱਥੋਂ। ਇੱਕ ਮਨ ਦਾ ਸੁਭਾਅ ਹੀ ਹੈ, ਮਿੱਠੂ ਰਾਮ ਦੇ ਆਂਡਿਆਂ ਵਾਂਗੂ ਤੁਰੀ ਜਾਂਦਾ। ਬੰਦਾ ਤੈਨੂੰ ਪੁੱਛੇ ਉਹ ਤੂੰ ਕੁਛ ਲੈ ਕੇ ਆਇਆ ਸਾਂ ਜਦੋਂ ਧਰਤੀ ਤੇ ਆਇਆ, ਜੇ ਤੂੰ ਨਹੀਂ ਕੁਛ ਲੈ ਕੇ ਆਇਆ ਤੇ ਉਹ ਵੀ ਏਦਾਂ ਹੀ ਕਮਾ ਲੈਣਗੇ। ਪਰ ਤੇਰੇ ਮਨ ਚ ਵਹਿਮ ਬੈਠਾ ਕਿ ਮੈਂ ਠੇਕਾ ਲਿਆ ਹੋਇਆ ਇਹ ਧਰਤੀ ਦਾ, 84 ਲੱਖ ਜੂਨੀ ਆ, ਇੱਕ ਜੂਨੀ ਛੱਡ, ਇੰਨੀ ਜੂਨੀ ਪਾਣੀ ਦੇ ਅੰਦਰ ਆ, ਤੂੰ ਉਹਨੂੰ ਰਿਜਕ ਦੇ ਕੇ ਆ ਰਿਹਾ। ਤੇਰਾ ਦਿਮਾਗ ਨਹੀਂ ਕੰਮ ਕਰਦਾ। ਰਿਜਕ ਉੱਥੇ ਪਹੁੰਚਣ ਦਿਆ, ਉੱਥੇ ਸਾਰੇ ਮਰ ਜਾਣ। ਉਹਨਾਂ ਨੂੰ ਉੱਥੇ ਆਕਸੀਜਨ ਪਹੁੰਚਣ ਦੀ ਆ ਜਿੱਥੇ ਪੋਸੀਬਲ ਹੀ ਨਹੀਂ ਹੈਗਾ। ਇੰਨਾ ਡੀਪ ਵਾਟਰ ਆ, 4000 ਮੀਟਰ ਪਾਣੀ ਦੇ ਵਿੱਚ, ਉੱਥੇ ਆਕਸੀਜਨ ਪਹੁੰਚ ਰਹੀ ਆ, ਉਹਨਾਂ ਦਾ ਆਹਾਰ ਪਹੁੰਚ ਰਿਹਾ। ਇੰਨੇ ਨਿੱਕੇ ਨਿੱਕੇ ਕੀੜੇ ਆ, ਉਹ ਇੰਨਾ ਜ਼ਿਆਦਾ ਪ੍ਰੈਸ਼ਰ ਆ, ਤੂੰ ਲੋਹੇ ਦੀ ਕੋਈ ਚੀਜ਼ ਭੇਜੇਗਾ ਉਹ ਵੀ ਫਟ ਜਾਣੀ ਉੱਥੇ। ਉੱਥੇ ਕੀੜਾ ਸਰਵਾਈਵ ਕਰਨ ਦੇ ਆ, ਤੇਰਾ ਦਿਮਾਗ ਨਹੀਂ ਕੰਮ ਕਰਨ ਦੇ ਕਿ ਉੱਥੇ ਉਹ ਕਿੱਦਾਂ ਸਰਵਾਈਵ ਕਰਦੇ ਆ। ਕਿਉਂਕਿ ਉਹਨੂੰ ਜਿਹੜਾ ਵਾ ਭੰਡਾਰੀ ਆ, ਉਹਨੂੰ ਸਪੋਰਟ ਕਰ ਰਿਹਾ ਵਾ ਉੱਥੇ ਜਿੰਦਾ ਰਹਿਣ ਦੇ ਲਈ। ਇੰਨੀਆਂ ਖੂਬਸੂਰਤ ਮੱਛੀਆਂ
ਇੰਨੀਆਂ ਥੱਲੇ ਕਿਉਂ ਬਣਾਈਆਂ ਰੱਬ ਨੇ? ਰੱਬ ਜਾਣਦਾ। ਨਜ਼ਰ ਸਾਹਿਬ ਉਹਨਾਂ ਦੇ ਰੰਗ ਵੇਖੇ, ਜੋ ਉਹਨਾਂ ਦੇ ਡਿਜ਼ਾਈਨ ਵੇਖੇ ਕਿਤੇ? ਮੈਂ ਡਿਸਕਵਰੀ ਚੈਨਲ 'ਚ ਵੇਖ ਕੇ ਹੈਰਾਨ ਹੋ ਜਾਂਦਾ। ਉੱਥੇ ਕੋਈ ਚੀਂ ਪੈ ਨਹੀਂ ਹੈਗੀ, ਪਰ ਉਹ ਜੀਵ ਉੱਥੇ ਜਿੰਦਾ ਨੇ। ਅਸਕਰ ਉਹਨਾਂ ਨੂੰ ਕੋਈ ਸਪੋਰਟ ਕਰਨ ਦਿਆ ਤੇ ਉੱਥੇ ਜਿੰਦਾ ਨਾ। ਉਹਨਾਂ ਦਾ ਸਰੀਰ ਹੀ ਏਦਾਂ ਦਾ ਬਣਾਇਆ ਰੱਬ ਨੇ, ਕੁਦਰਤ ਨੇ ਏਦਾਂ ਦਾ ਰਚਨਾ ਕੀਤੀ ਹੈ। ਕਹਿੰਦੇ ਮਨ ਜਿਹੜਾ ਹੈ ਨਾ, ਮਨ ਸਾਡਾ ਸਾਨੂੰ ਵਹਿਮਾਂ 'ਚ ਪਾਈ ਜਾਂਦਾ ਹੈ। ਔਰ ਤੁਹਾਨੂੰ ਪਤਾ ਹੈ, ਤੁਹਾਡੀ ਜ਼ਿੰਦਗੀ ਸਾਫ਼ ਸੁਥਰੀ ਲੰਘ ਸਕਦੀ ਹੈ, ਮੇਰੀ ਵੀ ਲੰਘ ਸਕਦੀ ਆ, ਪਰ ਜਦੋਂ ਲੋੜ ਤੋਂ ਜ਼ਿਆਦਾ ਆਪਾਂ ਜ਼ੋਰ ਚੁੱਕ ਲੈਂਦੇ ਹਾਂ, ਲੋਡ ਚੁੱਕ ਲੈਂਦੇ ਹਾਂ, ਫਿਰ ਬੰਦਾ ਕੀ ਕਰਦਾ ਹੈ? ਬੰਦਾ ਧਰਮ ਤੋਂ ਦੂਰ ਹੋ ਜਾਂਦਾ ਹੈ। ਇੰਨੀ ਉਹ ਪਰਵਾਹ ਕਰਦਾ। 10 ਰੁਪਏ ਦੀ ਚੀਜ਼ 1000 ਦੀ ਵੀ ਵੇਚ ਸਕਦਾ। ਪਰ ਹੁਣ ਉੱਥੇ ਵਿਵੇਕ ਨਹੀਂ ਹੈਗਾ ਕਿ ਜਿਹੜੀ ਚੀਜ਼ ਦੀ ਕੀਮਤ 10 ਰੁਪਏ ਆ, ਉਹਦੀ ਤੂੰ ਕਿੰਨੀ ਕੁ ਕਮਾਈ ਕਰ ਸਕਦਾ। ਇਹ ਥੋੜੀ ਤੂੰ 1000 ਦੀ ਵੇਚ ਦੇਗਾ, ਪਰ ਲੋਕੀ ਵੇਚ ਦਿੰਦੇ ਆ। ਜਿੱਦਾਂ ਕਰ ਲੈਂਦਾ ਬੰਦਾ, ਬੜਾ ਖਤਰਨਾਕ ਬੰਦਾ। ਫਿਰ ਉਹ ਕਹਿੰਦੇ ਆ ਮਨ ਕਾ ਸੁਭਾਅ ਸਭ ਕੁਝ ਕੋਈ ਕਰੇ। ਮਨ ਦੇ ਅਨੁਸਾਰ ਹੀ ਬੰਦਾ ਕੰਮ ਕਰ ਰਿਹਾ ਹੈ। ਉਹ ਜਿੱਦਾਂ ਮਨ ਕਹੀ ਜਾਂਦਾ ਬੰਦਾ ਤੁਰਿਆ ਜਾਂਦਾ। ਬੰਦਾ ਸੋਚਦਾ ਥੋੜੀ ਹੈ ਕਿ ਇਹ ਗਲਤ ਹੈ ਕੰਮ। ਨਿੱਜਰ ਸਾਹਿਬ, ਬਲ ਮਨ ਤਾਂ ਜਿਹੜਾ ਉੱਥੇ ਹੀ ਡੁਬਾ ਦਿੰਦਾ ਹੈ ਉਹਨੂੰ। ਮਨ ਤਾਂ ਕਹਿੰਦਾ ਮੈਨੂੰ ਆ ਵੀ ਚਾਹੀਦਾ, ਆ ਵੀ ਚਾਹੀਦਾ, ਸਾਰਾ ਇੱਕਦਮ ਹੀ ਹੀਰਾ ਹੋਏ ਮਨ ਦੇ ਕੋਲ, ਜਿਹੜਾ ਹੈਗਾ ਖਰਾ ਸੋਨਾ ਹੋਏ, ਉਹ ਕਹੂਗਾ ਮੈਨੂੰ ਤਾਂ ਕੱਚ ਚਾਹੀਦਾ ਭਾਈ, ਆਹ ਚਾਹੀਦਾ ਮੈਨੂੰ ਤਾਂ, ਆਹ ਸਵਾਦ ਦਵਾ, ਆਹ ਦਿਖਾ ਮੈਨੂੰ, ਆਹ ਦਿਖਾ। ਹਰ ਚੀਜ਼ ਨੂੰ ਉਹਨੇ ਮੈਂ ਕਰਨਾ ਬਸ। ਨਿੱਜਰ ਸਾਹਿਬ, ਸਵੇਰ ਤੋਂ ਉੱਠਦੇ ਆਪਾਂ, ਦੇਖ ਲਓ ਮਨ ਕੀ ਕਹਿੰਦਾ। ਮਨ ਛੱਡਦਾ ਤੁਹਾਨੂੰ? ਹਾਂ, ਕਹਿੰਦਾ ਆ ਵੀ ਲੈ, ਆ ਵੀ ਲੈ। ਅੰਦਰੋਂ ਰੌਲਾ ਪਾਉਂਦੀ ਕਿ ਹਲਕੀ ਜਿਹੀ ਆਵਾਜ਼ ਆਉਂਦੀ ਹੈ ਤੁਹਾਡੇ, ਕਹਿੰਦੀ ਕੀ ਹੈ ਇਹ ਨਹੀਂ ਹੈ ਸਹੀ। ਉਹ ਕਹਿੰਦਾ ਚੁੱਪ ਕਰਕੇ ਬੈਠੀ ਰਹਿ, ਮੈਨੂੰ ਪਤਾ ਕੀ ਸਹੀ ਕੀ ਗਲਤ ਹੈ, ਤੂੰ ਕੌਣ ਹੁੰਦੀ ਦੱਸਣ ਵਾਲੀ? ਉਹ ਕਹਿੰਦੀ ਹੈ ਮੈਂ ਤੇਰੀ ਆਤਮਾ, ਤੂੰ ਮੇਰਾ ਕਹਿਣਾ ਨਹੀਂ ਮੰਨੇਗਾ। ਉਹ ਕਹਿੰਦਾ ਕਿਹੜੀ ਆਤਮਾ? ਤੈਨੂੰ ਮੈਂ ਕੀ ਕਵਾਂ? ਉਹ ਸਾਹਮਣੇ ਵੇਖ ਕਿੰਨੇ ਸਹੂਲਤਾਂ ਮਿਲਦੀਆਂ, ਪਰ ਉਹ ਨਹੀਂ ਸੋਚਦਾ ਕਿ ਜਿੰਨੇ ਸੁਖੀ ਲੈਣਾ ਹੈ ਉਹ ਤੇਰੀ ਆਤਮਾ ਵਾ। ਉਹਨੂੰ ਤੇ ਛੱਡਣ ਦੇ ਆ ਤੇ ਹੋਰ ਕੁਝ ਫੜੀ ਜਾਂਦਾ ਵਾ, ਪਰ ਚ ਸੁੱਖ ਤੇ ਹੈਗਾ ਨਹੀਂ। ਬਿਲਕੁਲ। ਪਰ ਬੰਦਾ ਮੰਨਦਾ। ਉਹ ਕਹਿੰਦਾ ਨਹੀਂ, ਕਾਰਾਂ ਚ ਸੁੱਖ ਹੈ, ਮਹਿਲਾਂ ਚ ਸੁੱਖ ਹੈ। ਉਹ ਕਹਿੰਦਾ ਜੇ ਤੈਨੂੰ ਨੀਂਦ ਹੀ ਨਹੀਂ ਆਈ, ਤੂੰ ਸੁੱਖ ਨਾਲ ਜੀਵਨ ਹੀ ਨਾ ਬਤੀਤ ਕਰ ਸਕਿਆ, ਆਖਰ ਤੇ ਤੈਨੂੰ ਫਿਰ ਇਹ ਜਿਹੜਾ ਇਕੱਠਾ ਕਰੀ ਜਾਂਦੇ ਆ ਲੋੜ ਤੋਂ ਜ਼ਿਆਦਾ, ਇਹ ਤੇਰੇ ਕੀ ਕੰਮ ਨਹੀਂ ਹੋਣਾ, ਕਿਉਂਕਿ ਤੂੰ ਕੀਮਤ ਬਹੁਤ ਵੱਡੀ ਦੇ ਦਿੱਤੀ ਹੈ। ਦੇਖੋ ਇਹ ਚੀਜ਼ ਨੂੰ ਸਮਝੋ ਆਪਣੀ, ਹੈ ਨਾ। ਕਹਿੰਦੇ ਕਿ ਮਨ ਕਾ ਸੁਭਾਅ ਸਭ ਕੋਈ ਕਰੇ। ਮਨ ਦਾ ਸੁਭਾਅ ਹੀ ਆ, ਇਹ ਤੁਹਾਨੂੰ ਬਹਿਣ ਹੀ ਨਹੀਂ ਦੇਣਾ ਚਾਹੁੰਦਾ। ਇਹ ਕਹਿੰਦਾ ਕਿ ਇਹ ਜੋ ਲੋਕ ਹੀ ਕਰਦੇ ਪਏ, ਤੁਹਾਨੂੰ ਸਭ ਤੋਂ ਵੱਡੀ ਉਦਾਹਰਨ ਦੇਣੀ ਹੈ। ਲੋਕਾਂ ਨੂੰ ਕੀ ਹੋ ਗਿਆ, ਕੀ ਫਰਕ ਪੈਂਦਾ ਹੈ? ਨਿੱਜਰ ਸਾਹਿਬ, ਉਹ ਵੀ ਤੇ ਰਿਸ਼ਵਤ ਲੈਂਦੇ, ਉਹਨੂੰ ਕੀ ਹੋ ਗਿਆ? ਕੁਛ ਨਹੀਂ ਹੋਇਆ। ਫਿਰ ਅਗਲੇ ਕਹਿਣਗੇ ਤੂੰ ਰੱਬ, ਫਿਰ ਇਹਨਾਂ ਨੂੰ ਕੋਈ ਸਜ਼ਾ ਦਿੰਦਾ। ਮੈਂ ਫਿਰ ਤੂੰ ਦਿਆ ਜਾ ਕੇ, ਮੈਂ ਤੂੰ ਕੁਰਸੀ ਤੇ ਬਵੇਂਗਾ, ਤੂੰ ਇਹ ਤੋਂ ਵੀ ਖਤਰਨਾਕ ਬੰਦਾ ਬਣ ਜਾਣਾ। ਅਜੇ ਤੇਰੇ ਕੋਲ ਪਾਵਰ ਨਹੀਂ ਹੈਗੀ। ਅੰਗੂਰ ਖੱਟੇ ਆ ਕਿਉਂਕਿ ਦੂਰ ਹੈ। ਜਦੋਂ ਉੱਥੇ ਬਵੇਂਗਾ ਤੈਨੂੰ ਪਤਾ ਲੱਗੂਗਾ ਪਾਵਰ ਦਾ ਜਿਹੜਾ ਬੁਖਾਰ ਹੈ ਕਿੱਦਾਂ ਦਾ ਹੁੰਦਾ ਹੈ। ਸੋ ਇੱਥੇ ਇਹ ਆਪਾਂ ਸਮਝੀਏ, ਮਨ ਦਾ ਸੁਭਾਅ ਵਾ ਇਹ ਤੁਹਾਨੂੰ ਇੱਧਰ ਤੋਂ ਲਈ ਫਿਰਦਾ। ਇਹ ਸਾਡੇ ਕੋਲ ਇੱਕ ਛੋਟੀ ਜਿਹੀ ਆਵਾਜ਼ ਆ, ਮੈਂ ਤੁਹਾਨੂੰ ਦੱਸਦਾ, ਇਹ ਆਤਮਾ ਦੀ ਆਵਾਜ਼ ਆ। ਫਿਰ ਹਾਲ ਨਾ ਅੰਦਰ ਰੌਲਾ ਬਹੁਤ ਹੈ ਤੁਹਾਡੇ, ਇਸ ਕਰਕੇ ਉਹ ਸੁਣਦੀ ਨਹੀਂ ਹੈ ਤੁਹਾਨੂੰ, ਕਿਉਂਕਿ ਬਹੁਤ ਉਹਨੂੰ ਸ਼ਾਂਤੀ ਚਾਹੀਦੀ ਹੈ। ਜਿੱਦਣ ਤੁਸੀਂ ਨਿਰਵਿਚਾਰ ਹੋ ਗਏ ਨਾ, ਤੇ ਤੁਹਾਡੇ ਅੰਦਰ ਉਹੀ ਆਵਾਜ਼ ਰਹਿ ਜਾਣੀ ਹੈ, ਬਾਕੀ ਤੇ ਖਤਮ। ਫਿਰ ਉਹ ਜਦੋਂ ਹੈ ਹੀ ਉਹ ਆ, ਤੇ ਫਿਰ ਕਿੰਨੇ ਮੁਕਤ ਹੋਣਾ ਹੈ, ਕਿੰਨੇ ਬੰਧਾਂ ਤੇ ਬੰਧਣਾ ਹੈ, ਉਹ ਕਹਾਣੀ ਨਹੀਂ ਰਹਿ ਜਾਣੀ, ਕਿਉਂਕਿ ਉਹੀ ਤੇ ਹੈਗੀ। ਉਹਨੂੰ ਆਪਾਂ ਸੁਣਦੇ ਨਹੀਂ ਆ, ਆਪਾਂ ਉਹਨੂੰ ਛੱਡਦੇ ਆ, ਬਾਕੀ ਆਪਾਂ ਸਭ ਬਕਵਾਸ ਸੁਣਦੇ ਆ। ਪਰ ਜਿਹੜੀ ਅਸਲੀ ਆਵਾਜ਼ ਆ, ਜਿਹੜੀ ਕਹਿੰਦੀ ਕਿ ਉਹ ਰੱਬ, ਆਪਾਂ ਉਹਨੂੰ ਨੱਪ ਦਿੰਦੇ ਆ। ਨਹੀਂ, ਕਹਿੰਦੀ ਹੈ ਤੂੰ ਰੌਲਾ ਨਾ ਪਾ, ਤੇ ਅਗਲਾ ਬੰਦਾ ਵੀ ਸਹੀ ਹੈ। ਆਪਾਂ ਕਹਿੰਦੇ ਨਹੀਂ, ਤੈਨੂੰ ਜ਼ਿਆਦਾ ਪਤਾ ਹੈ, ਮੈਨੂੰ ਪਤਾ ਹੈ। ਉਹ ਕਹਿੰਦੀ ਹੈ ਇਹ ਪੈਸੇ ਤੇਰੇ ਨਹੀਂ ਆ, ਤੂੰ ਨਾ ਚੁੱਕ। ਆਪਾਂ ਕਹਿੰਦੇ ਸਾਨੂੰ ਕੌਣ ਮਿਲਦਾ ਪਿਆ? ਨਿੱਜਰ ਸਾਹਿਬ, ਬਿਲਕੁਲ। ਆਪਾਂ ਕਹਿੰਦੇ ਨਹੀਂ, ਕੌਣ ਮਿਲਦਾ ਪਿਆ? ਉਹ ਕਹਿੰਦੀ ਮੈਂ ਤੇ ਵੀ ਨਹੀਂ ਪਈ ਹੈ ਨਾ, ਤੂੰ ਆ ਕੇ ਕਰ ਰਿਹਾ। ਫਿਰ ਆਪਾਂ ਨਹੀਂ ਮੰਨਦੇ ਉਹਨੂੰ ਵਿਚਾਰੀ ਨੂੰ। ਔਰ ਦੇਖੋ ਰੱਬ, ਮੈਂ ਹੈਰਾਨ ਹੁੰਦਾ, ਤੁਸੀਂ ਮੈਨੂੰ ਕਹੋ ਚਰਨਜੀਤ ਆਹ ਕੰਮ ਕਰ, ਆਹ ਕੰਮ ਕਰ, ਉਹ ਚੰਗਾ ਕੰਮ ਕਰ,
10-15 ਦਿਨ ਬਾਅਦ ਤੁਸੀਂ ਕਹਿਣਾ ਦਫਾ ਕਰੋ ਇਹਨੂੰ, ਇਹ ਤਾਂ ਸੁਣਦਾ ਹੀ ਨਹੀਂ। ਪਰ ਵੇਖੋ ਤੁਹਾਡੀ ਆਤਮਾ ਮਰਨ ਤੱਕ ਤੁਹਾਡੀ ਉਹ ਚਾਹੁੰਦੀ ਹੈ ਕਿ ਤੂੰ ਵਾਪਸ ਆਏਗਾ। ਦੇਖੋ ਕਿੰਨੀ ਵੱਡੀ ਗੱਲ ਹੈ। ਪ੍ਰਮਾਤਮਾ, ਮੈਂ ਹੈਰਾਨ ਹੁੰਨਾ, ਤੁਸੀਂ ਮੈਨੂੰ ਕਹੋ ਕਿ 15-20 ਦਿਨ ਤੋਂ ਤੁਸੀਂ ਕਹਿਣਾ ਦਫਾ ਕਰੋ ਇਹ ਬੰਦੇ ਨੂੰ, ਇਹ ਤਾਂ ਸੁਣਦਾ ਨਹੀਂ। ਖੇ ਖਾਣ ਦਿਓ, ਇਹਨੂੰ ਡੁੱਬਣ ਦਿਓ, ਇਹ ਖਾਣ ਦਿਓ ਇਹਨੂੰ, ਇਹਨੂੰ ਚਵਲ ਨੂੰ ਜਾਣ ਦਿਓ। ਪਰ ਆਤਮਾ ਕਹਿੰਦੀ ਨਹੀਂ, ਆਖਰ ਤੱਕ ਤੁਹਾਡੇ ਅੰਦਰ ਚੰਗਿਆਈ ਦੀ ਆਵਾਜ਼ ਆਉਣੀ ਹੈ, ਤੁਸੀਂ ਵਾਪਸ ਆ ਜਾਓ, ਪਲੀਜ਼ ਆ ਜਾਓ, ਆ ਜਾਓ। ਅਬ ਜਸਟ ਦੇਖੋ ਕਿ ਉਹ ਕਿੰਨੀ ਓਪਰਚੁਨਿਟੀ ਦੇ ਰਹੀ ਹੈ ਤੁਹਾਨੂੰ। ਕੱਲ ਫਿਰ ਦੇਣੀ ਹੈ, ਕੱਲ ਦਿਨ ਚੜਨਾ ਹੈ, ਫਿਰ ਸ਼ੁਰੂ ਤੋਂ ਫਿਰ ਤੁਹਾਨੂੰ ਚਾਂਸ ਆ ਜਾਓ। ਚੰਗਿਆਈ ਫੜ ਲਾ ਤੂੰ ਚਰਨਜੀਤ, ਚੰਗਿਆਈ ਫੜ ਲਾ। ਪਰ ਚਰਨਜੀਤ ਕਹਿੰਦਾ ਪੁੱਤ ਕਹਿੰਦਾ ਸੁਣਨੀ ਨੀ ਤੇਰੀ, ਮੈਂ ਦੂਜੀ ਸਾਈਡ ਤੇ ਘੋੜਾ ਭਜਾਈ ਜਾਵਾਂਗਾ। ਤੇ ਉਹ ਨਹੀਂ ਹਟਦੀ ਵਿਚਾਰੀ। ਉਹ ਕਹਿੰਦੀ ਕੋਈ ਨਹੀਂ, ਅੱਜ ਦਾ ਦਿਨ ਤਾਂ ਲੰਘ ਗਿਆ ਨਾ, ਚੱਲ ਬੱਚੇ ਕੱਲ ਫਿਰ ਤੈਨੂੰ ਮੌਕਾ ਦੇਵਾਂਗਾ। ਔਰ ਦੇਖੋ ਗੋਰਖੀ ਸਾਹਿਬ ਕਿੰਨਾ ਜ਼ਬਰਦਸਤ ਆ ਮਾਲਕ ਦੀ ਗੇਮ। ਉਹ ਸਾਰੀਆਂ ਫਾਈਲਾਂ ਜਿਹੜੀਆਂ ਕਲੋਜ਼ ਆਪਣੀਆਂ ਓਪਨ ਆ ਸਾਰੀਆਂ ਨੂੰ ਬੰਦ ਕਰ ਦਿੰਦਾ, ਔਰ ਕੱਲ ਨੂੰ ਫਿਰ ਨਵੇਂ ਸਿਰੇ ਤੋਂ ਫਿਰ ਆਪਾਂ ਉਹ ਵੀ ਫਾਈਲਾਂ ਖੋਲ ਲੈਂਦੇ। ਆਓ ਇੱਕ ਚੀਜ਼ ਹੋਰ ਜੀ, ਜੇ ਤੁਸੀਂ ਉਹਦੀ ਆਵਾਜ਼ ਸੁਣਦੇ ਜੋ ਨਾ ਤੇ ਮਗਲਾ ਲੇਖਾ ਨਾਲ ਹੀ ਖਤਮ। ਹਾਂ, ਲੇਖੇ ਵਿਨਾਸ਼ ਹੋ ਜਾਂਦੇ ਆ, ਸੜ ਜਾਂਦੇ, ਸਵਾਹ ਹੋ ਜਾਂਦੇ। ਪਰ ਸੁਣਦਾ ਨਹੀਂ ਕੋਈ। ਤੁਸੀਂ ਕਥਾ ਸੁਣ ਕੇ ਕਿਹੜੀ ਸੁਣ ਡੈ ਪੈਣੀ ਆ? ਇਹ ਸਭ ਇੱਥੇ ਚੰਗੀਆਂ ਲੱਗਦੀਆਂ ਨੇ। ਕਥਾ ਬੰਦ ਹੋ ਗਈ, ਤੁਸੀਂ ਫਿਰ ਉਸੇ ਤਰ੍ਹਾਂ ਜੀਵਨ ਤੇ ਚੱਲ ਜਾਣਾ। ਪਰ ਜਿੱਦਣ ਸੁਣ ਲਈ ਨਾ, ਫਿਰ ਮਜ਼ਾ ਆਉਣਾ ਜੀਵਨ। ਫਿਰ ਦੂਜੀਆਂ ਆਵਾਜ਼ਾਂ ਹੌਲੀ ਹੌਲੀ ਕਰਕੇ ਭਗਤੀਆਂ ਸ਼ਾਂਤ ਹੋ ਜਾਣੀਆਂ। ਫਿਰ ਤੁਹਾਡੇ ਅੰਦਰ ਇੱਕੋ ਆਤਮਾ ਦੀ ਆਵਾਜ਼ ਰਹਿ ਜਾਣੀ ਆ। ਉਹਦੇ ਚ ਦੋਸ਼ ਹੀ ਕੋਈ ਨਹੀਂ ਹੈਗਾ। ਉਹ ਤੇ ਕਿਤੇ ਨਹੀਂ ਚਾਹੁੰਦੀ ਤੂੰ ਪਾਪ ਕਰ, ਉਹ ਕਿਤੇ ਨਹੀਂ ਕਹਿੰਦੀ ਤੂੰ ਚੋਰੀ ਕਰ, ਉਹ ਕਿਤੇ ਨਹੀਂ ਕਹਿੰਦੀ ਤੂੰ ਠੱਗੀ ਮਾਰ। ਉਹ ਕਹਿੰਦੀ ਤੈਨੂੰ ਲੋੜ ਹੀ ਨਹੀਂ ਮਹਿੰਗੇ ਕੱਪੜੇ ਪਾਉਣ ਦੀ, ਤੂੰ ਸਿੰਪਲ ਜੀਵਨ ਬਤੀਤ ਕਰ। ਦਿਖਾਵਾ ਕਿਹਨੂੰ ਕਰਨਾ ਹੈ? ਉਹਨੇ ਫਿਰ ਤੁਹਾਡੀ ਬਹੁਤ ਦੀ ਸਾਰੀ ਜਿਹੜੀ ਦੌੜ ਹੈ ਨਾ, ਭੱਜ ਭੱਜ ਕੇ ਜਿਹੜੇ ਤੁਰੇ ਫਿਰਦੇ ਜੋ, ਉੱਥੇ ਟਾਈਮ ਸਟਾਪ ਲੱਗ ਜਾਣਾ, ਫੁੱਲ ਸਟਾਪ। ਇੰਨੀ ਪਾਵਰਫੁਲ ਆਤਮਾ ਹੈ, ਕਿਉਂਕਿ ਉਹਦੇ ਵਿੱਚ ਪਹੁੰਚਣ ਤੋਂ ਬਾਅਦ ਸਾਰੀਆਂ ਗਤੀਆਂ ਸਟਾਪ ਹੋ ਜਾਣ। ਜੇਕਰ ਬਾਹਰ ਦੀ ਗਤੀ ਚੱਲ ਰਹੀ ਹੈ, ਇਹਦਾ ਮਤਲਬ ਹੈ ਤੁਸੀਂ ਉੱਥੇ ਪਹੁੰਚੇ ਨਹੀਂ ਜੋ। ਹਾਂ ਚਲੇ ਜਾਓ, ਕੋਈ ਗੱਲ ਨਹੀਂ, ਪਰ ਇੱਛਾ ਖਤਮ ਹੋ ਜਾਣੀ ਜੀ। ਉਹ ਬੜੀ ਪਾਵਰਫੁਲ ਚੀਜ਼ ਹੈ, ਕਿਉਂਕਿ ਧੁਰਾ ਵਾ, ਧੁਰੇ ਤੱਕ ਕਿੱਥੇ ਚੱਲ ਜਾਓਗੇ? ਉੱਥੇ ਸਭ ਕੁਝ ਸਟਾਪ ਹੋ ਜਾਣਾ। ਬਿਲਕੁਲ। ਕਿੱਥੇ ਜਾਣਾ ਵਾ? ਜਿੱਥੇ ਜਾਣਾ ਉੱਥੇ ਤੇ ਆਲਰੇਡੀ ਪਹੁੰਚ ਗਏ। ਉਹ ਅੰਦਰ ਜਿਹੜਾ ਅੰਦਰ ਸੀ ਨਾ, ਜਿਹੜਾ ਤੁਹਾਡੇ ਅੰਦਰ ਇੱਕ ਤੱਤ ਸੀ, ਤੁਹਾਨੂੰ ਬਾਹਰ ਭਜਾਈ ਫਿਰਦਾ ਸੀ, ਉਹ ਸ਼ਾਂਤ ਹੋ ਜਾਣਾ। ਆਤਮਾ ਬਹੁਤ ਪਾਵਰਫੁਲ ਹੈ। ਤ੍ਰਿਪਤ ਹੋ ਜਾਓਗੇ, ਤੁਸੀਂ ਸੰਤੁਸ਼ਟ ਹੋ ਜਾਓਗੇ। ਅਗਲੀ ਤੁਕ ਚ ਲਿਖਿਆ ਅਬੇ ਅਨਬੇ ਕਰਤਾ ਹੋਏ ਸੋ ਅਨਪੈ ਹੈ। ਬਸ ਜਿਹੜਾ ਮਾਲਕ ਦਾ ਹੋ ਗਿਆ ਕਰਤਾ, ਕਰਨਾ ਤਾਂ ਮਾਲਕ ਨੇ ਆ। ਜਿਹੜਾ ਕਰਤੇ ਦਾ ਹੋ ਗਿਆ ਬਸ ਉਹਦੇ ਵਿਚਾਰ ਖਤਮ ਹੈ। ਜਿਹਨੂੰ ਹਰੇਕ ਜਗ੍ਹਾ ਤੇ ਕਰਤਾ ਨਜ਼ਰ ਆ ਰਿਹਾ ਤੋ ਅਨਪੈ ਹੋ ਗਿਆ, ਪੈ ਰਹਿਤ ਹੋ ਗਿਆ, ਉਹ ਮਾਇਆ ਪਾਸੇ ਹੋ ਗਈ। ਹਾਂਜੀ ਵੀਰ ਜੀ, ਬਿਲਕੁਲ ਠੀਕ। ਗੇਮ ਜਿੱਤ ਲਈ ਫਿਰ ਇੰਨਾ ਹੀ ਤੇ ਕੰਮ। ਹਾਂਜੀ ਨਿੱਜ ਸਾਹਿਬ, ਅੱਜ ਦੀ ਵਿਚਾਰ? ਨਹੀਂ ਹਾਲੇ ਤਾਂ 2 ਬੰਦ ਪਏ ਆ ਗੁਰਕੀ ਸਾਹਿਬ। फल कारण, हाँ जी, फल कारण फूल ही बन रहा है, फल लागा तब फूल बिलाए। ਕਹਿੰਦੇ ਦੇਖ ਲਓ ਭਾਈ, ਇਹ ਸਾਰੀ ਦੀ ਸਾਰੀ ਗੇਮ, ਇਹ ਸਾਰੀ ਬਨਸਪਤੀ ਜਿਹੜੀ ਹੈ ਕਾਹਦੇ ਵਾਸਤੇ ਹੁੰਦੀ ਹੈ? ਵੈਜੀਟੇਸ਼ਨ ਕਿਉਂ ਹੈ? ਕਹਿੰਦੇ ਕਿਉਂਕਿ ਇਹਨਾਂ ਨੂੰ ਫਲ ਕਿਉਂ ਲੱਗਦੇ ਆ? ਕਹਿੰਦੇ ਫੁੱਲ ਕਿਉਂ ਲੱਗਦੇ ਆ? ਕਹਿੰਦੇ ਫਲ ਵਾਸਤੇ ਲੱਗਦੇ ਆ ਭਾਈ। ਇਸ ਵਾਸਤੇ ਫਲਦੀ ਫੁੱਲਦੀ ਹੈ। ਸਾਰੇ ਦਰਖਤ ਜਿਹੜੇ ਹੈਗੇ, ਪੱਤੇ ਆਉਂਦੇ, ਸਾਰੇ ਵੱਡੇ ਹੁੰਦੇ, ਸਾਰਾ ਕੁਛ ਹੁੰਦਾ ਫਲਾਂ ਦੇ ਵਾਸਤੇ ਹੁੰਦਾ। फल कारण फूल ही बन रहा है, फल लागा तब फूल बिलाए। और फल ਲੱਗ ਗਿਆ ਤੇ ਫਿਰ ਭਾਈ ਉਹਦੇ ਫੁੱਲ ਜਿਹੜੇ ਹੈਗੇ ਬਿਲਾ ਗਏ। ਬਸ ਜਦ ਆਪਾਂ ਪਹੁੰਚ ਗਏ, ਵਿਚਾਰ ਮੰਡਲ ਕ੍ਰਾਸ ਕਰ ਲਿਆ ਆਪਾਂ ਨੇ, ਤੇ ਗੇਮ ਜਿੱਤੀ ਗਈ। ਫਿਰ ਗਿਆਨੇ ਕਾਰਨ ਕਰਮ ਅਭਿਆਸ, ਇਹਦੇ ਵਾਸਤੇ ਹੀ ਜਿਹੜਾ ਹੈਗਾ ਆ ਧਿਆਨ ਸਿਮਰਨ ਕਰਨਾ ਹੈ, ਆਪਣਾ ਗਿਆਨ ਲੈਣ ਵਾਸਤੇ। ਜਦ ਪ੍ਰੈਕਟੀਕਲ ਕਰ ਲਿਆ ਤੇ ਕਰਮ ਅਭਿਆਸ ਖਤਮ ਹੋ ਗਿਆ ਭਾਈ। ਇਹਦੇ ਵਾਸਤੇ ਤਾਂ ਸੀਗਾ ਗਿਆਨ ਭਇਆ ਤੇ ਕਰਮ ਹੈ ਨਾਸ। ਫਿਰ ਕਰਮਾਂ ਦਾ ਲੇਖਾ ਜੋਖਾ ਸਾਰਾ ਖਤਮ ਹੋ ਗਿਆ। ਸਾਰੀ ਦੀ ਸਾਰੀ ਉਹ ਬੰਦਾ ਬਾਹਰ ਆ ਗਿਆ ਗੇਮ ਤੋਂ ਭਾਈ। ਹਾਂਜੀ ਵੀਰ ਜੀ। ਵੀਰ ਜੀ, ਹਾਂਜੀ 1 ਮਿੰਟ ਲਈ ਮੈਂ ਬੇਨਤੀ ਕਰਾਂ। ਹਾਂਜੀ। ਤੇ ਬਹੁਤ ਡੂੰਘੀ ਇਹ ਕਥਾ ਹੋ ਰਹੀ ਆ, ਤੇ ਮੈਂ ਮਾੜੀ ਜੀ ਬੇਨਤੀ ਕਰਾਂ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਜੀ, ਉਹ ਫੁੱਲ ਦੇ ਨਾਲ ਜਿਹੜਾ ਹੈਗਾ ਆ ਫਲ, ਇਹ ਅਲਟੀਮੇਟਲੀ ਜਿਹੜਾ ਹੈਗਾ ਆ, ਉਸ ਫੁੱਲ ਦਾ ਕੋਈ ਫਾਇਦਾ ਨਹੀਂ ਜਿਹਨੇ ਫਲ ਨੂੰ ਜਨਮ ਨਹੀਂ ਦਿੱਤਾ। ਬਿਲਕੁਲ ਸਹੀ ਗੱਲ।
ਅੱਗੇ ਮਾਲਿਕ ਕਹਿ ਰਹੇ ਨੇ ਗਿਆਨੇ ਕਾਰਨ ਕਰਮ ਅਭਿਆਸ। ਇਹ ਜਿਹੜੇ ਨਾ ਜੀ ਉਪਨਿਸ਼ਦਾਂ ਦੇ ਰਿਸ਼ੀ ਸੀਗੇ, ਉਹਨਾਂ ਨੇ ਜਿਸ ਤਰ੍ਹਾਂ ਗੁਰੂ ਬਾਬੇ ਨੇ ਨਾ ਜੀ ਜਿਹੜੇ ਹੈਗੇ ਆ ਖੰਡ ਕਹੇ ਹੈਗੇ ਆ ਸ਼ੁਰੂ ਤੋਂ ਹੋ ਕੇ, ਜਿਹੜੇ ਹੈਗੇ 5 ਖੰਡ ਲਾਸਟ ਦੇ ਵਿੱਚ ਕਿਹਾ ਹੈਗਾ ਸੱਚਖੰਡ ਵਸੇ ਨਿਰੰਕਾਰ। ਉਹ ਤਾਂ ਆਪਣਾ ਹਿਰਦਾ ਹੀ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ, ਹਿਰਦਾ ਹੀ ਜਿਹੜਾ ਹੈਗਾ ਨਾ ਜੀ ਕਰਮ ਖੰਡ ਤੋਂ ਜਿਹੜਾ ਹੈਗਾ ਆ। ਤੇ ਇਸੇ ਤਰੀਕੇ ਦੇ ਨਾਲ ਨਾ ਜੀ ਇਹ ਜਿਹੜੇ ਰਿਸ਼ੀ ਮੁਨੀ ਹੈਗੇ ਆ ਪ੍ਰਾਚੀਨ, ਉਹਨਾਂ ਨੇ ਕਿਹਾ ਸੀਗਾ ਵੀ ਪਹਿਲਾਂ ਜਿਹੜੀ ਯਾਤਰਾ ਕਰਨੀ ਹੈਗੀ ਕਰਮ ਕਾਂਡ, ਦੂਸਰੀ ਉਹਨਾਂ ਨੇ ਕਿਹਾ ਸੀ ਉਪਾਸਨਾ ਕਾਂਡ, ਤੇ ਲਾਸਟ ਦੇ ਵਿੱਚ ਜਿਹੜਾ ਫਲ ਹੈਗਾ ਆ ਉਹ ਹੈਗਾ ਗਿਆਨ ਕਾਂਡ। ਗਿਆਨੇ ਭਗਤ ਜੀ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ, ਵੀ ਉਹ ਅਲਟੀਮੇਟ ਜਿਹੜਾ ਹੈਗਾ ਚੌਥੇ ਪਦ ਵਾਸਤੇ ਜਿਹੜਾ ਹੈਗਾ ਆ ਕਰਮ ਅਭਿਆਸ ਸ਼ੁਰੂ ਕੀਤਾ, ਜਿਸ ਤੇ ਕਰਮ ਕਾਂਡ ਜਿਹੜੇ ਹੈਗੇ ਜੋ ਵੀ ਰੱਬ ਵੱਲ ਨੂੰ ਚੱਲੇ ਹੈਗੇ ਆ। ਤੇ ਉਸ ਤੋਂ ਬਾਅਦ ਕਹਿੰਦੇ ਗਿਆਨ ਭਿਆ ਤੈ ਕਰਮੇ ਨਾਸ, ਜਿਸ ਵੇਲੇ ਉਹ ਪ੍ਰਾਪਤੀ ਹੋ ਗਈ ਤੇ ਫਿਰ ਜਿਹੜੇ ਹੈਗੇ ਆ ਕਰਮ ਕਾਂਡ ਕਰਨ ਦੀ ਲੋੜ ਹੀ ਨਹੀਂ ਪਈ। ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਜੀ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਜਿਹੜਾ ਹੈਗਾ ਜਿਸ ਵੇਲੇ ਉਹ ਕ੍ਰੋਸ ਕਰਕੇ ਉਸ ਤੱਤ ਨੂੰ ਲੈ ਲਿਆ, ਫਿਰ ਜਿਹੜਾ ਹੈਗਾ ਆ ਫਿਰ ਇਹ ਜਿਹੜਾ ਹੈਗਾ ਆ ਵਾਹਿਗੁਰੂ ਕਹਿਣ ਦੀ ਵੀ ਲੋੜ ਨਹੀਂ, ਕਿਉਂਕਿ ਤੁਸੀਂ ਮੰਜ਼ਿਲ ਦੇ ਉੱਤੇ ਪਹੁੰਚ ਗਏ ਹੈਗੇ ਆ। ਤੇ ਭਗਤ ਜੀ ਕਹਿ ਰਹੇ ਆ ਗਿਆਨ ਭਿਆ ਤੈ ਕਰਮੇ ਨਾਸ। ਜਿਸ ਵੇਲੇ ਗਿਆਨ ਹੋ ਗਿਆ, ਮਤਲਬ ਜਿਸ ਵੇਲੇ ਅਚੀਵਮੈਂਟ ਹੋ ਗਈ, ਤੁਸੀਂ ਤੱਤ ਵਸਤੂ ਮਾਲਿਕ ਦੇ ਵਿੱਚ ਬੂੰਦ ਸਾਗਰ ਦੇ ਵਿੱਚ ਚਲੀ ਗਈ, ਤੈ ਕਰਮੇ ਨਾਸ, ਫਿਰ ਕੋਈ ਕਰਮ ਕਾਂਡ ਰਹਿ ਹੀ ਨਹੀਂ ਗਿਆ। ਵੀਰ ਜੀ ਦੇਖੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਰੇਸ਼ਮ ਜੀ ਦੇਖੋ ਇੱਥੇ ਨਾ ਫਿਰ ਆਪਾਂ ਕਰਮ ਕਾਂਡ ਜਿਹੜੇ ਹੈਗੇ ਉਹਨਾਂ ਨੂੰ ਤਾਂ ਬਾਣੀ ਜਿਹੜੀ ਹੈਗੀ ਆ ਰਿਜੈਕਟ ਕਰਦੀ ਆ ਸਾਰੀ ਬਾਣੀ। ਕਰਮ ਜਿਹੜਾ ਇੱਥੇ ਕਰਮ ਲਿਖਿਆ ਹੋਇਆ ਜਿਹੜਾ ਗਿਆਨੇ ਕਾਰਨ ਕਰਮ ਅਭਿਆਸ, ਇਹ ਕਰਮ ਅਭਿਆਸ ਜਿਹੜਾ ਹੈਗਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਆਹ ਕਰਮ ਹੈਗਾ ਭਾਈ। ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਣਾ, ਆਹ ਕਰਮ ਹੈਗਾ ਭਾਈ। ਗਿਆਨੇ ਕਾਰਨ ਕਰਮ ਅਭਿਆਸ, ਕਿਉਂਕਿ ਆਪਾਂ ਰੋਜ਼ ਸੁਣਨ ਦੇ ਵਿੱਚ ਜੋ ਰੋਜ਼ ਵਿਚਾਰ ਬੰਦ ਕਰਨ ਵਾਸਤੇ ਰੋਜ਼ ਬੈਠਦੇ ਹਾਂ ਧਿਆਨ ਦੇ ਵਿੱਚ, ਆਹ ਕਰਮ ਹੈਗਾ। ਇਹ ਵੀਰ ਜੀ ਤੁਹਾਡੀ ਗੱਲ ਠੀਕ ਆ। ਇੱਥੇ ਜਿਹੜੀ ਭਗਤ ਜੀ ਨਾ ਜੀ ਇਸ਼ਾਰਾ ਕਰ ਰਹੇ ਹੈਗੇ ਆ, ਉਹ ਕਰਮ ਅਭਿਆਸ ਦਾ ਮਤਲਬ ਹੈਗਾ ਆ ਰੱਬ ਦੇ ਮਾਰਗ ਤੇ ਚੱਲਣ ਦੀ ਗੱਲ ਕਰ ਰਹੇ ਆ, ਵੀ ਕਰਮ ਕਰਨਾ ਆ, ਜਿਹਨੂੰ ਕਹਿੰਦੇ ਨਾ ਜੀ ਆਪਾਂ ਕਰਮ ਜਿਹੜਾ ਹੈਗਾ ਕਰਨਾ ਜਿਹੜਾ ਹੈਗਾ ਆ, ਉਹ ਕਰਮ ਤਾਂ ਆਹੀ ਵੀਰ ਜੀ ਦੱਸ ਰਹੇ ਨਾ, ਕਰਮ ਤਾਂ ਇਹੀ ਕਰਮ ਤਾਂ ਹੈਗਾ, ਹੋਰ ਕਰਮ ਕਿਹੜੇ ਹੈਗੇ? ਜਿਹੜਾ ਆਪਾਂ ਕਰ ਰਹੇ ਹੈਗੇ ਇਸ ਕਰਮ ਦੀ ਗੱਲ ਕਰ ਰਹੇ ਹੈਗੇ। ਹਾਂਜੀ ਹਾਂਜੀ, ਉਹੀ ਤਾਂ ਕਰਮ ਕਾਂਡ ਨਾ ਕਹੋ ਜੀ ਉਹਨੂੰ, ਕਰਮ ਕਾਂਡ ਨਹੀਂ ਕਹਿ ਸਕਦੇ ਰੇਸ਼ਮ ਜੀ ਉੱਥੇ। ਧਰਮ ਪਖੰਡ ਜੋ ਦਿਸੇ ਹਾਂ ਨਹੀਂ, ਮੈਂ ਵੀਰ ਜੀ ਜਿਹੜੀ ਉਹ ਕਰਮ ਕਾਂਡ ਦਾ ਮਤਲਬ ਸੀਗਾ ਨਾ ਜੀ, ਮੈਂ ਸਿਰਫ ਉਹ 3 ਅਵਸਥਾਵਾਂ ਦਸੀਆਂ ਜਿਹੜੀਆਂ ਕਹਿੰਦੇ ਹੈਗੇ ਆ, ਤੇ ਕਰਮ ਕਰਨਾ, ਉਪਾਸਨਾ, ਫਿਰ ਗਿਆਨ ਪ੍ਰਾਪਤੀ। ਕਰਮ ਕਾਂਡ ਅਸੀਂ ਸਰੀਰ ਨਾਲ ਕਰਦੇ ਹਾਂ ਜੀ, ਇਹ ਕਰਮ ਅਭਿਆਸ ਆ, ਮਤਲਬ ਮਨ ਦਾ ਅਭਿਆਸ, ਜਿਹੜੀ ਆਪਣੀ ਮਨ ਨੂੰ ਵਿਚਾਰਾਂ ਤੋਂ ਰੋਕਣਾ, ਉਹੀ ਕਰਮ ਅਭਿਆਸ। ਇਹ ਗੁਰਬਾਣੀ ਜਿਹੜੀ ਕਹਿੰਦੀ ਹੈ ਰੇਸ਼ਮ ਜੀ, ਦੇਖੋ ਉਹਦੇ ਵਿੱਚ ਜਿਹੜਾ ਹੈਗਾ ਪਹਿਲਾਂ ਆਪਾਂ ਨੇ ਗਿਆਨ ਲੈਣਾ ਹੈਗਾ, ਗਿਆਨ ਲੈਣ ਤੋਂ ਬਾਅਦ ਫਿਰ ਆਪਾਂ ਨੇ ਜਿਹੜਾ ਹੈਗਾ ਕਰਮ ਜਿਹੜਾ ਤੁਸੀਂ ਕਹਿ ਰਹੇ ਹੋ, ਉਹ ਗਿਆਨ ਦੇ ਬਾਅਦ ਜੋ ਗਿਆਨ ਲਿਆ ਹੈ ਉਹਨੂੰ ਐਕਸ਼ਨ 'ਚ ਕਨਵਰਟ ਕਰਨਾ ਹੈ ਆਪਾਂ ਨੇ। ਉਹਨੂੰ ਕਹਿੰਦੇ ਆ ਸਰਮ ਮਿਹਨਤ, ਉਹਨੂੰ ਕਹਿੰਦੀ ਇੱਕ ਬਾਣੀ ਕਰਮ, ਧਿਆਨ ਸਿਮਰਨ ਕਰਨ, ਅੰਤਰ ਧਿਆਨ ਹੋਣਾ, ਉਹ ਕਰਮ ਹੈਗਾ। ਉਸ ਤੋਂ ਬਾਅਦ ਬਖਸ਼ਿਸ਼ ਹੋ ਜਾਏਗੀ ਆਪਣੀ, ਉਹ ਜਿਹੜਾ ਹੈਗਾ ਉਹ ਸਰਮ ਖੰਡ, ਉਹ ਮਿਹਨਤ ਦਾ ਖੰਡ ਆ। ਉਸ ਤੋਂ ਬਾਅਦ ਕਰਮ ਖੰਡ 'ਚ ਚਲੇ ਜਾਵਾਂਗੇ ਆਪਾਂ। ਆਹ ਹੈਗੀ ਭਾਈ ਬਾਣੀ ਦੇ ਅਨੁਸਾਰ ਇਸ ਤਰ੍ਹਾਂ ਹੈਗਾ। ਚਲੋ ਅੱਗੇ ਚੱਲੀਏ। ਕਰਮ ਤਾਂ ਬੰਦਕਾਰੀ ਵੀ ਆ ਜੀ, ਕਰਮ ਜੋ ਕਰਦੇ ਆ ਨਿਜਰ ਸਾਹਿਬ ਬੰਦਨੇ ਭਾਈ, ਕਰਮ ਧਰਮ ਬੰਦਕਾਰੀ, ਉਹਦਾ ਬੰਧਨ ਆ ਜੀ। ਹਾਂਜੀ ਹਾਂਜੀ, ਨਿਜਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ ਅਮਰਪਾਲ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ, ਨਿਜਰ ਸਾਹਿਬ ਜਿਹੜੀ ਤੁਸੀਂ ਆਪਣੇ ਕਰਮਾਂ ਦੇ ਉੱਪਰ ਕਥਾ ਆਪਣੇ ਕਰ ਰਹੇ ਤੁਸੀਂ, ਵਿਚਾਰ ਚੱਲ ਰਹੀ ਆ, ਇਹਦੇ ਚ ਜਿਹੜੇ ਪੂਰਬਲੇ ਕਰਮ ਹੁੰਦੇ ਇਨਸਾਨ ਦੇ, ਇੱਕ ਤਾਂ ਆਪਾਂ ਮੌਜੂਦਾ ਕਰਦੇ ਹਾਂ ਜਦੋਂ ਆਪਾਂ ਇਨਸਾਨੀ ਜਾਮੇ ਚ ਆ ਗਏ ਆ ਤੇ ਆਪਾਂ ਚੰਗਾ ਕਰਮ ਤੇ ਮਾੜਾ ਕਰਮ ਕਰਦੇ ਆ।
ਕੋਈ ਦੱਸਦਾ ਵੀ ਪਿਛਲੇ ਪੂਰਬਲੇ ਕਰਮ ਜਿਹੜਾ ਕਰਮ ਮੁਤਾਬਕ ਜਿਹੜੀ ਇਹ ਇਨਸਾਨੀ ਜਾਮਾ ਮਿਲਦਾ ਇਹ ਵੀ ਹੈ। ਬਿਲਕੁਲ ਹੈਗਾ। ਉਸੇ ਅਨੁਸਾਰ ਤਾਂ ਜਿਹੜੇ ਕਰਮ ਕਰਦੇ ਆ ਉਹਦਾ ਹੀ ਤਾਂ ਫਲਿਆ ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਆਏ। ਇਹ ਜਿਹੜੇ ਹੈਗੇ ਚੰਗੇ ਔਰ ਮੰਦੇ ਕਰਮ ਜਿਹੜੇ ਕਰ ਰਹੇ ਆ ਆਪਾਂ, ਧਿਆਨ ਸਿਮਰਨ ਤੋਂ ਇਲਾਵਾ ਜੋ ਕੁਝ ਵੀ ਆਪਾਂ ਕਰ ਰਹੇ ਆ ਉਹਦਾ ਫਲ ਆਪਾਂ ਨੂੰ ਸਰੀਰ ਦੇ ਨਾਲ ਹੀ ਮਿਲਣਾ ਹੈਗਾ। ਤੇ ਇਹ ਕਰਮ ਖਤਮ ਕਿੱਦਾਂ ਹੋਣੇ ਆ? ਇਹ ਕਰਮ ਆ ਖਤਮ ਕਰਨ ਵਾਸਤੇ ਤਾਂ ਸਾਰਾ ਦਾ ਸਾਰਾ ਗਿਆਨ ਹੀ ਹੈਗਾ। ਇਹ ਜਦ ਤੁਸੀਂ ਨਿਰਵਿਚਾਰ ਹੁੰਦੇ ਹੋ ਤੇ ਇਹ ਕਰਮ ਖਤਮ ਹੋ ਜਾਂਦੇ ਆ, ਇਹ ਲੇਖਾ ਜੋਖਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਕਾਰਨ ਸਿਰ ਇਸ ਤਰ੍ਹਾਂ। ਹਾਂਜੀ, ਜਿਸ ਤਰ੍ਹਾਂ ਕਬੀਰ ਸਾਹਿਬ ਪ੍ਰਭੂ ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹਾਂ, ਪੰਜਵੀਂ ਪਾਤਸ਼ਾਹੀ ਕਹਿੰਦੀ। ਹਾਂਜੀ, ਪੰਜਵੀਂ ਪਾਤਸ਼ਾਹੀ ਦੀ ਬਾਣੀ ਆ। ਹਾਂ, ਤੋਂ ਆਉਂਦਾ ਨਾ ਗੁਰਬਾਣੀ ਚ ਆਉਂਦਾ ਨਾ ਵੀ ਜੋ ਹੀ ਨਾਮ ਹਿਰਦੇ ਧਰਿਓ ਹੋਇਓ ਪਾਪ ਕਾ ਨਾਸ, ਜੈਸੇ ਚਿੰਗੀ ਆਖੀ ਤੇ ਬੜੀ ਪੁਰਾਣੀ ਘਾਸ। ਨਹੀਂ, ਇਹ ਬਾਣੀ ਨਹੀਂ ਹੈਗੀ ਜੀ, ਇਹ ਕਬੀਰ ਸਾਹਿਬ ਦੀ ਆ। ਹਾਂ, ਮਤਲਬ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ ਗੀ। ਹਾਂਜੀ, ਅੱਛਾ ਚਲੋ ਠੀਕ ਹੈ, ਨਿੱਤਰ ਸਾਹਿਬ ਦੀ ਕਰੋ ਕਥਾ ਕਰੋ। ਠੀਕ, ਮਿਹਰਬਾਨੀ, ਧੰਨਵਾਦ। ਨਹੀਂ ਠੀਕ ਹੈ ਜੀ। ਗਿਆਨ ਭਇਆ ਤੈ ਕਰਮੈ ਨਾਸ, ਗਿਆਨੇ ਕਾਰਨ ਕਰਮ ਅਭਿਆਸ। ਕਹਿੰਦੇ ਆਤਮ ਗਿਆਨ ਲੈਣ ਵਾਸਤੇ ਜਿਹੜਾ ਹੈਗਾ, ਆਤਮ ਗਿਆਨ ਪ੍ਰੈਕਟੀਕਲ ਕਰਨ ਵਾਸਤੇ ਜਿਹੜਾ ਹੈਗਾ ਇਹ ਕਰਮਾਂ ਦਾ ਅਭਿਆਸ ਧਿਆਨ ਸਿਮਰਨ ਕਰਨਾ ਪੈਂਦਾ ਹੈ। ਗਿਆਨ ਭਇਆ ਤੈ ਕਰਮੈ ਨਾਸ। ਜਦ ਆਤਮ ਮਤਲਬ ਲੇਖ ਹੋ ਗਏ ਜੀ, ਲਿਖ ਤੋਂ ਮਤਲਬ। ਹਾਂਜੀ, ਜਦ ਗਿਆਨ ਹੋ, ਲਲਾਟ ਜਦ ਗਿਆਨ ਪਿਆ ਤਹਿ ਕਰਮੈ ਨਾਸ, ਉਸ ਵੇਲੇ ਜਿਹੜੇ ਹੈਗੇ ਆਪਣੇ ਕਰਮਾਂ ਦਾ ਨਾਸ ਹੋ ਜਾਂਦਾ ਹੈ ਭਾਈ। ਉਦੋਂ ਜਿਹੜੀ ਹੈ ਯਾਤਰਾ ਪੂਰੀ ਹੋ ਜਾਂਦੀ ਹੈ ਇਨਸਾਨ ਦੀ। ਬਸ ਉਹ ਬੂੰਦ ਸਮੁੰਦਰ ਦੇ ਵਿੱਚ ਆ ਜਾਂਦੀ ਹੈ ਭਾਈ, ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ। ਅੱਗੇ ਕ੍ਰਿਤ ਕਾਰਨ ਦਦ ਮੱਥੇ ਸਿਆਣ। ਕਹਿੰਦੇ ਸਿਆਣੇ ਜਿਹੜੇ ਹੈਗੇ ਘਿਓ ਦੇ ਕਾਰਨ ਜਿਹੜੇ ਹੈਗੇ ਦੁੱਧ ਨੂੰ ਰਿੜਕਦੇ ਆ, ਦਹੀਂ ਨੂੰ ਰਿੜਕਦੇ ਆ ਘਿਓ ਪ੍ਰਾਪਤ ਕਰਨ ਦੇ ਵਾਸਤੇ। ਜੀਵਨ ਮੁਕਤ ਸਦਾ ਨਿਰਵਾਣ। ਔਰ ਨਿਰਵਾਣ ਜਿਹੜਾ ਹੈ ਬਾਣ ਤੋਂ, ਜਿਹੜੇ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਾਲਕ ਪਰਮਾਤਮਾ ਨੇ ਪਾਏ ਹੋਏ ਆ, ਇਹ ਜਿਹੜੇ ਹੈਗੇ ਜਿਹੜਾ ਇਨਸਾਨ ਆਪਣੇ ਵਿਚਾਰ ਬੰਦ ਕਰਦਾ ਹੈ, ਧਿਆਨ ਸਿਮਰਨ ਕਰਦਾ ਹੈ, ਉਹ ਜੀਵਨ ਮੁਕਤ ਹੋ ਜਾਂਦਾ ਹੈ, ਨਿਰਵਾਣ ਹੋ ਜਾਂਦਾ ਹੈ, ਹਮੇਸ਼ਾ ਨਿਰਵਾਣ ਹੋ ਜਾਂਦਾ ਹੈ। ਆ ਕਿਰਤ ਜਿਹੜਾ ਹੈਗਾ, ਜਿਹੜਾ ਅੰਮ੍ਰਿਤ। ਕਹਿ ਰਵਿਦਾਸ ਪਰਮ ਵੈਰਾਗ। ਕਹਿੰਦੇ ਭਾਈ ਉਹ ਮਾਲਕ ਪਰਮਾਤਮਾ ਦੇ ਨਾਲ ਵੈਰਾਗੀ ਹੋ ਜਾਣਾ, ਮਾਲਕ ਪਰਮਾਤਮਾ ਦਾ ਵੈਰਾਗ, ਮਾਲਕ ਪਰਮਾਤਮਾ ਦਾ ਪਿਆਰ, ਇਹ ਸਭ ਤੋਂ ਉੱਚਾ ਹੈਗਾ ਭਾਈ, ਸਾਰਿਆਂ ਤੋਂ ਉੱਚਾ ਪਰਮ ਵੈਰਾਗ ਹੈਗਾ। ਔਰ ਇਹਦੇ ਵਾਸਤੇ ਹਿਰਦੇ ਰਾਮ ਕੀ ਨਾ ਜਪੋ ਸਭਾਗ। ਹਿਰਦੇ ਦੇ ਵਿੱਚ ਤੇਰਾ ਰਾਮ ਪਿਆ ਬੈਠਾ ਹੈ, ਮਾਲਕ ਪਰਮਾਤਮਾ ਤੇਰੀ ਆਤਮਾ, ਤੇ ਤੂੰ ਜਪਦਾ ਕਿਉਂ ਨਹੀਂ ਆ? ਕਿਉਂ ਅਭਾਗਾ ਹੋ ਰਿਹਾ ਹੈ ਭਾਈ? ਕਿਉਂ ਨਹੀਂ ਸ਼ੁਰੂ ਕਰ ਰਿਹਾ? ਦੇਖ ਮਨੁੱਖੀ ਜੂਨ ਪਾਈ ਹੈ ਔਰ ਉਹ ਜਾ ਰਹੀ ਹੈ ਤੇਰੀ ਅਜਾਈ। ਹਿਰਦੇ ਰਾਮ ਕੀ ਨਾ ਜਪੋ ਸਭਾਗ। ਇਹ ਅਭਾਗੇ ਕਿਉਂ ਨਹੀਂ ਜਪਦਾ? ਕਿਉਂ ਨਹੀਂ ਧਿਆਨ ਸਿਮਰਨ ਕਰਦਾ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਵਧੀਆ ਵਿਚਾਰ ਕੀਤੀ ਹੈ। ਆਪਾਂ ਫਿਰ ਕਥਾ ਤੇ ਵਾਪਸ ਚੱਲਦੇ ਹਾਂ। ਹਾਂਜੀ ਵੀਰ ਜੀ। ਦੇਖੋ ਕਹਿੰਦੇ ਆ ਕਿ ਫਲ ਕਾਰਨ ਫੁੱਲ ਬਣਾਇਆ। ਤੇ ਫਲ ਲੱਗਦਾ ਹੈ ਤੇ ਪਹਿਲਾਂ ਫੁੱਲ ਲੱਗਦਾ ਹੈ। ਫਲ ਨੂੰ ਪ੍ਰਾਪਤ ਕਰਨ ਵਾਸਤੇ ਜਾਂ ਫਲ ਦਾ ਪ੍ਰੋਸੈਸ ਕੰਪਲੀਟ ਕਰਨ ਵਾਸਤੇ ਫੁੱਲ ਜਿਹੜੀ ਆ ਪਹਿਲੀ ਰਿਕੁਆਇਰਮੈਂਟ, ਠੀਕ ਹੈ, ਬਣਾਇਆ। ਹੁਣ ਫੁੱਲ ਲਾਗਾ ਤਬ ਫਲ ਬਿਲਾਇਆ। ਫਲ ਲਾਗਾ ਤਾਂ ਫੁੱਲ ਵਿਨਾਸ਼। ਹਾਂਜੀ, ਫਲ ਲੱਗ ਗਿਆ ਤੇ ਫੁੱਲ ਖਤਮ। ਫਲ ਜਦੋਂ ਲੱਗ ਜਾਂਦਾ ਹੈ ਤੇ ਫਿਰ ਫੁੱਲ ਜਿਹੜਾ ਸੀ ਉਹ ਬਿਲਾ ਜਿਹੜਾ ਪ੍ਰੋਸੈਸ ਕੰਪਲੀਟ ਹੋ ਜਾਂਦਾ, ਉਹ ਚੱਲ ਜਾਂਦਾ। ਹੁਣ ਦੇਖੋ ਨਾ, ਛੋਟੇ ਛੋਟੇ ਫੁੱਲ ਲੱਗੇ ਹੁੰਦੇ ਆ ਸਾਡੇ ਘਰ ਹੀ ਅਮਰੂਦ ਦਾ ਰੁੱਖ, ਨਿੱਕਾ ਜਿਹਾ ਪਹਿਲਾਂ ਫੁੱਲ ਲੱਗਦਾ। ਜਿਵੇਂ ਫਲ ਵੱਡਾ ਹੁੰਦਾ ਹੈ ਤੇ ਫੁੱਲ ਜਿਹੜਾ ਹੈ ਉਹ ਆਪਣਾ ਕੰਮ ਕਰਕੇ ਉਹ ਸਾਈਡ ਤੇ ਹੋ ਜਾਂਦਾ। ਫੁੱਲ ਦੇ ਪਿੱਛੇ ਹੀ ਫਲ ਆ ਜਾਂਦਾ। ਫੁੱਲ ਦੇ ਪਿੱਛੇ ਹੀ ਫਲ ਆ ਜਾਂਦਾ। ਬਾਣੀ ਨੇ ਹੀ ਬਾਣੀ ਨੂੰ ਆਪਣੇ ਆਪ ਹੀ ਖੋਲ ਦੇਣਾ। ਠੀਕ ਹੈ, ਹੁਣ ਅੱਗੇ ਚੱਲੀਏ। ਗਿਆਨ ਕਾਰਨ ਕਰਮ ਅਭਿਆਸ। ਅਭਿਆਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਆਪਾਂ ਬਾਰ-ਬਾਰ ਅਭਿਆਸ ਕਰਦੇ। ਠੀਕ ਹੈ, ਅਭਿਆਸ ਦਾ ਮਤਲਬ ਤੇ ਇਹੋ ਹੀ ਹੈ ਕਿ ਕੋਈ ਚੀਜ਼ ਨੂੰ, ਹੁਣ ਜਿੱਦਾਂ ਆਪਾਂ ਰੋਟੀ ਬਣਾਉਣੀ ਸਿੱਖਦੇ ਹਾਂ, ਬਾਰ-ਬਾਰ ਪ੍ਰੈਕਟਿਸ ਕਰਦੇ ਹਾਂ ਨਾ, ਅਭਿਆਸ ਦਾ ਮਤਲਬ ਉਹੀ ਹੈ। ਠੀਕ ਹੈ, ਕਹਿੰਦੇ ਗਿਆਨ ਕਾਰਨ ਕਰਮ ਅਭਿਆਸ, ਗਿਆਨ ਅਭਿਆਸ ਤਬ ਕਰਮ ਨਾਸ। ਕਰਮ ਨਾਸ, ਬਿਲਕੁਲ। ਆਪਾਂ ਅਭਿਆਸ ਕੀਤਾ, ਗਿਆਨ ਨੂੰ ਪ੍ਰਾਪਤ ਕੀਤਾ, ਫਿਰ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਕਰਮ ਜਿੱਦਾਂ ਫੁੱਲ ਲੱਗ ਹੋ ਜਾਂਦਾ ਨਾ, ਉਹ ਅਭਿਆਸ ਜਿਹੜਾ ਕਰਮ ਆ, ਉਹ ਆਮ ਕਰਮ ਨਹੀਂ ਤੁਹਾਡਾ ਖਤਮ ਹੋਣਾ, ਉਹ ਤੇ ਤੁਹਾਡੇ ਮਰਨ ਤੋਂ ਬਾਅਦ ਖਤਮ ਹੋਊਗਾ। ਪਰ ਜਿਹੜਾ ਦੂਜਾ ਕਰਮ ਆ, ਉਹ ਸਟਾਰਟਿੰਗ ਆਪਾਂ ਕਿਸੇ ਚੀਜ਼ ਤੋਂ ਕਰਦੇ ਆ।
ਹੁਣ ਜਿੱਦਾਂ ਬਿਲਡਿੰਗ ਬਣਾਉਣੀ ਆ, ਬਿਲਡਿੰਗ ਦੇ ਲਈ ਬਾਂਸ ਲਾਈਦੇ ਨੇ, ਫੱਟੇ ਲਾਈਦੇ ਨੇ, ਕਿੰਨਾ ਸਮਾਨ ਹੁੰਦਾ ਹੈ, ਪਰ ਆਖਰ ਤੇ ਜਦੋਂ ਬਿਲਡਿੰਗ ਕੰਪਲੀਟ ਹੋ ਜਾਂਦੀ ਹੈ ਤੇ ਨਿੱਜਰ ਸਾਹਿਬ ਉਹ ਸਮਾਨ ਸਾਈਡ ਤੇ ਹੋ ਜਾਂਦਾ। ਉਹ ਬਿਲਡਿੰਗ ਦਾ ਹਿੱਸਾ ਥੋੜੀ ਆ ਉਹ, ਪਰ ਲੋੜ ਹੈਗੀ ਉਹਦੀ। ਬਿਲਕੁਲ ਲੋੜ ਹੈਗੀ ਆ। ਉਹ ਤੋਂ ਬਿਨਾਂ ਬਿਲਡਿੰਗ ਨਹੀਂ ਬਣਨੀ। ਹਾਂ, ਕਿਉਂਕਿ ਫੁੱਲ ਆ, ਫੁੱਲ ਦੇ ਪਿੱਛੇ ਫਲ ਆ, ਪਰ ਪਹਿਲੀ ਸਟੇਜ ਫੁੱਲ ਹੀ ਆ। ਫੁੱਲ ਸਾਈਡ ਤੇ ਹੋ ਗਿਆ, ਫਲ ਮਗਰੇ ਤੁਰਿਆ ਆਉਂਦਾ ਹੈ। ਬਿਲਕੁਲ ਪਿੱਛੇ ਆ ਉਹ। ਇਹ ਨਾ ਕਹੋ ਕੀ ਹੈ, ਕਰਮ ਕਾਂਡ ਵੀ ਕੁਝ ਹੱਦ ਤੱਕ ਜਿਹੜਾ ਬੇਸਿਕ ਜਿਹੜਾ ਤੁਹਾਡਾ ਹੈਗਾ ਉਹ ਰਿਕੁਆਇਰਮੈਂਟ ਹੈਗੀ ਆ। ਪਰ ਹੁਣ ਜਦੋਂ ਆਪਾਂ ਕਾਲਜ ਚ ਪੜ੍ਹਦੇ ਹਾਂ, ਕਾਲਜ ਪੜ੍ਹਾਈ ਕੀਤੀ, ਜਦੋਂ ਉੱਥੋਂ ਪੜ੍ਹਾਈ ਖਤਮ ਹੋ ਗਈ, ਆਪਾਂ ਕਾਲਜ ਤੋਂ ਬਾਹਰ ਅੱਗੇ ਤੁਰ ਗਏ ਨਾ। ਕਿਉਂਕਿ ਕਾਲਜ ਤੋਂ ਅੱਗੇ ਜਾਣਾ ਹੈ ਨਾ। ਹੁਣ ਕਾਲਜ ਥੋੜੀ ਮੈਂ ਬੈਠੇ ਰਹਿਣਾ, ਮੈਂ ਨੌਕਰੀ ਕਰਨੀ ਆ। ਮੇਰੇ ਤੋਂ ਛੋਟੀ ਨੌਕਰੀ ਮਿਲੂ ਫਿਰ ਮੈਂ ਵੱਡੀ ਨੌਕਰੀ ਤੇ ਜਾਊਂ। ਇਸੇ ਤਰ੍ਹਾਂ ਜੀਵਨ ਚੱਲਦਾ ਹੈ। ਉਹ ਬਾਣੀ ਵੀ ਸਾਨੂੰ ਇਹ ਸਮਝਾ ਰਹੀ ਹੈ ਕਿ ਤੂੰ ਗਾਂਹ ਵਧਣਾ ਹੈ। ਇਹ ਤੇਰਾ ਮੰਜ਼ਿਲ ਨਹੀਂ ਹੈਗੀ, ਇਹ ਤੇਰੇ ਰਾਹ ਦੀ ਇੱਕ ਪੜਾਅ ਹੈਗਾ, ਇਸ ਤੋਂ ਅੱਗੇ ਤੂੰ ਜਾਣਾ। ਠੀਕ ਹੈ, ਅੱਗੇ ਅਗਲੀ ਤੋਂ ਕੋਲ ਨਿਜਰ ਸਾਹਿਬ। ਕ੍ਰਿਤ ਕਾਰਨ ਦਦ ਮਥੇ ਸਿਆਣ। ਸਿਆਣੇ ਲੋਕ ਜਿਹੜੇ ਹੈਗੇ ਦਹੀਂ ਕਿਉਂ ਰਿੜਕਦੇ ਆ, ਦੁੱਧ ਨੂੰ ਕਿਉਂ ਰਿੜਕਦੇ ਕਹਿੰਦੇ? ਘਿਓ ਪ੍ਰਾਪਤ ਕਰਨ ਦੇ ਵਾਸਤੇ, ਉਹਦੇ ਵਿੱਚੋਂ ਘਿਓ ਪ੍ਰਾਪਤ ਕਰਨ ਵਾਸਤੇ। ਜੀਵਨ ਮੁਕਤ ਸਦਾ ਨਿਰਵਾਣ, ਜੀਵਨ ਮੁਕਤ ਸਦਾ ਨਿਰਵਾਣ। ਔਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ, ਜਿਹੜਾ ਮੁਕਤ ਹੋ ਗਿਆ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਨਿਰਵਾਣ, ਇਹ ਬਾਣ ਵਗੇ ਹੋਏ ਆ, ਉਹ ਹਮੇਸ਼ਾ ਵਾਸਤੇ ਜਿਹੜਾ ਹੈਗਾ ਮੁਕਤ ਹੋ ਜਾਏਗਾ ਭਾਈ। ਜਿਹੜਾ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਵਿਚਾਰਾਂ ਮੰਡਲ ਤੋਂ ਅੱਗੇ ਲੰਘ ਗਿਆ ਤੇ ਜੀਵਨ ਮੁਕਤ ਹੋ ਗਿਆ। ਉਹ ਜੀਵਨ ਮੁਕਤ ਸਦਾ ਨਿਰਵਾਣ, ਆ ਹੈਗਾ ਟੀਚਾ, ਆ ਹੈਗਾ ਘਿਓ। ਕਹੇ ਰਵਿਦਾਸ ਪਰਮ ਬੈਰਾਗ। ਰਵਿਦਾਸ ਜੀ ਕਹਿ ਰਹੇ ਭਾਈ ਬਸ ਸਭ ਤੋਂ ਪਰਮ ਬੈਰਾਗ ਆਹੀ ਹੈਗਾ ਕਿ ਉਹ ਮਾਲਕ ਆਪਣੇ ਅੰਦਰ ਹੈਗਾ। ਹਿਰਦੇ ਰਾਮ ਕੀ ਨਾ ਜਪਸ ਅਭਾਗ। ਤੇ ਤੂੰ ਜਪਦਾ ਕਿਉਂ ਨਹੀਂ ਆ? ਅਭਾਗਿਆ, ਤੇਰੇ ਅੰਦਰ ਪਰਮਾਤਮਾ ਹੈਗਾ ਔਰ ਮਨੁੱਖੀ ਜੂਨ ਹੈਗੀ, ਤੇਰੇ ਕੋਲ ਮਨੁੱਖੀ ਜਾਮਾ ਹੈਗਾ ਔਰ ਇੰਨਾ ਤੇਰੇ ਅੰਦਰ ਆ ਬਾਣੀ ਤੈਨੂੰ ਮਿਲੀ ਹੋਈ ਆ। ਪਰਮ ਬੈਰਾਗ ਤੇਰੇ ਅੰਦਰ ਇਹ ਪਿਆਰ ਪੈਦਾ ਕਰ ਰਹੀ ਹੈ ਤੇ ਤੂੰ ਹੁਣ ਇਹਨੂੰ ਜਿਹੜਾ ਹੈਗਾ ਪ੍ਰੈਕਟੀਕਲ ਕਿਉਂ ਨਹੀਂ ਕਰ ਰਿਹਾ ਭਾਈ? ਹਿਰਦੇ ਰਾਮ ਕੀ ਨਾ ਜਪਸ ਅਭਾਗ, ਕਿਉਂ ਨਹੀਂ ਜਪ ਰਿਹਾ ਭਾਈ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫਿਰ ਉਹ ਕਹਿ ਰਹੇ ਨੇ ਦੁੱਧ ਘਿਓ ਦੇ ਲਈ ਉਹ ਸਾਰੇ ਕਿਰਿਆ ਕਰਦੇ ਆ ਆਪਾਂ। ਕਿੱਦਾਂ ਦੁੱਧ ਨੂੰ ਜਾਗ ਲਾਉਂਦੇ, ਫਿਰ ਦਹੀਂ ਦਾ ਮੱਖਣ, ਫਿਰ ਮੱਖਣ ਨੂੰ ਸਾੜ ਕੇ ਘਿਓ ਤਿਆਰ ਕੀਤਾ ਜਾਂਦਾ। ਆਖਰ ਚ ਪ੍ਰਾਪਤੀ ਤੇ ਘਿਓ ਦੀ ਹੈ। ਠੀਕ ਹੈ, ਕਹਿੰਦੇ ਜੀਵਨ ਮੁਕਤ ਸਦਾ ਨਿਰਵਾਣ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਬੰਦਾ ਜਿਹੜਾ ਆਖਰੀ ਸਟੇਜ ਤੇ ਪਹੁੰਚ ਗਿਆ, ਜਿਹੜਾ ਬੰਦਾ 84 ਤੋਂ ਮੁਕਤ ਹੋ ਗਿਆ, ਉਹੀ ਨਿਰਵਾਣ ਆ। ਬਿਲਕੁਲ। ਔਰ ਇਹ ਸਾਰਾ ਜਿਹੜਾ ਆਪਾਂ ਨੂੰ ਦਿੱਤਾ ਹੈ ਨਾ ਗੁਰਕੀ ਸਾਹਿਬ, ਵਿੱਚ ਮਨੁੱਖੀ ਸਰੀਰ ਮਿਲਿਆ ਹੋਇਆ ਆ, ਸਾਰਾ ਘਰ ਗ੍ਰਸਤੀ ਮਿਲੀ ਹੋਈ ਆ, ਸਾਰਾ ਕੁਝ ਹੈਗਾ। ਇਹ ਸਾਰੀ ਗੇਮ ਕੀ ਹੈਗੀ? ਪਰਮਾਤਮਾ ਦੀ ਆ ਨਿਰਵਾਣ ਵਾਸਤੇ ਗੇਮ ਹੈ, ਆਹੀ ਗੇਮ ਹੈ ਮਾਲਕ ਦੀ ਬਸ। ਹਾਂਜੀ ਵੀ ਇੱਕ ਅਮਰਪਾਲ ਸਾਹਿਬ ਕਹਿੰਦੇ ਕਿ ਤੁਹਾਡੇ ਚੰਗੇ ਕਰਮ ਆ ਤੇ ਸ਼ਾਇਦ ਤੁਹਾਨੂੰ ਮਨੁੱਖਾ ਦੇਹ ਮਿਲੀ ਹੈ। ਇਹ ਨਹੀਂ ਗੱਲ ਹੈਗੀ। ਇਹ 84 ਦੇ ਵਿੱਚ ਇੱਕ ਹੈਗਾ, ਇੱਕ ਸਟੈਪ ਹੈਗਾ, ਉੱਥੇ ਕੁੰਡੀ ਹੈ। ਇਹ ਕੀਮਤੀ ਇਸ ਕਰਕੇ ਕਿਹਾ ਮਨੁੱਖ ਦੇਹ ਇਸ ਕਰਕੇ ਕਹੇਗੀ ਕੀਮਤੀ ਕਿਉਂਕਿ ਕਾਫੀ ਲੰਮੇ ਸਫ਼ਰ ਤੋਂ ਬਾਅਦ ਬੰਦੇ ਨੂੰ ਮਿਲਦੀ ਆ, ਇਸ ਕਰਕੇ ਇਹਦੀ ਵੈਲਿਊ ਐਡ ਹੈਗੀ ਆ। ਇਹ ਨਹੀਂ ਕਿ ਸਾਨੂੰ ਕੋਈ ਚੰਗਾ ਆਪਾਂ ਕਰਮ ਕਿੱਥੋਂ ਕਰਨਾ? ਦੂਜੀ ਤੇ ਸਾਰੀਆਂ ਭੋਗੀ ਜੂਨੀਆਂ ਹੈਗੀਆਂ। ਉੱਥੇ ਕੇਵਲ ਤੁਸੀਂ ਇੱਥੇ ਤੁਸੀਂ ਸੇਵਿੰਗ ਵੀ ਕਰ ਸਕਦੇ ਜੋ ਤੇ ਇਹਨੂੰ ਨਸ਼ਟ ਵੀ ਕਰ ਸਕਦੇ ਜੋ। ਦੂਜੀਆਂ ਜਿੰਨੀਆਂ ਜੂਨੀਆਂ ਨੇ ਉਹ ਕੇਵਲ ਭੋਗੀ ਜੂਨੀਆਂ ਨੇ। ਉੱਥੇ ਬੰਦਾ ਭੋਗਦਾ ਹੈ। ਹਾਥੀ ਕਿਉਂ ਦੀ ਸ੍ਰਿਸ਼ਟੀ ਬਣੀ ਆ? ਹਾਥੀ ਉਸੇ ਜੰਗਲ 'ਚ ਰਹਿੰਦੇ ਆ। ਸ਼ੇਰ ਕਿੰਨਾ ਤਾਕਤਵਰ ਆ, ਉਹਦੇ ਜੀਵਨ 'ਚ ਕੋਈ ਤਰੱਕੀ ਨਹੀਂ ਹੋਈ, ਉਸੇ ਤਰ੍ਹਾਂ ਜੰਗਲ 'ਚ ਬੈਠਾ ਹੈ। ਤੁਸੀਂ ਕੋਈ ਜਾਨਵਰ ਵੇਖ ਲਓ, ਕਿਸੇ ਨੇ ਸਾਡੇ ਵਾਂਗੂ ਮਹਿਲ ਨਹੀਂ ਜੋ ਬਣਾਏ। ਉਹ ਕੇਵਲ ਭੋਗੀ ਜੂਨੀ ਹੈ। ਕੇਵਲ ਮਨੁੱਖਾ ਜਿਹੜੀ ਜੂਨੀ ਆ, ਇਹ ਤੇ ਗੁਰੂ ਰੱਬ ਨੇ ਬੁੱਧੀ ਦਿੱਤੀ, ਇਹਨੂੰ ਗਿਆਨ ਹੈਗਾ। ਉਹਨਾਂ ਦਾ ਕਰਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਪਰ ਸਾਡੇ ਕਰਮ ਦੀ ਜ਼ਿੰਮੇਵਾਰੀ ਪੂਰੀ ਜੋ, ਕਿਉਂਕਿ ਉਹਨਾਂ ਕੋਲ ਆਪਸ਼ਨ ਨਹੀਂ ਹੈਗੇ, ਲਿਮਟਿਡ ਹੈ ਉਹਨਾਂ ਕੋਲ। ਹੁਣ ਉਹਨਾਂ ਕੋਲ ਜਿੰਨਾਂ ਦੇ ਆਪਸ਼ਨ ਹੈਗੇ ਉਹ ਕਰ ਰਹੇ ਨੇ, ਉਹ ਭੋਗ ਰਹੇ ਨੇ ਬਸ। ਪਰ ਜਿਹੜਾ ਆਪਾਂ ਕਰ ਰਹੇ ਹਾਂ, ਸਾਡੇ ਕੋਲ ਗਿਆਨ ਹੈਗਾ, ਸਾਡੇ ਅੰਦਰ ਦੋਨੋਂ ਗਿਆਨ ਹੈ। ਠੀਕ ਹੈ, ਚੰਗਾ ਵੀ ਹੈਗਾ ਤੇ ਮਾੜਾ ਵੀ ਹੈਗਾ। ਕਹਿੰਦੇ ਆ ਜੀਵਤ ਮੁਕਤ ਸਦਾ ਨਿਰਵਾਣ। ਕਹਿੰਦੇ ਆ ਤੈਨੂੰ ਜੀਵਨ ਮਨੁੱਖੀ ਜੀਵਨ ਮਿਲੀ ਹੋਈ ਆ, ਇਹਦੇ ਵਿੱਚ ਹੀ ਤੂੰ ਮੁਕਤ ਹੋ ਸਕਦਾ ਹੈ ਭਾਈ, ਹਮੇਸ਼ਾ ਵਾਸਤੇ ਨਿਰਵਾਣ ਹੋ ਸਕਦਾ ਹੈ। ਇਹ ਤੇਰੇ ਕੋਲ ਚਾਂਸ ਹੈਗਾ। ਜੀਵਤ ਮੁਕਤ ਸਦਾ ਨਿਰਵਾਣ। ਕਹੇ ਰਵਿਦਾਸ ਪਰਮ ਬੈਰਾਗ। ਇਸ ਤੋਂ ਜ਼ਿਆਦਾ ਹੋਰ ਕੀ ਬੈਰਾਗ ਹੈ ਭਾਈ?
ਮਾਲਕ ਪਰਮਾਤਮਾ ਦਾ ਪਿਆਰ ਕਿ ਤੇਰੇ ਅੰਦਰ ਜਿਹੜਾ ਹਿਰਦੇ ਰਾਮ ਕੀ ਨਾ ਜਪਸ ਅਪਾਗ, ਤੇਰੇ ਅੰਦਰ ਮਾਲਕ ਹੈਗਾ ਤੇ ਉਹਨੂੰ ਕਿਉਂ ਨਹੀਂ ਜਪ ਰਿਹਾ ਭਾਈ? ਹਾਂਜੀ ਵੀਰ ਜੀ। ਕਹਿੰਦੇ ਕਹਿ ਰਵਿਦਾਸ ਪਰਮ ਵਿਰਾਗ, ਇਹ ਸਭ ਤੋਂ ਵੱਡਾ ਵਿਰਾਗ ਹੈ ਕਿ ਜਿਹੜਾ ਬੰਦਾ ਜੀਵਤ ਮੁਕਤ ਹੋ ਜਾਂਦਾ। ਤੇ ਜਿਹੜਾ ਆਪਾਂ ਜੀਵਨ ਦਾ, ਮੈਂ ਇੱਕ ਹੀ ਛੋਟੀ ਜੀ ਗੱਲ ਕਹਿਣਾ, ਕਹਿੰਦੇ ਮੁਕਤ ਕਿਹੜਾ ਤੇ ਬੰਧਨ ਚ ਕਿਹੜਾ। ਜਿਹੜਾ ਵੀ 84 ਤੋਂ ਮੁਕਤ ਹੋ ਗਿਆ ਉਹੀ ਮੁਕਤ ਆ, ਉਹੀ ਨਿਰਵਾਣ ਪਦ ਪ੍ਰਾਪਤ ਹੋਇਆ। ਬਾਕੀ ਸਾਰੇ ਆਉਂਦੇ ਜਾਂਦੇ ਰਹਿਣੇ, ਇੱਥੇ ਡੇਰਾ ਲੱਗੇ ਰਹਿਣਾ। ਇਹ ਧਰਤੀ ਨੂੰ ਕੋਈ ਜਲਦੀ ਨਹੀਂ ਹੈ, ਨਾ ਇਹ ਕਿਸੇ ਨੂੰ ਕੱਢਣਾ ਚਾਹੁੰਦੀ। ਉਹ ਤੇ ਕਹਿੰਦੀ ਲੰਮਾ ਚੌੜਾ ਹਿਸਾਬ ਹੈ, ਤੂੰ ਬੈਠਾ ਰਹਿ ਇੱਥੇ। ਔਰ ਜੀਵਤ ਮੁਕਤ ਹੋਣਾ ਹੈ ਵੀਰ ਜੀ। ਔਰ ਇੱਕ ਗੱਲ ਆ, ਜੀਵਤ ਮੁਕਤ ਜਦ ਤੱਕ ਆਪਣੇ ਸਵਾਸ ਹੈਗੇ, ਆਪਾਂ ਕੋਲ ਆਪਣਾ ਜੀਵਨ ਹੈਗਾ ਤੇ ਮੁਕਤ ਹੋਣ ਦਾ ਚਾਂਸ ਹੈਗਾ। ਬਸ ਆਹ ਗੱਲ ਹੈ। ਤੇ ਜਿਹੜਾ ਬੰਦਾ ਮੁਕਤ ਹੋ ਗਿਆ ਉਹਨੇ ਨਿਰਵਾਣ ਨੂੰ ਪਦ ਪ੍ਰਾਪਤ ਕਰ ਲੈਣਾ। ਤੇ ਬਾਕੀ ਕਹਿੰਦੇ ਆ ਕਿ ਉਹ ਕਹਿੰਦੇ ਨੇ ਕਿ ਕਹੇ ਰਵਿਦਾਸ ਪਰਮ ਵਿਰਾਗ, ਇਹ ਵਿਰਾਗ ਹੈ। ਵਿਰਾਗ ਕੋਈ ਮਾਮੂਲੀ ਚੀਜ਼ ਨਹੀਂ ਹੈ, ਇਹ ਤਾਂ ਬੜੀ ਵੱਡੀ ਸ਼ਕਤੀ ਹੈ। ਇਹ ਤੁਹਾਡੇ ਅੰਦਰ ਪੈਦਾ ਉਦੋਂ ਨਹੀਂ ਆ ਜਿੱਦਣ ਤੁਸੀਂ ਆਤਮਾ ਨੂੰ ਹੱਥ ਲਾ ਲਿਆ, ਫਿਰ ਕੁਛ ਕਰਨ ਦੀ ਲੋੜ। ਉਹ ਕਹਿੰਦੇ ਸਾਧੂ ਸਹਿਜ ਸਮਾਧੀ ਭਲੀ, ਹੁਣ ਕੁਛ ਕਰਨ ਦੀ ਲੋੜ ਨਹੀਂ ਹੈ, ਸਾਰਾ ਕੁਝ ਸਟਾਪ ਹੋ ਗਿਆ। ਹੁਣ ਤੇ ਤੁਹਾਡਾ ਤੁਸੀਂ ਅੰਦਰੋਂ ਸਹੀ ਹੋ ਗਏ ਜੋ। ਜਿਹੜਾ ਬੰਦਾ ਅੰਦਰੋਂ ਨਹੀਂ ਨਾ ਸਹੀ ਹੈਗਾ, ਹਜੇ ਜਿਹੜਾ ਬਾਹਰੋਂ ਆਪਣੇ ਕਰਮਾਂ ਨੂੰ ਕੰਟਰੋਲ ਕਰ ਰਿਹਾ, ਸਹੀ ਗਲਤ ਦੇ ਵਿੱਚ ਐਡਜਸਟਮੈਂਟ ਕਰ ਰਿਹਾ, ਉਹ ਇੱਕ ਅਲੱਗ ਚੀਜ਼ ਆ। ਫਿਰ ਤੁਹਾਡੇ 'ਚ ਖੋਟ ਨਹੀਂ ਰਹਿ ਜਾਣੀ, ਇੰਨੀ ਪਵਿੱਤਰ ਸਤਾ ਤੁਹਾਡੇ ਅੰਦਰ ਆ ਜਾਣੀ ਆ ਕਿ ਉਹਦੇ 'ਚ ਦੋਸ਼ ਨਹੀਂ ਹੈਗਾ। ਤੁਸੀਂ ਜੋ ਵੀ ਕਰੋਗੇ ਸਹੀ ਆ, ਸਹੀ ਆ। ਕਿਉਂਕਿ ਹੁਣ ਉੱਥੇ ਦੁਰਾ ਭਾਵ ਨਹੀਂ ਹੈਗਾ, ਆਤਮਾ ਤੇ ਬਹਿ ਗਈ ਆ ਕੇ, ਆਤਮਾ ਪ੍ਰਗਟ ਹੋ ਗਈ ਹੈ। ਤੇ ਇਹ ਜਦੋਂ ਵੀ ਆਤਮਾ ਪ੍ਰਗਟ ਹੋ ਜਾਂਦੀ ਹੈ, ਵਿਰਾਗ ਪੈਦਾ ਹੋ ਜਾਣਾ। ਵਿਰਾਗ ਦਾ ਮਤਲਬ ਕੀ ਆ? ਹੁਣ ਬਾਹਰ ਦੀ ਗਤੀ ਬੰਦ ਆ, ਤੁਸੀਂ ਮੱਖਣ ਤੋਂ ਘਿਓ ਕੱਢ ਲਿਆ, ਹੁਣ ਘਿਓ ਨੂੰ ਕੀ ਕਰੋਗੇ? ਆਖਰੀ ਸਟੇਜ ਆ ਗਈ ਆ। ਉੱਥੇ ਬੰਦਾ ਜਦੋਂ ਪਹੁੰਚ ਜਾਂਦਾ ਹੈ ਉਹ ਫਿਰ ਮੁਕਤੀ ਆ, ਉਹਦੇ ਦੋਸ਼ ਨਹੀਂ ਰਹਿ ਜਾਣਾ। ਫਿਰ ਉਹ ਕਬੀਰ ਜੀ ਫਿਰ ਇਸੇ ਗੱਲ ਨੂੰ ਤਸਦੀਕ ਕਰਦੇ ਨੇ, ਕਿਸੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤਿਮਾਈਏ ਪਾਈਏ। ਇਹ ਵਿਰਾਗ ਤੇ ਜਦੋਂ ਆ ਗਿਆ ਉਦੋਂ ਤੁਸੀਂ ਪੂਰਨ ਪਰਮਾਨੰਦ ਨੂੰ ਪਾ ਲੈਣਾ। ਉਹ ਕੋਈ ਮੁਕਤੀ ਦਾ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਤੁਹਾਨੂੰ, ਤੁਸੀਂ ਮੁਕਤ ਕਿ ਨਹੀਂ ਮੁਕਤ। ਕਬੀਰ ਕਹਿੰਦਾ ਜਦੋਂ ਰੱਬ ਮਿਲ ਜੂ ਕਿੱਦਾਂ ਪਤਾ ਲੱਗੂਗਾ? ਮੈਂ ਤੈਨੂੰ ਪੁੱਛਣ ਦੀ ਲੋੜ ਨਹੀਂ ਆ, ਬੜੀ ਵੱਡੀ ਘਟਨਾ ਉਹ। ਜਦੋਂ ਸੂਰਜ ਨਿਕਲ ਜਾਂਦਾ ਹੈ ਨਾ, ਉਹਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਕਿਵੇਂ ਨਿਕਲ ਗਿਆ। ਮੈਂ ਉਹਦੀ ਮੌਜੂਦਗੀ ਹੀ ਪ੍ਰਤਾਪ ਆ, ਉਹਦਾ ਪ੍ਰਭਾਵ ਆ ਕਿ ਸੂਰਜ ਚੜ ਗਿਆ। ਵੈਸੇ ਤਰ੍ਹਾਂ ਇਹ ਪ੍ਰਮਾਤਮਾ ਦਾ ਸੂਰਜ ਤੇਰੇ ਅੰਦਰ ਚੜਿਆ ਨਾ, ਤੈਨੂੰ ਮੇਰੇ ਪੁੱਛਣ ਦੀ ਲੋੜ ਨਹੀਂ, ਤੈਨੂੰ ਖੁਦ ਹੀ ਪਤਾ ਲੱਗ ਜਾਣਾ। ਠੀਕ ਹੈ, ਅੱਜ ਦੀ ਵਿਚਾਰ ਇੱਥੇ ਥੋੜੀ ਲੰਬੀ ਹੋ ਗਈ ਆ। ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ ਹੋਈ ਹੈ ਵੀਰ ਜੀ, ਬਹੁਤ ਵਧੀਆ। ਹਾਂਜੀ ਵੀਰ ਗੁਰਕੀ ਸਾਹਿਬ, ਇੱਕ ਰਿਕੁਐਸਟ ਆ। ਆਪਣੇ ਅੱਜ ਨਿੱਜਰ ਸਾਹਿਬ ਦਾ ਜਨਮ ਦਿਨ, ਮਾਈਲਸਟੋਨ ਜਨਮ ਦਿਨ ਮੁਬਾਰਕਾਂ ਦੇਣੀਆਂ ਤੇ ਨਾਲੇ ਇਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰਨੀ। ਨਿੱਜਰ ਸਾਹਿਬ ਹਾਂ, ਮੈਂ ਤੇ ਕਹਿੰਦਾ ਨਿੱਜਰ ਸਾਹਿਬ ਦੀ ਬਹੁਤ ਲੋੜ ਹੈਗੀ ਹੈ। ਮੈਂ ਤੇ ਕਿਹਾ ਜਿਹਨਾਂ ਦਾ ਮਾਈਲਸਟੋਨ ਬਰਥਡੇ ਸੀਗਾ ਕੱਲ 75 ਈਅਰ ਹੋਇਆ। ਕੋਈ ਨਹੀਂ ਮੇਰੀ ਨਜ਼ਰ 'ਚ ਹੈ ਇਹਨਾਂ ਦੀ। ਮੈਂ ਤੇ ਕਹਿੰਦਾ ਕਿ ਪ੍ਰਮਾਤਮਾ ਨੂੰ ਤੰਦਰੁਸਤੀ ਬਖਸ਼ੇ। ਹਾਂਜੀ ਨਿੱਜਰ ਸਾਹਿਬ, ਕੋਈ ਨਹੀਂ, ਦੁਬਾਰਾ ਕਹਿੰਦੇ ਅਰਦਾਸ ਕਰ ਦਿੰਦੇ ਜੀ। ਕੋਈ ਨਹੀਂ ਵੀਰ ਜੀ। ਨਹੀਂ, ਮੈਂ ਤੇ ਆਪ ਚਾਹੁੰਦਾ ਕਿਉਂਕਿ ਮੇਰਾ ਵੀ ਤੇ 0 ਹੀ ਹੈ, ਜਿੰਨਾ ਚ ਨਾਲ ਏਕਾ ਨਹੀਂ ਲੱਗਦਾ। ਚਲੋ ਬਹੁਤ ਵਧੀਆ ਸੰਗ ਬਣਿਆ। ਨਹੀਂ, ਇਹ ਤਾਂ ਮਾਲਕ ਦਾ ਹੀ ਚਮਤਕਾਰ ਹੈ ਜੀ, ਆਪਾਂ ਤੇ ਕੀ ਹੈਗੇ। ਹਾਂ, ਨਹੀਂ ਫਿਰ ਵੀ ਨਿੱਜਰ ਸਾਹਿਬ ਇਹ ਵੀ ਕੋਈ ਆਪਣੀਆਂ ਜਿਹੜੀਆਂ ਮੈਂ ਤੇ ਲਿਖਣ ਦੇ ਜਿੰਨੀਆਂ ਰੂਹਾਂ ਬੈਠੀਆਂ ਨੇ, ਇਹ ਆਪਣਾ ਕੋਈ ਪੁਰਾਣਾ ਹੀ ਕੋਈ ਸੰਬੰਧ ਹੈਗਾ ਜਿਹੜੇ ਆਪਾਂ ਬੈਠੇ ਹਾਂ। ਹੋਰ ਵੀ ਦੁਨੀਆ ਇੱਥੇ ਬੈਠੀ, ਸਾਰੇ ਗੁਣੀ ਆ ਜਾਂਦੇ। ਇਹ ਕੋਈ ਆਪਣਾ ਕੋਈ ਲੈਣਾ ਦੇਣਾ ਹੈ, ਬਿਲਕੁਲ ਹਾਂਜੀ, ਕੋਈ ਹੋਊਗਾ ਬਹੁਤ ਏਦਾਂ ਨਹੀਂ ਗੱਲ ਬਣ ਮੁਸ਼ਕਿਲ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਸਾਧ ਸੰਗਤ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ, ਮੇਰ ਕਰੋ। ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ ਮੇਰੇ ਮਾਲਿਕ।
ਦੇਨ ਰੋਕਤਾ ਬਖਸ਼ੋ, ਤੰਦਰੁਸਤੀ ਬਖਸ਼ੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਮੇਰ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਕਾਰੋਬਾਰ ਚ ਵਾਧੇ ਪੂਰੇ ਕਰ। ਦਿਨ ਰੋਕਤਾ ਬਖਸ਼ੋ। ਤੇ ਮੇਰੇ ਪਿਤਾ ਨਿਜੇ ਸਾਹਿਬ ਜੀ ਨੂੰ ਆਪ ਤੰਦਰੁਸਤੀ ਬਖਸ਼ੋ, ਤਾਂ ਜੋ ਇਹ ਕਥਾ ਦਾ ਜਿਹੜਾ ਸੰਗਤ ਇਤਨਾ ਚਿੱਤੇ। ਮੇਰੇ ਮਾਲਕ ਆਪ ਜਾਨੀ ਜਾਣ ਜੋ, ਫਿਰ ਵੀ ਅਸੀਂ ਰਿਕੁਐਸਟ ਕਰ। ਵਾਹਿਗੁਰੂ ਜੀ ਕਾ ਵਾਹਿਗੁਰੂ 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 ਆ ਸਭੀ ਦੀ ਚੁੱਪ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।